ਆਪਣੀ ਕਿੰਨੀ ਕੁ ਵਜ੍ਹਾ ਸਮਝਦੇ ਹੈਗੇ ਹੋ ਕਿ ਹਰਜੋਤ ਕਮਲ ਜੀ ਜਿਹੜੇ ਹੈਗੇ ਨੇ ਉਹ ਭਾਜਪਾ ਜੁਆਇਨ ਕਰ ਗਏ? ਤੁਸੀਂ ਆਪਣੀ ਵਜ੍ਹਾ ਸਮਝਦੇ ਵੀ ਹੋ ਕਿ ਨਹੀਂ ਸਮਝਦੇ ਹੋ ਕਿ ਤੁਹਾਡੀ ਬਦੌਲਤ ਤੁਸੀਂ ਟਿਕਟ ਦੇ ਦਿੰਦੇ ਤਾਂ ਉਹ ਕਾਂਗਰਸ ਦਾ ਹਿੱਸਾ ਰਹਿੰਦੇ? ਹਰਜੋਤ ਕਮਲ ਹੋਣੀ ਬਹੁਤ 5 ਸਾਲ ਕੰਮ ਕੀਤਾ ਉਹਨਾਂ ਨੇ, ਕਿਤੇ ਨਾ ਕਿਤੇ ਇਹ ਮੈਂ ਪਹਿਲਾਂ ਵੀ ਕਿਹਾ ਕਿ ਅੱਜ ਤੋਂ ਪਹਿਲਾਂ ਟਿਕਟ ਜਦੋਂ ਮੰਗਣ ਹੋਣ ਤੋਂ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਜਾਂ ਕਿਸੇ ਤੇ ਕਿਹਾ ਵੀ ਉਹਨਾਂ ਨੂੰ ਉਦੋਂ ਪਹਿਲਾਂ ਭਰੋਸੇ 'ਚ ਲੈ ਲੈਣਾ ਚਾਹੀਦਾ ਸੀ। ਇਹ ਭਰੋਸੇ 'ਚ ਲੈਣ ਦੀ ਜ਼ਿੰਮੇਵਾਰੀ ਕਿਹਦੀ ਸੀ? ਪ੍ਰਧਾਨ ਸਾਹਿਬ ਦੀ ਸੀਗੀ, ਸੀਐਮ ਸਾਹਿਬ ਦੀ ਸੀਗੀ, ਪਾਰਟੀ ਦੇ ਹੋਰ ਵਰਕਰਾਂ ਦੀ ਸੀਗੀ, ਕਿਹਦੀ ਸੀ? ਹਰਜੋਤ ਜੀ ਕਾਫੀ ਲੰਬੇ ਸਮੇਂ ਤੋਂ ਆਪਣੇ ਹਲਕੇ ਦੇ ਵਿੱਚ ਪੋਜ਼ਿਟਿਵ ਤਰੀਕੇ ਦੇ ਨਾਲ ਕੰਮ ਵੀ ਕਰਦੇ ਰਹੇ, ਜਿਵੇਂ ਤੁਸੀਂ ਵੀ ਕਹਿ ਰਹੇ ਹੋ। ਇਹ ਜਿਹੜੇ ਕਾਡਰ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਹਰਜੋਤ ਕਮਲ ਜੀ ਹੋਰਾਂ ਦੇ ਨਾਲ, ਉਹ ਕਿੰਨਾ ਕੁ ਸਹਿਯੋਗ ਕਰਨਗੇ, ਕਿੰਨਾ ਕੁ ਜਾ ਕੇ ਮਾਲਵਿਕਾ ਸੂਦ ਦੇ ਨਾਲ ਖੜੇ ਹੋਣਗੇ? ਕਿਉਂਕਿ ਉਹਨਾਂ ਦੇ ਲਈ ਤਾਂ ਉਹਨਾਂ ਦਾ ਲੀਡਰ ਹਰਜੋਤ ਕਮਲ ਸੀ। ਮੇਅਰ ਤੋਂ ਲੈ ਕੇ ਕਾਉਂਸਲਰ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਲੈ ਕੇ ਹਰ ਬੰਦਾ ਉਹਨਾਂ ਦੇ ਨਾਲ ਅਸਤੀਫਾ ਦੇ ਗਿਆ ਪਾਰਟੀ ਤੇ ਇਸ ਕਰਕੇ ਕੰਪੇਨ ਚਲਾਉਣੀ ਆ ਜਿਹੜੀ ਮਾਲਵਿਕਾ ਜੀ ਨੂੰ ਬੜੀ ਮੈਨੂੰ ਲੱਗਦਾ ਜਿਹੜਾ ਉਹਨਾਂ ਨੂੰ, ਕਿਉਂਕਿ ਉਹ ਦੂਜੇ ਬੀਜੇਪੀ ਜੁਆਇਨ ਵੀ ਕਰ ਗਏ, ਉਦੋਂ ਬਾਅਦ ਹੀ ਉੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਪਾਰਟੀ ਨੂੰ ਕਰਨਾ ਪਊਗਾ, ਇਹ 'ਚ ਕੋਈ ਸ਼ੱਕ ਨਹੀਂ। ਇਹੀ ਚੀਜ਼ ਨਾਜਰ ਸਿੰਘ ਮਾਨਸ਼ਈਆਂ ਹੋਰਾਂ ਦੇ ਨਾਲ ਹੋਈ ਮਾਨਸਾ ਦੇ ਵਿੱਚ। ਉਹ ਤਾਂ ਆਉਣ ਜਾਣ ਵਾਲੇ ਨੇ, ਉਹਨਾਂ ਦਾ ਇਸ ਚੀਜ਼ ਨਾਲ ਬਿਲਕੁਲ ਕੰਪੇਅਰ ਨਹੀਂ ਕਰ ਸਕਦੇ। ਮਾਨਸਾ ਦੇ ਵਿੱਚ ਇੱਕ ਹੋਰ ਨਾਮ ਬੜਾ ਉੱਭਰ ਕੇ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਇਆ, ਜਸਵਿੰਦਰ ਚਹਿਲ ਦਾ। ਉਹ ਕਹਿੰਦਾ ਮੈਂ ਤਾਂ ਯਾਰ ਕਰੋਨਾ ਦੇ ਟਾਈਮ ਦੇ ਵਿੱਚ ਬੜੀ ਮਦਦ ਕੀਤੀ ਲੋਕਾਂ ਦੀ, ਪਾਰਟੀ ਨੂੰ ਖੜਾ ਕੀਤਾ, ਪਾਰਟੀ ਨੂੰ ਮਜ਼ਬੂਤ ਕੀਤਾ, ਲੇਕਿਨ ਇੱਕ ਪੈਰਾਸ਼ੂਟ ਲੈਂਡਿੰਗ ਹੁੰਦੀ ਹੈ ਤੇ ਸਿੱਧੂ ਮੂਸੇਵਾਲਾ ਟਿਕਟ ਲੈ ਜਾਂਦਾ ਹੈ। ਮੂਸੇਵਾਲਾ ਸਾਹਿਬ ਦਾ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਉਸ ਨੌਜਵਾਨ ਨੇ, ਉਹ ਕਿਹੜਾ, ਜੇ ਆਪਾਂ ਕਹੀਏ ਵੀ ਕਿਸੇ ਉਹ ਖਾਸ ਪਰਿਵਾਰ 'ਚੋਂ, ਉਹ ਵੀ ਇੱਕ ਆਮ ਜ਼ਿਮੀਂਦਾਰ ਪਰਿਵਾਰ 'ਚੋਂ ਉੱਠ ਕੇ 5 ਕਿੱਲੇ ਜ਼ਮੀਨ ਸੀ ਉਹਦੇ ਕੋਲ, ਘਰ ਵੀ ਤਾਂ ਉਹਨੇ ਹੁਣ ਠੀਕ ਆ, ਹੁਣ ਰੇਂਜ ਰੋਵਰਾਂ ਦਿਖਦੀਆਂ ਏ। ਜਿੰਨਾ ਉਹ ਬੈਕਵਰਡ ਏਰੀਆ ਹੈ, ਉਹਨਾਂ ਦੁਨੀਆ 'ਚ ਉਸ ਬੰਦੇ ਦਾ ਨਾਮ ਆ। ਉਹ ਕਿਸੇ ਵੀ ਬੜੇ ਦਿੱਲੀ ਤੋਂ ਲੈ ਕੇ ਅਮਰੀਕਾ, ਨਿਊਯਾਰਕ ਤੱਕ ਜਾ ਕੇ ਕਿਸੇ ਨੂੰ ਵੀ ਕਹਿ ਸਕਦਾ ਵੀ ਆ ਕੇ ਭਾਈ ਮੇਰੇ ਕੋਈ ਇੰਡਸਟਰੀ ਲਾਓ ਜਾਂ ਕੋਈ ਨਵਾਂ ਮਾਡਲ ਲੈ ਕੇ ਆਓ ਉੱਥੇ ਮਾਨਸੇ ਜ਼ਿਲ੍ਹੇ 'ਚ, ਤੇ ਉਹਦਾ ਫਾਇਦਾ ਹੋਊਗਾ। ਤੁਸੀਂ ਦੇਖੋ ਯਾਰ ਟਿਕਟਾਂ ਵੰਡੀਆਂ ਗਈਆਂ, ਉਹਦੇ 'ਚੋਂ ਸਿਰਫ 10% ਔਰਤਾਂ ਨੂੰ, ਮਹਿਲਾਵਾਂ ਨੂੰ ਟਿਕਟਾਂ ਮਿਲੀਆਂ। ਪਰਸੈਂਟੇਜ ਘੱਟੋ ਘੱਟ 20 ਟਿਕਟਾਂ ਦੀ ਹੋਣੀ ਚਾਹੀਦੀ ਆ, ਪਰ ਮੈਂ ਇਸ ਗੱਲ 'ਤੇ ਜ਼ਿਆਦਾ ਬੋਲ ਨਹੀਂ ਸਕਦਾ ਕਿਉਂਕਿ ਜੇ ਮਾੜੀ ਮੋਟੀ ਵੀ ਕੋਈ ਗੱਲ ਐਸੀ ਹੋ ਜੇ ਇਹਦੇ ਐਕਸ਼ਨ ਬੜੇ ਹੋ ਸਕਦੇ। ਰਾਜੇਵਾਲ ਸਾਹਿਬ, ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ, ਇਹਨਾਂ ਤੋਂ ਜਦੋਂ ਵੀ ਮੈਂ ਜ਼ਿਕਰ ਕੀਤਾ ਤੁਸੀਂ ਟ੍ਰਿਗਰਡ ਹੋ ਗਏ, ਤੁਹਾਡੀ ਤਕਲੀਫ ਨਾਲ ਦੀ ਨਾਲ ਚੱਲ ਗਈ। ਇਹਨਾਂ ਨੇ ਕੀਤਾ ਕੀ ਹੈ? ਇਹਨਾਂ ਨੂੰ ਕੀ ਪਤਾ ਪੰਜਾਬ ਕਿਸ ਤਕਲੀਫਾਂ 'ਚੋਂ ਪੰਜਾਬ ਲੰਘਦਾ ਏ ਜਾਂ ਕਿਸ ਤਕਲੀਫਾਂ 'ਚੋਂ ਪੰਜਾਬ ਲੰਘ ਕੇ ਆਇਆ। ਮੈਨੀਫੈਸਟੋ ਤਾਂ ਦੇਤਾ, ਤੁਹਾਡਾ ਮੈਨੀਫੈਸਟੋ ਕਿੱਥੇ ਹੈ? ਨਹੀਂ, ਮੈਂ ਤਾਂ ਹੁਣੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫਿਰ ਟਵੀਟ ਕਰਤਾ, ਐਲਨ ਮਸਕ ਹੋਰਾਂ ਨੂੰ, ਉਹਨਾਂ ਨੇ ਜਯੰਤ ਪਾਟਿਲ ਹੋਰਾਂ ਦੇ ਨਾਲ ਉਹਨਾਂ ਨੇ ਵੀ ਗੁਜ਼ਾਰਿਸ਼ ਕੀਤੀ ਹੈ ਕਿ ਜੀ ਆਓ ਲੁਧਿਆਣਾ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਕੰਮ ਕਰਦੇ ਹਾਂ। ਦੇਖੋ, ਸਿੱਧੂ ਸਾਹਿਬ ਬੜੇ ਆਦਮੀ ਨੇ, ਇੰਟਰਨੈਸ਼ਨਲ ਫੇਮ ਦੇ ਖਿਡਾਰੀ ਰਹੇ ਆ, ਕਮੈਂਟੇਟਰ ਰਹੇ ਆ, ਲਾਫਟਰ ਸ਼ੋਅ 'ਚ ਉਹਨਾਂ ਦਾ ਮੇਰੇ ਸਤਿਕਾਰਯੋਗ ਨੇ, ਪਰ ਜਿਹੜੀ ਪਾਰਟੀ ਆ ਮੈਂ ਕਿਵੇਂ ਸਮਝਾਵਾਂ, ਬੜੇ ਹੈਲਪਲੈਸ ਜਿਹੇ ਲੱਗ ਰਹੇ ਹੋ। ਜਾਂ ਤਾਂ ਇਹ ਗੱਲ ਸਿੱਧੀ ਕਰ ਲੈਣ ਬਈ ਭਾਈ ਮੈਨੂੰ ਜੇ ਮੁੱਖ ਮੰਤਰੀ ਬਣਾਉਣਾ ਤਾਂ ਬਣਾ ਲਓ, ਜਾਂ ਕੋਈ ਗੱਲ ਜਿਹੜੀ ਆ ਮੁਕਾਉਣੀ ਆ ਮੁਕਾ ਲੈਣ ਸਿੱਧੀ, ਵਿੱਚ ਵਿਚਾਲੇ ਨਾ ਰੱਖਣ ਗੱਲ। ਸਿੱਧੂ ਸਾਹਿਬ ਨੇ ਜਿਸ ਤਰੀਕੇ ਦੇ ਏਜੰਡੇ ਸਾਹਮਣੇ ਰੱਖੇ ਆ, ਉਹਨਾਂ ਦੇ ਏਜੰਡੇ ਮੈਨੀਫੈਸਟੋ ਦੇ ਵਿੱਚ ਹੈਗੇ, ਸ਼ਾਮਲ ਕੀਤੇ। ਫਿਰ ਉਹ ਪ੍ਰਤਾਪ ਬਾਜਵਾ ਜੀ ਨਾਲ ਬਹਿ ਕੇ ਗੱਲ ਕਰਨ ਨਾ। ਤੁਹਾਨੂੰ ਏਜੰਡਾ ਜੋ ਹੈਗੇ ਆ ਸਿੱਧੂ ਸਾਹਿਬ ਦੇ, ਉਹਨਾਂ 'ਚ ਦਮ ਨਜ਼ਰ ਆਉਂਦਾ, ਜਿਸ ਤਰੀਕੇ ਨਾਲ ਉਹ ਸਟੇਜ ਤੋਂ ਵੀ ਐਲਾਨ ਕਰਦੇ ਆ, ਜਿਸ ਤਰੀਕੇ ਨਾਲ ਉਹ ਟਵੀਟ ਵੀ ਕਰਦੇ ਆ, ਲੁਧਿਆਣਾ ਦੇ ਲਈ ਉਹਨਾਂ ਦੀ ਫਿਕਰਮੰਦੀ ਵੀ ਨਜ਼ਰ ਆਉਂਦੀ। ਨਹੀਂ, ਜੇ ਦਮ ਹੋਊਗਾ ਤੇ ਫਿਰ ਪਾਰਟੀ ਮੈਨੀਫੈਸਟੋ 'ਚ ਕਿਉਂ ਨਹੀਂ ਲਊਗੀ? ਆਪਾਂ ਨੂੰ ਕੀ ਲੋੜ ਪਈ ਆ ਟਵੀਟ ਕਰਨ ਦੀ? ਟਵੀਟ ਹੀ ਸਭ ਕੁਝ ਥੋੜੀ ਹੁੰਦਾ ਯਾਰ, ਮੈਂ ਸਾਰੀ ਦੁਨੀਆ ਦਾ ਜਹਾਨ ਨੂੰ ਟਵੀਟ ਕਰਕੇ ਸੱਦ ਲਵਾਂ। ਮੈਂ ਤੁਹਾਨੂੰ ਪਹਿਲੀ ਗੱਲ ਇਹ ਉਦੋਂ ਹੀ ਜਿੰਨਾ ਚਿਰ ਸਪਸ਼ਟ ਨਹੀਂ ਹੋਣੀ, ਜਿੰਨਾ ਚਿਰ ਨਵਜੋਤ ਸਿੱਧੂ ਇਹ ਕਲੀਅਰ ਨਹੀਂ ਕਰਦੇ ਵੀ ਮੈਂ ਭਾਈ ਜਿੰਨਾ ਚਿਰ ਮੁੱਖ ਮੰਤਰੀ ਮੈਨੂੰ ਤੁਸੀਂ ਨਹੀਂ ਡਿਕਲੇਅਰ ਕਰਦੇ ਜਾਂ ਮੈਂ ਮੁੱਖ ਮੰਤਰੀ ਨਹੀਂ ਬਣਦਾ, ਮੈਂ ਉਹਨਾਂ ਚਿਰ ਕੋਈ ਕੰਮ ਨਹੀਂ ਕਰੂੰਗਾ। ਤੁਸੀਂ ਰਾਜ਼ੀ ਹੋ ਜੇ ਮੁੱਖ ਮੰਤਰੀ ਬਣਦੇ? ਨਹੀਂ, ਮੇਰੇ ਰਾਜੀ ਦਾ ਮਤਲਬ ਹੀ ਨਹੀਂ। ਪਾਰਟੀ ਹਾਈ ਕਮਾਂਡ ਨਾਲ ਤਾਂ ਗੱਲ ਕਰਨ, ਜਿਹੜੇ ਉਰੇ ਸਾਰੇ ਬੈਠੇ ਆ ਲੋਕ, ਉਹਨਾਂ ਨਾਲ ਤਾਂ ਗੱਲ ਕਰਨ, ਫਿਰ ਗੱਲ ਸਪਸ਼ਟ ਹੋ ਜੂ, ਕਿਉਂਕਿ ਉਹ ਕਹਿੰਦੇ ਮੁੱਖ ਮੰਤਰੀ ਤੋਂ ਬਗੈਰ ਕੁਝ ਹੋ ਨਹੀਂ ਸਕਦਾ। ਤੁਹਾਡੇ ਮੁਤਾਬਕ ਇਹ ਫਾਰਮੂਲਾ ਠੀਕ ਹੈਗਾ ਕਿ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣਾਂ ਦੇ ਵਿੱਚ ਉਤਰਨਾ? ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਇਸ ਤਰੀਕੇ ਦੀ ਗਲਤੀ ਕਰ ਚੁੱਕੀ ਹੈਗੀ। ਇਸ ਵਾਰ ਉਹ ਕਹਿੰਦੇ ਪਏ ਕਿ ਅਸੀਂ ਭਗਵੰਤ ਮਾਨ ਨੂੰ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਡਿਕਲੇਅਰ ਕਰ ਦਾਂਗੇ।
ਤੁਸੀਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਜਾਓਗੇ, ਕਿਤੇ ਤੁਸੀਂ ਤਾਂ ਨਹੀਂ ਉਹ ਗਲਤੀ ਦੁਹਰਾਉਣ ਲੱਗੇ ਜੋ ਆਮ ਆਦਮੀ ਪਾਰਟੀ ਨੇ ਕੀਤੀ। ਇੱਕ ਟੈਲੀਫੋਨ ਨੰਬਰ ਐਂ ਹੀ ਦਿੱਲੀ 'ਚ ਦੱਸ ਦਿਓ ਵੀ ਲੋਕਾਂ ਦੀ ਕਿਹੜੀ ਪਸੰਦ ਆ ਚੀਫ ਮਿਨਿਸਟਰ। ਸੋਧੀਆ ਜਿਹੜਾ ਉੱਥੇ ਡਿਪਟੀ ਸੀਐਮ ਨਾਲ ਦਿਨ ਰਾਤ ਕੰਮ ਕਰਦਾ, ਲੋਕ ਉਹਦਾ ਨਾਮ ਲੈ ਦੇਣਗੇ। ਜਾਂ ਤਾਂ ਕੋਈ ਪੰਜਾਬੀ ਉਹਦੇ ਮੂਹਰੇ ਚਿਹਰਾ ਰੱਖ ਦੇ। ਕੀ ਕਿਹਾ ਪਹਿਲਾਂ, ਤੇ ਮੈਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਚਾਹੁੰਦਾ ਚਿਹਰਾ ਬਣਾਉਣਾ, ਪਰ ਇਹ ਮਾਨ ਕਹਿੰਦਾ ਲੈ ਭਗਵੰਤ ਜੇ ਕੇਜਰੀਵਾਲ, ਮੈਂ ਕਹਿੰਦਾ ਨਹੀਂ ਜੇ ਕੇਜਰੀਵਾਲ, ਕਿਉਂਕਿ ਝੂਠਾ ਆਦਮੀ ਕਿਸੇ ਮੰਦਿਰ ਗੁਰਦੁਆਰਾ ਚੱਲੇ ਨਾਲ ਮੇਰੇ, ਵੀ ਇਹ ਗੱਲ ਭਗਵੰਤ ਮਾਨ ਨੇ ਕਹੀ। ਇਹ 100% ਗੱਲ ਕੇਜਰੀਵਾਲ ਨੇ ਦੇਖਿਆ ਵੀ ਹੁਣ ਹੋਰ ਤਾਂ ਹਥਿਆਰ ਸਾਰੇ ਹੋ ਗਏ ਫੇਲ, ਕੋਈ ਬੰਦਾ ਹੀ ਨਹੀਂ ਛੱਡਿਆ ਆਪਾਂ। ਲਾਵੀਰੇ ਦਾ ਗੀਤ ਸੁਣਿਆ ਤੁਸੀਂ, ਵੰਜ ਬਰਾਬਰ ਕੱਢਾਂਗੇ। ਤੁਸੀਂ ਵੀ ਟਵੀਟ ਦੇ ਵਿੱਚ ਰਾਜੇਵਾਲ ਸਾਹਿਬ ਨੂੰ ਬਖਸ਼ਦੇ ਤਾਂ ਹੋਗੇ ਹੈਗੇ ਨਹੀਂ, ਤੁਸੀਂ ਵੀ ਪੂਰਾ ਐਨ ਵਿੰਨ ਕੇ ਨਿਸ਼ਾਨੇ ਚੱਲਦੇ ਤੁਹਾਡੇ। ਇਸ ਬੰਦੇ ਨੇ ਮੈਨੂੰ ਮਰਾਉਣ ਦੀ ਕੋਸ਼ਿਸ਼ ਕੀਤੀ। ਜੈਲਸ ਕੀ ਸੀ ਵੀ ਅਸੀਂ 3 MP, ਇੱਕ ਜੀਰਾ ਸਾਹਿਬ, ਅਸੀਂ ਜਾ ਕੇ ਸਾਡਾ ਵੀ ਮਨ ਸੀ ਬਈ ਪੰਜਾਬ ਲਈ, ਅਸੀਂ ਤਾਂ ਇਹ ਕਦੇ ਨਹੀਂ ਕਿਹਾ ਸੀ ਵੀ ਅਸੀਂ ਪੋਲੀਟੀਕਲ ਪਾਰਟੀ ਦੇ ਨਹੀਂ ਗਏ। ਉਹ ਕਹਿੰਦੇ ਕਾਂਗਰਸ ਦੀ ਅਸੀਂ ਸਰਕਾਰ ਬਣਨ ਨਹੀਂ ਦੇਣੀ, ਰਾਜੇਵਾਲ ਸਾਹਿਬ ਕਹਿੰਦੇ ਇਹਨਾਂ ਨੇ ਲੁੱਟਿਆ। ਕਿਸੇ ਦੀਆਂ ਆੜਤਾਂ ਨਹੀਂ ਚੱਲੀਆਂ, ਤੇ ਰਾਜੇਵਾਲ ਸਾਹਿਬ ਦੀਆਂ ਆੜਤਾਂ ਵੀ ਨੇ। ਸਭ ਤੋਂ ਵੱਡੇ ਜਿਹੜੀਆਂ ਉਹ ਸ਼ੈਲਰ ਵੀ ਨੇ। ਇਹ ਚੀਜ਼ਾਂ ਪਿੰਡ 'ਚ ਤਾਂ ਤੁਸੀਂ ਰਹਿੰਦੇ ਹੀ ਸਮਰਾਲੇ ਹੋ ਤੁਸੀਂ ਕੋਠੀ 'ਚ ਮਹਿਲ 'ਚ, ਤੁਸੀਂ ਕਿਹੜੀਆਂ ਕਿਸਾਨਾਂ ਦੀਆਂ ਗੱਲਾਂ ਕਰਦੇ ਹੋ। SKM ਨੇ ਬਾਹਰ ਕੱਢਤਾ, ਜਿਹੜੀ ਸਭ ਤੋਂ ਵੱਡੀ ਕਮੇਟੀ 9 ਮੈਂਬਰ ਕਮੇਟੀ, ਉਹ 'ਚੋਂ ਵੀ ਸਰਦਾਰ ਜੀ ਨੂੰ ਬਾਹਰ, ਫਰਾਡ ਨੰਬਰ 1 ਰਾਜੇਵਾਲ ਸਾਹਿਬ। ਇਹ ਤਾਂ ਬੰਟੀ ਬਬਲੀ ਨਾਲ ਵੀ ਉੱਤੇ ਆ। ਇਹ ਰਾਜੇਵਾਲ ਦਾੜੀ ਚਿੱਟੀ ਲੱਗਦੀ ਆ, ਪਰ ਅੰਦਰੋਂ ਇਹ ਚੁਲਬਲੇ ਬੰਟੀ ਬਬਲੀ ਨਾਲੋਂ ਵੀ। ਜੁਦਾ ਹੋਇਆ ਤਾਂ ਹੋਵਾਂਗਾ ਖੁਸ਼ਬੂ ਵਾਂਗ ਤੇਥੋਂ, ਜੇ ਨਿਭੀ ਤਾਂ ਰੰਗ ਤਰ੍ਹਾਂ ਆਖਰੀ ਉਮਰ ਤੱਕ ਨਿਭਾਵਾਂਗਾ। ਮੁਹੱਬਤ ਨਾਲ ਜੇ ਜਗਤਾਰ ਨੂੰ ਸੱਦਿਆ ਬੁਲਾਇਆ ਤੂੰ, ਅੱਖਾਂ ਝਮਕਣ ਤੋਂ ਪਹਿਲਾਂ ਤੇ ਹਵਾ ਰੁਮਕਣ ਤੋਂ ਪਹਿਲਾਂ ਪਹੁੰਚ ਜਾਵਾਂਗਾ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ। ਸਿਆਸਤ ਕੀ ਹੈ? ਸਿਆਸਤ ਨੂੰ ਆਸਾਨ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ ਸਿਆਸਤ ਦਾ ਮਤਲਬ ਹੁੰਦਾ ਹੈ ਰੁਸਵਾਈ, ਜੁਦਾਈ, ਠੁਕਾਈ ਤੇ ਮਲਾਈ। ਮਾਫ ਕਰਨਾ, ਮੈਂ ਠੁਕਾਈ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦੇ ਉੱਤੇ ਠੋਕੋ ਸ਼ਬਦ ਬਹੁਤ ਭਾਰੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਕਸਰ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਠੋਕ ਦਿੱਤਾ। ਕਾਂਗਰਸ ਨੇ ਟਿਕਟਾਂ ਵੰਡੀਆਂ ਨੇ ਤੇ ਟਿਕਟਾਂ ਵੰਡਣ ਤੋਂ ਬਾਅਦ ਸਿਆਸਤ ਗਰਮਾਈ ਗਈ ਹੈ। ਰਵਨੀਤ ਬਿੱਟੂ ਮੇਰੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਬਿੱਟੂ ਸਾਹਿਬ, ਬਹੁਤ ਖੈਰ ਮਕਦਮ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ। ਲਕੇਸ਼ ਜੀ ਤੁਹਾਡਾ ਧੰਨਵਾਦ, ਕਿਉਂਕਿ ਤੁਸੀਂ ਹਮੇਸ਼ਾ ਪੰਜਾਬ ਦੇ ਮੁੱਦੇ, ਦੇਸ਼ ਦੇ ਮੁੱਦੇ ਚੱਕਦੇ ਰਹਿੰਦੇ ਹੋ, ਤੇ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਜਿਹੜਾ ਮੈਨੂੰ ਅੱਜ ਇੰਟਰਵਿਊ ਕਰ ਰਹੇ ਹੋ, ਤੁਹਾਡਾ ਬਹੁਤ ਧੰਨਵਾਦ। ਸ਼ਾਮਾਂ ਪੈ ਗਈਆਂ, ਚਿੜੀਆਂ ਆਪਣੇ ਘਰਾਂ ਵੱਲ ਜਾ ਰਹੀਆਂ ਨੇ, ਪਰ ਜਿਸ ਤਰੀਕੇ ਦੇ ਨਾਲ ਚਾਊ ਮਾਊ ਹੋ ਰਹੀ ਹੈ, ਟਿਕਟਾਂ ਵੰਡਣ ਤੋਂ ਬਾਅਦ ਕਾਂਗਰਸ ਦਾ ਵੀ ਇਹੀ ਹਾਲ ਹੋਇਆ। ਬਿਲਕੁਲ ਤੁਸੀਂ ਠੀਕ ਕਿਹਾ ਵੀ ਜਿਵੇਂ ਹੁਣ ਸ਼ਾਮ ਆ, ਇਸ ਵੇਲੇ ਸਾਰੇ ਪੰਛੀ ਆਪਣੇ ਘਰੇ ਆਲਣਿਆਂ 'ਚ ਜਿਹੜੇ ਆ ਉਹ ਪਹੁੰਚ ਰਹੇ ਆ, ਤੇ ਇਹ ਆਵਾਜ਼ ਤੁਹਾਨੂੰ ਸੁਣ ਰਹੀ ਆ। ਪਰ ਤੁਸੀਂ ਦੇਖੋਗੇ ਵੀ ਜਿਉਂ ਟਾਈਮ ਅੱਗੇ ਬੀਤੇਗਾ, ਜਦੋਂ ਸੈਟਲ ਹੋ ਜਾਣਗੇ ਸਾਰੇ ਆਪਣੇ ਚਿੜੀਆਂ ਆਪਣੇ ਆਲਣਿਆਂ 'ਚ, ਤੇ ਸਾਰੀ ਆਵਾਜ਼ ਆ ਜਿਹੜੀ ਕੁਛ ਚਿਰ ਬਾਅਦ ਤੁਸੀਂ ਦੇਖੋਗੇ ਸ਼ਾਂਤ ਹੋ ਜਾਏਗੀ। ਤੇ ਇਸ ਕਰਕੇ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਬਹੁਤ ਵੱਡਾ ਪਰਿਵਾਰ ਆ। ਹਰ ਤੁਸੀਂ ਦੇਖਿਆ ਇਸ ਵਾਰ ਤਾਂ ਟਿਕਟਾਂ ਲਈ ਐਪਲੀਕੇਸ਼ਨਾਂ ਵੀ ਜਿਹੜੀਆਂ ਉਹ ਫ੍ਰੀ, ਕੋਈ ਪੈਸਾ ਸਿੱਧੂ ਸਾਹਿਬ ਨੇ ਕੋਈ ਡਿਪੋਜ਼ਿਟ ਨਹੀਂ ਕਰਾਇਆ, ਤੇ ਇਸ ਕਰਕੇ ਉਹਦੇ ਵਿੱਚੋਂ ਛਾਨਣਾ ਲਾ ਕੇ ਦੇਖੋ। ਇੱਕ ਗੱਲ ਕਿ ਜੀ ਤੁਸੀਂ ਸਮਝਦੇ ਹੋ, ਪਹਿਲਾਂ ਥੱਲੇ ਕਮੇਟੀ ਬਣਦੀ ਆ, ਇਲੈਕਸ਼ਨ ਕਮੇਟੀ, ਜਿਹਦੇ ਵਿੱਚ ਤਕਰੀਬਨ ਸਾਰੇ MP ਹੁੰਦੇ ਆ, ਸਾਰੇ ਸੈਕਟਰੀ ਹੁੰਦੇ ਆ, ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਵਰਕਿੰਗ ਪ੍ਰਧਾਨ, ਤੇ ਸੈਂਟਰ ਦੇ ਜਿਹੜੇ ਸਾਡੇ ਇੰਚਾਰਜ ਲੱਗੇ ਹੁੰਦੇ ਆ ਸਟੇਟ ਦੇ, ਉਹਨਾਂ ਨਾਲ ਜਿਹੜੇ ਥੱਲੇ ਸੈਕਟਰੀ ਇੰਚਾਰਜ ਹੁੰਦੇ ਆ, ਉਹ ਸਾਰੀ ਫਰੰਟਲ ਆਰਗੇਨਾਈਜੇਸ਼ਨਾਂ ਦੇ ਪ੍ਰਧਾਨ, ਉਹ ਚਾਹੇ ਮਹਿਲਾ ਕਾਂਗਰਸ, ਯੂਥ ਕਾਂਗਰਸ, NSUI, ਸੇਵਾ ਦਲ, ਸਾਰੇ ਆ ਕੇ ਉਹਦੇ ਵਿੱਚ ਗੱਲ ਕਰਦੇ ਆ। ਉਦੋਂ ਬਾਅਦ ਫਿਰ ਜਿਹੜੀ ਇੱਕ ਕਮੇਟੀ ਬਣਦੀ ਆ, ਇਲੈਕਸ਼ਨ ਕਮੇਟੀ ਬਣਦੀ ਆ ਇਕੱਲੀ ਪੰਜਾਬ ਦੇ ਲਈ, ਉਹ 'ਚ ਅਜੇ ਮਾਖਨ ਜੀ ਤੇ ਚੰਦਨ ਜੀ, ਉਹ ਤੇ ਨਾਲ ਬਹਿ ਕੇ ਪੰਜਾਬ ਦੇ ਪ੍ਰਧਾਨ CM ਮਤਲਬ CLP ਲੀਡਰ, ਤੇ ਫਿਰ ਜਿਹੜੇ ਇੰਚਾਰਜ ਹਰੀਸ਼ ਚੌਧਰੀ ਜੀ, ਕ੍ਰਿਸ਼ਨਾ ਜੀ, ਤੇ ਇਸ ਤਰੀਕੇ ਨਾਲ ਜਿਹੜੇ ਬਾਕੀ ਇੰਚਾਰਜ ਨੇ, ਫਿਰ ਉਹ ਛਾਲਣਾ ਲਾਉਂਦੇ ਆ। ਉਦੋਂ ਬਾਅਦ ਫਿਰ ਚਲੀ ਜਾਂਦੀ ਆ ਸੈਂਟਰ ਇਲੈਕਸ਼ਨ ਕਮੇਟੀ, ਜਿਹਦੇ ਵਿੱਚ ਸੋਨੀਆ ਗਾਂਧੀ ਜੀ ਪ੍ਰਧਾਨ, ਰਾਹੁਲ ਗਾਂਧੀ ਜੀ ਬਹਿੰਦੇ ਆ,
ਬਾਕੀ ਗਿਰਜਾ ਵਿਆਸ ਜੀ ਨੇ, ਮਸੀਨਾ ਕਦਵਈ ਜੀ ਨੇ, ਅੰਬਿਕਾ ਸੋਨੀ ਜੀ ਨੇ, ਮੁਕਲ ਵਾਸਨਿਕ ਨੇ, ਤੇ ਫਿਰ ਇਹ ਸਾਰੀ ਰਿਪੋਰਟ ਜਿਹੜੀ ਆ ਅਜੇ ਮਾਖਨ ਜੀ ਤੇ ਹਰੀਸ਼ ਚੌਧਰੀ ਉਹਨਾਂ ਦੇ ਮੂਹਰੇ ਰੱਖਦੇ ਆ। ਤਦ ਕਿਤੇ ਜਾ ਕੇ ਕਾਂਗਰਸ ਪਾਰਟੀ ਦੀ ਟਿਕਟ ਆ ਕੋਈ ਕਿਸੇ ਨੂੰ ਕਲੀਅਰ ਹੁੰਦੀ ਆ, ਕਿਸੇ ਦੇ ਮਿਹਨਤ ਆ ਜਿਹੜੀ ਉਹ ਇੰਨੀ ਛਾਲਣਿਆਂ ਚੋਂ ਨਿੰਘ ਕੇ ਤਾਂ ਕਿਤੇ ਟਿਕਟ ਕਿਸੇ ਨੂੰ ਮਿਲਦੀ ਆ। ਉਹਦੇ ਵਿੱਚ ਟਿਕਟ ਮਿਲਣੀ 117 ਬੰਦਿਆਂ ਨੂੰ, ਤੇ ਇਸ ਕਰਕੇ ਉਹਦੇ ਵਿੱਚ ਬਹੁਤ ਵਾਰੀ ਜਿਹੜਾ ਇਹ ਉਹ 2-2 3-3 ਬਰਾਬਰ ਦੇ ਲੀਡਰ ਹੁੰਦੇ ਆ। ਉਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਵੀ ਕੋਈ ਘੱਟ ਹੁੰਦਾ, ਪਰ ਕਿਸੇ ਨੂੰ ਸਰਵੇ ਦੇ ਵਿੱਚ ਅੱਜ ਕੱਲ੍ਹ ਤਾਂ ਇੱਕ ਨਵਾਂ ਕੰਮ ਆ ਗਿਆ, ਤੁਸੀਂ ਆਪ ਸਰਵੇ ਕਰਦੇ ਹੋ, ਚੈਨਲ ਹੀ ਜਾ ਕੇ ਸਰਵੇ ਕਰ ਦਿੰਦੇ ਆ ਹਰੇਕ ਬੰਦੇ ਦਾ, ਤੇ ਉਹ ਸਾਰੀਆਂ ਚੀਜ਼ਾਂ ਦੇਖ ਕੇ, ਤੇ ਅੱਜ ਕੱਲ੍ਹ ਜ਼ਮਾਨਾ ਬੜਾ ਤੇਜ਼ ਆ ਤੇ ਕੰਪੀਟੀਸ਼ਨ ਬੜਾ, ਤੇ ਪੰਜਾਬ 'ਚ ਤੁਹਾਨੂੰ ਪਤਾ ਪਾਰਟੀਆਂ ਬੜੀਆਂ ਨਵੀਆਂ ਆ ਚੁੱਕੀਆਂ ਏ। ਇਸ ਕਰਕੇ ਟਿਕਟ ਕੋਈ ਵੀ ਪਾਰਟੀ ਮੈਂ ਨਹੀਂ ਸਮਝਦਾ ਗਲਤ ਦੇ ਸਕਦੀ। ਅਸੀਂ ਤਾਂ ਆਪਣੇ ਪੂਰੇ ਜਿਹੜੇ ਹੀਰੇ ਨੇ ਉਹਨਾਂ ਨੂੰ ਟਿਕਟਾਂ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਡਿਕਲੇਅਰ ਹੋਈਆਂ 86 ਉਹ ਦਿੱਤੀਆਂ। ਜਿੱਥੇ ਕੋਈ ਕਮੀ ਰਹਿ ਗਈ, ਜਿੱਥੇ ਕੋਈ ਬਰਾਬਰ ਦਾ ਕੈਂਡੀਡੇਟ ਆ, ਜਿਹੜਾ ਆਖਰ 2 ਬਰਾਬਰ ਦੇ ਭਲਵਾਨ ਵੀ ਹੋ ਸਕਦੇ ਆ, ਉਹਨਾਂ ਨੂੰ ਪਾਰਟੀ ਜਿਹੜੀ ਆਰਗੇਨਾਈਜੇਸ਼ਨ 'ਚ ਕੰਮ ਕਰਨਗੇ ਉਹ, ਜੇ ਉਹ ਸੱਚੇ ਸਿਪਾਹੀ ਹੋਣਗੇ ਕਾਂਗਰਸ ਪਾਰਟੀ ਦੇ। ਬਾਕੀ ਜਿਹੜੇ ਨਹੀਂ ਹੋਣਗੇ ਉਹ ਫਿਰ ਦੂਜੀਆਂ ਪਾਰਟੀਆਂ ਵੱਲ ਜਾਣਗੇ। ਇਹ ਕੁੱਲ ਮਿਲਾ ਕੇ ਇਹ ਲੇਖਾ ਜੋਖਾ ਹੈ। ਤੁਸੀਂ ਹੀਰਿਆਂ ਦੀ ਗੱਲ ਕੀਤੀ, ਹੀਰੇ ਤੋਂ ਤੁਸੀਂ ਆਪ ਭਾਜਪਾ ਦੀ ਝੋਲੀ ਦੇ ਵਿੱਚ ਪਾਉਂਦੇ ਪਿਓ। ਆਪਣੀ ਕਿੰਨੀ ਕੁ ਵਜ੍ਹਾ ਸਮਝਦੇ ਹੈਗੇ ਹੋ ਕਿ ਹਰਜੋਤ ਕਮਲ ਜੀ ਜਿਹੜੇ ਹੈਗੇ ਨੇ ਉਹ ਭਾਜਪਾ ਜੁਆਇਨ ਕਰ ਗਏ? ਤੁਸੀਂ ਆਪਣੀ ਵਜ੍ਹਾ ਸਮਝਦੇ ਵੀ ਹੋ ਕਿ ਨਹੀਂ ਸਮਝਦੇ ਹੋ ਕਿ ਤੁਹਾਡੀ ਬਦੌਲਤ ਤੁਸੀਂ ਟਿਕਟ ਦੇ ਦਿੰਦੇ ਤਾਂ ਉਹ ਕਾਂਗਰਸ ਦਾ ਹਿੱਸਾ ਰਹਿੰਦੇ? ਦੇਖੋ ਗੱਲ ਪਤਾ ਕੀ ਆ, ਜਿਹਦੇ ਤੇ ਬੀਤਦੀ ਆ ਨਾ, ਜਿਸ ਤਨ ਲਾਗੇ ਜਿਵੇਂ ਕਹਿੰਦੇ ਉਹੀ ਜਾਣਦਾ। ਹੁਣ ਮੈਂ ਇਸ ਗੱਲਾਂ ਤੇ ਬਿਲਕੁਲ ਵੀ ਜੋ ਮੇਰੀ ਨਿੱਜੀ ਆ, ਮੈਂ 100% ਇਸ ਗੱਲਾਂ ਦੇ ਨਾਲ ਰਾਜੀ ਨਹੀਂ ਗਾ। ਪਰ ਕਿਤੇ ਨਾ ਕਿਤੇ ਕੀ ਹੋ ਰਿਹਾ, ਹੁਣ ਲੋਕ ਹੀ ਸੋਨੂੰ ਸੂਦ ਆ ਜਿਹੜਾ ਉਹਨੂੰ ਇਸ ਤਰੀਕੇ ਨਾਲ, ਚਾਹੇ ਇਲੈਕਸ਼ਨ ਕਮਿਸ਼ਨ ਨੇ ਇਹਨੂੰ ਆਪਣਾ ਬਣਾਇਆ ਹੋਵੇ, ਚਾਹੇ ਉਹਨਾਂ ਨੇ ਕੋਵਿਡ ਦੇ ਦੌਰਾਨ ਕੰਮ ਕੀਤਾ ਹੋਵੇ, ਇਸ ਕਰਕੇ ਕਈ ਵਾਰ ਲੋਕਾਂ ਦੇ ਸੈਂਟੀਮੈਂਟ ਜੁੜੇ ਹੁੰਦੇ ਆ, ਤੇ ਲੋਕ ਜਿਹੜੇ ਆ ਮੋਗੇ ਦੇ, ਉਹ ਮੋਗੇ ਦੀ ਧੀ ਆ। ਤੇ ਹਰਜੋਤ ਕਮਲ ਹੁਣੀ ਬਹੁਤ 5 ਸਾਲ ਕੰਮ ਕੀਤਾ ਉਹਨਾਂ ਨੂੰ, ਕਿਤੇ ਨਾ ਕਿਤੇ ਇਹ ਮੈਂ ਪਹਿਲਾਂ ਵੀ ਕਿਹਾ, ਇਹ ਅੱਜ ਤੋਂ ਪਹਿਲਾਂ ਟਿਕਟ ਜਦੋਂ ਫਾਈਨਲ ਹੋਣ ਤੋਂ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਜਾਂ ਕਿਸੇ ਤੇ ਕਿਹਾ ਵੀ ਉਹਨਾਂ ਨੂੰ ਉਦੋਂ ਪਹਿਲਾਂ ਭਰੋਸੇ 'ਚ ਲੈ ਲੈਣਾ ਚਾਹੀਦਾ ਸੀ ਵੀ ਭਾਈ ਆਹ ਗੱਲ ਆ। ਇਸ ਕਰਕੇ ਉਹ ਪੁਰਾਣੇ ਕਾਂਗਰਸੀ ਨੇ। ਨਹੀਂ, ਤੁਸੀਂ ਇੱਕ ਪੂਰਾ ਸਿਸਟਮੈਟਿਕ ਵੇ ਦੇ ਨਾਲ ਇਹ ਸਮਝਾਇਆ ਕਿ ਟਿਕਟ ਕਿਸ ਤਰੀਕੇ ਨਾਲ ਵੰਡੀ ਜਾਂਦੀ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਭਰੋਸੇ ਦੇ ਵਿੱਚ ਲੈਣਾ ਚਾਹੀਦਾ ਸੀਗਾ। ਇਹ ਭਰੋਸੇ 'ਚ ਲੈਣ ਦੀ ਜ਼ਿੰਮੇਵਾਰੀ ਕਿਹਦੀ ਸੀਗੀ? ਪ੍ਰਧਾਨ ਸਾਹਿਬ ਦੀ ਸੀਗੀ, ਸੀਐਮ ਸਾਹਿਬ ਦੀ ਸੀਗੀ, ਪਾਰਟੀ ਦੇ ਹੋਰ ਵਰਕਰਾਂ ਦੀ ਸੀਗੀ, ਕਿਹਦੀ ਸੀ? ਮੈਂ ਜਿਵੇਂ ਮਾਲਿਕਾ ਦੀ ਗੱਲ ਕੀਤੀ ਨਾ, ਵੀ ਲੋਕਾਂ ਨੇ ਜਿਹੜੇ ਉੱਥੇ ਲੋਕਲ ਸਾਰੇ ਲੋਕ ਸੀ, ਕਿਉਂਕਿ ਉਹਨਾਂ ਦਾ ਕਰੋਨੇ ਦੌਰਾਨ ਦਾ ਕੰਮ ਜੋ ਉਹਨਾਂ ਨੇ ਆਪਣੀ ਜਾਨ ਤੇ ਖੇਲ ਕੇ ਬੱਸਾਂ ਟ੍ਰੇਨਾਂ ਜੋ ਕੁਝ ਕੀਤਾ, ਲੋਕ ਪਰਸਨਲ ਚਾਹੁੰਦੇ ਸੀ ਵੀ ਇਹਨਾਂ ਨੂੰ ਟਿਕਟ ਜਿਹੜੀ ਦਿੱਤੀ ਜਾਵੇ। ਪਰ ਗੱਲ ਜਿਹੜੀ ਤੁਸੀਂ ਕੀਤੀ ਹੈ, ਜਿਹੜੀ ਐਮਐਲਏ ਸਿਟਿੰਗ ਐਮਐਲਏ ਸੀ, ਉਹ ਜ਼ਿੰਮੇਵਾਰੀ ਬਣਦੀ ਸੀ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਦੀ, ਉਦੋਂ ਬਾਅਦ ਜਾਖੜ ਸਾਹਿਬ ਦੀ, ਕੰਪੇਨ ਕਮੇਟੀ ਦੇ ਚੇਅਰਮੈਨ ਲਾਏ ਆ, ਜਾਂ ਫਿਰ ਕੋਆਰਡੀਨੇਸ਼ਨ ਕਮੇਟੀ ਅੰਬਿਕਾ ਸੋਨੀ ਜੀ ਉੱਤੇ ਬੈਠੇ ਆ। ਤੇ ਉਹਨਾਂ ਨਾਲ ਗੱਲ ਜਿਹੜੀ ਕਲੀਅਰ ਪਹਿਲਾਂ ਕਰਨੀ ਚਾਹੀਦੀ ਸੀ, ਜਿਹਦੇ ਵਿੱਚ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਸਾਨੂੰ ਜਿਹੜੀ ਕਮੀ ਆ ਆਪਣੀ ਮੰਨਣੀ ਪਊਗੀ। ਮੈਂ ਇਸ ਗੱਲ ਨੂੰ 100% ਜਿਹੜੀ ਤੁਸੀਂ ਕਹੀ ਆ ਉਹ ਮੰਨਦਾ ਵੀ ਨਹੀਂ। ਇੱਕ 5 ਸਾਲ ਕਾਂਗਰਸ ਦਾ ਐਮਐਲਏ ਰਿਹਾ ਹੋਵੇ, ਉਹ ਕਿਹੜਾ ਸਦਾ ਪਹਿਲਾਂ ਐਮਐਲਏ ਸੀਗਾ? ਉਦੋਂ ਪਹਿਲਾਂ ਤਾਂ ਉਹਨਾਂ ਨੂੰ ਵੀ ਨਵਾਂ ਹੀ ਲਿਆ ਕੇ ਟਿਕਟ ਦਿੱਤੀ ਸੀ ਨਾ। ਤੇ ਇਸ ਕਰਕੇ ਜੇ ਉਹਨਾਂ ਨਾਲ ਇਹ ਗੱਲ ਬਹਿ ਕੇ ਕਰਦੇ, ਕਿਤੇ ਨਾ ਕਿਤੇ ਸਾਡੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਉੱਥੇ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ, ਉੱਥੇ ਦੇ ਹੋਰ ਸੀਨੀਅਰ ਲੀਡਰ ਨੇ, ਉਹ ਕੋਆਰਡੀਨੇਸ਼ਨ 'ਚ ਕਮੀ ਰਹੀ ਆ। ਤੇ ਜਿਹਦੇ ਕਰਕੇ ਉਦਣ ਵੀ ਉਡੀਕਦੇ ਰਹੇ ਆ, ਜੋ ਕਹਿੰਦੇ ਰਹੇ ਆ ਚੈਨਲਸ ਤੇ ਵੀ ਮੈਂ ਚੰਨੀ ਸਾਹਿਬ ਤੇ ਪ੍ਰਧਾਨ ਜੀ ਨੂੰ ਉਡੀਕਦਾ ਰਿਹਾ ਏ। ਬੇਸ਼ੱਕ ਉਹ ਕਹਿ ਰਹੇ ਸੀ ਵੀ ਮੇਰੇ ਵਰਕਰ ਥੋੜ੍ਹੇ ਗਰਮ ਸੀਗੇ, ਪਰ ਮੈਂ ਉਡੀਕਦਾ ਸੀ। ਉਦੋਂ ਬਾਅਦ ਚੰਨੀ ਸਾਹਿਬ ਨੇ ਸੱਦਿਆ ਵੀ ਆ ਉਹਨਾਂ ਨੂੰ ਘਰੇ, ਉਹ ਗੱਲ ਸਿਰੇ ਨਹੀਂ ਲੱਗੀ, ਪਰ ਬਾਅਦ 'ਚ ਨਹੀਂ ਗੱਲ ਬਣਦੀ ਹੁੰਦੀ। ਇਹ ਪਹਿਲਾਂ ਹੀ ਜਿਹੜਾ ਸਟੈਪ ਲੈਣ ਤੋਂ ਪਹਿਲਾਂ ਇਹ ਕਰਨੀ ਚਾਹੀਦੀ ਸੀ, ਜਿਹ 'ਚ ਸਾਡੀ, ਮੈਂ ਇਹ ਗੱਲ ਨਾਲ ਮੰਨਦਾ ਵੀ ਉਹਨਾਂ ਨਾਲ ਇਸ ਗੱਲ ਤੇ ਕਿਤੇ ਨਾ ਕਿਤੇ ਜਿਹੜਾ ਏ ਉਹ ਕਮੀ ਰਹੀ ਆ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ। ਬਿੱਟੂ ਸਾਹਿਬ, ਕਾਂਗਰਸ ਜਿਹੜੀ ਹੈਗੀ ਕਾਡਰ ਬੇਸ ਇੱਕ ਪਾਰਟੀ ਹੈ। ਹਰਜੋਤ ਜੀ ਕਾਫੀ ਲੰਬੇ ਸਮੇਂ ਤੋਂ ਆਪਣੇ ਹਲਕੇ ਦੇ ਵਿੱਚ ਪੋਜ਼ਿਟਿਵ ਤਰੀਕੇ ਦੇ ਨਾਲ ਕੰਮ ਵੀ ਕਰਦੇ ਰਹੇ, ਜਿਵੇਂ ਤੁਸੀਂ ਵੀ ਕਹਿ ਰਹੇ ਹੋ। ਇਹ ਜਿਹੜੇ ਕਾਡਰ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਹਰਜੋਤ ਕਮਲ ਜੀ ਹੋਰਾਂ ਦੇ ਨਾਲ, ਉਹ ਕਿੰਨਾ ਕੁ ਸਹਿਯੋਗ ਕਰਨਗੇ, ਕਿੰਨਾ ਕੁ ਜਾ ਕੇ ਮਾਲਵਿਕਾ ਸੂਦ ਦੇ ਨਾਲ ਖੜੇ ਹੋਣਗੇ? ਕਿਉਂਕਿ ਉਹਨਾਂ ਦੇ ਲਈ ਤਾਂ ਉਹਨਾਂ ਦਾ ਲੀਡਰ ਹਰਜੋਤ ਕਮਲ ਸੀ। ਨਹੀਂ ਦੇਖੋ,
ਮੈਂ ਹੈਰਾਨ ਆ, ਇਹ ਗੱਲ ਆਪਾਂ ਲੰਬੀ ਕਰ ਲਈ ਹਜੇ ਕਿ ਮੈਂ ਕਿਤੇ ਵੀ ਇਸ ਗੱਲ 'ਚ ਮੇਰਾ ਰੋਲ ਨਹੀਂ ਗਾ, ਪਰ ਜੇ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ, ਮੇਅਰ ਤੋਂ ਲੈ ਕੇ ਕਾਉਂਸਲਰ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਲੈ ਕੇ ਹਰ ਬੰਦਾ ਉਹਨਾਂ ਦੇ ਨਾਲ ਅਸਤੀਫਾ ਦੇ ਗਿਆ ਪਾਰਟੀ ਤੋਂ। ਤੇ ਇਸ ਕਰਕੇ ਕੰਪੇਨ ਚਲਾਉਣੀ ਆ ਜਿਹੜੀ ਮਾਲਵਿਕਾ ਜੀ ਨੂੰ, ਬੜੀ ਮੈਨੂੰ ਲੱਗਦਾ ਜਿਹੜਾ ਉਹਨਾਂ ਨੂੰ, ਕਿਉਂਕਿ ਦੂਜੇ ਬੀਜੇਪੀ ਜੁਆਇਨ ਵੀ ਕਰ ਗਏ, ਉਦੋਂ ਬਾਅਦ ਹੀ ਉੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਪਾਰਟੀ ਨੂੰ ਕਰਨਾ ਪਊਗਾ, ਇਹ 'ਚ ਕੋਈ ਸ਼ੱਕ ਨਹੀਂ। ਇਹੀ ਚੀਜ਼ ਨਾਜਰ ਸਿੰਘ ਮਾਨਸ਼ਈਆ ਹੋਰਾਂ ਦੇ ਨਾਲ ਹੋਈ ਮਾਨਸਾ ਦੇ ਵਿੱਚ। ਬਲਵਿੰਦਰ ਸਿੰਘ ਲਾਡੀ ਜਿਨ੍ਹਾਂ ਨੂੰ ਪਾਰਟੀ ਹੋਪਰ ਵੀ ਕਿਹਾ ਗਿਆ ਕਿ 6 ਦਿਨਾਂ ਦੇ ਵਿੱਚ ਭਾਜਪਾ 'ਚ ਵਾਪਸ ਆ ਗਏ, ਇਹ ਚੀਜ਼ਾਂ ਉਹਨਾਂ ਦੇ ਨਾਲ ਵੀ ਹੋਈਆਂ। ਹੁਣ ਸੀਐਮ ਚੰਨੀ ਸਾਹਿਬ ਦੇ ਜਿਹੜੇ ਭਰਾ ਹੈਗੇ ਆ ਉਹ ਵੀ ਬਗਾਵਤੀ ਸੁਰਾਂ ਦੇ ਵਿੱਚ ਉਤਰੇ ਹੋਏ ਆ। ਇਹ ਆਪਾਂ ਗੱਲ ਕਰ ਲਈਏ, ਬਿਲਕੁਲ ਹਰਜੋਤ ਕਮਲ ਜੀ ਨੂੰ ਲੱਗ ਰੱਖੀਏ। ਇਹ ਤਾਂ ਜਿਹੜੇ ਮਾਨਸ਼ਈਆ ਜੀ ਦੀ ਗੱਲ ਕੀਤੀ ਆ, ਇਹ ਤਾਂ ਕੁਛ ਚਿਰ ਪਹਿਲਾਂ ਕਿਸੇ ਮੰਤਰੀ ਸਾਹਿਬ ਨੇ ਜੁਆਇਨ ਕਰਾ ਲਏ ਸੀ। ਉਹਨਾਂ ਦੀ ਉਹ ਜੁਆਇਨਿੰਗ ਨੂੰ ਕੌਣ ਜੁਆਇਨਿੰਗ ਮੰਨੂਗਾ? ਕਿਸੇ ਨੇ ਉਹਨਾਂ ਨੂੰ ਟਿਕਟ ਦਾ ਵਾਅਦਾ ਨਹੀਂ ਦਿੱਤਾ। ਉਹ ਤਾਂ 20,000 ਦੀ ਲੀਡ ਦੇ ਨਾਲ ਉਹ ਜਿੱਤੇ ਵੀ ਸੀਗੇ ਜਦੋਂ ਆਮ ਆਦਮੀ ਪਾਰਟੀ। ਮੈਂ ਐਗਰੀ ਕਰਦਾ, ਪਰ ਉਹਨਾਂ ਦਾ ਕੋਈ ਨਹੀਂ, ਉਹ ਤਾਂ ਆਉਣ ਜਾਣ ਵਾਲੇ ਨੇ, ਉਹਨਾਂ ਦਾ ਇਸ ਚੀਜ਼ ਨਾਲ ਬਿਲਕੁਲ ਕੰਪੇਅਰ ਨਹੀਂ ਕਰ ਸਕਦੇ। ਲਾਡੀ ਸਾਹਿਬ ਨੇ ਆਪਣਾ ਆਪ ਹੀ, ਉਹਨਾਂ ਨੇ ਤਾਂ ਕੰਮ ਮੰਨ ਵੀ ਲਈ। ਕੱਲ੍ਹ ਉਹ ਚੈਨਲ 'ਤੇ 3-4 'ਤੇ ਉਹ ਕਹਿ ਰਹੇ ਸੀ ਠੀਕ ਆ ਵੀ ਮੈਨੂੰ ਜੋ ਲੋਕ ਕਹਿਣਗੇ ਮੈਂ ਕਰੂੰਗਾ, ਪਰ ਮੇਰੇ ਤੋਂ ਗਲਤੀ ਹੋ ਗਈ, ਇਹ ਤਾਂ ਮੈਂ ਮੰਨਦਾ ਹਾਂ ਵੀ ਮੈਂ ਚਲਾ ਗਿਆ, ਉਦੋਂ ਮੱਤ ਮਾਰੀ ਗਈ ਤੇ ਉਦੋਂ ਬਾਅਦ ਫਿਰ ਵਾਪਸ ਮੁੜੇ। ਉਹਨਾਂ ਨਾਲ ਨਹੀਂ ਆਪਾਂ ਇਹ ਹਿੱਲੇ ਨਹੀਂ ਕਦੇ, ਇਹ ਖੜੇ ਰਹੇ ਆ, ਉਹ ਆਉਣ ਜਾਣ ਵਾਲੇ ਨੇ। ਉਹਨਾਂ ਨੂੰ ਕੋਈ ਅਫਸੋਸ ਨਹੀਂ, ਸਾਨੂੰ ਜਿਹੜੇ ਕਾਂਗਰਸੀ ਅਸੀਂ ਲੋਕ ਆ, ਸਾਨੂੰ ਉਹਨਾਂ ਦਾ ਕੋਈ ਅਫਸੋਸ ਨਹੀਂ ਟਿਕਟ ਕੱਟੀ ਜਾਈ ਨਹੀਂ ਕੱਟੀ ਗਏ, ਕਿਉਂਕਿ ਉਹ ਆਪ ਹੀ ਇਹ ਕੰਮ ਦੇ ਲਾਇਕ ਸੀਗੇ। ਪਰ ਯੂਥ ਕਾਂਗਰਸ ਦੇ ਜਿੰਨੇ ਕੁ ਵੀ ਮੁੰਡੇ ਹੈਗੇ ਆ, ਉਹ ਸਮਝਦੇ ਵਿਤਕਰਾ ਹੋਇਆ ਕਿਤੇ ਨਾ ਕਿਤੇ। ਮਾਨਸਾ ਦੇ ਵਿੱਚ ਇੱਕ ਹੋਰ ਨਾਮ ਬੜਾ ਉੱਭਰ ਕੇ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਇਆ, ਚੁਸ਼ਪਿੰਦਰ ਚਹਿਲ ਦਾ। ਉਹ ਕਹਿੰਦਾ ਮੈਂ ਤਾਂ ਯਾਰ ਕਰੋਨਾ ਦੇ ਟਾਈਮ ਦੇ ਵਿੱਚ ਬੜੀ ਮਦਦ ਕੀਤੀ ਲੋਕਾਂ ਦੀ, ਪਾਰਟੀ ਨੂੰ ਖੜਾ ਕੀਤਾ, ਪਾਰਟੀ ਨੂੰ ਮਜ਼ਬੂਤ ਕੀਤਾ, ਲੇਕਿਨ ਇੱਕ ਪੈਰਾਸ਼ੂਟ ਲੈਂਡਿੰਗ ਹੁੰਦੀ ਹੈ ਤੇ ਸਿੱਧੂ ਮੂਸੇਵਾਲਾ ਟਿਕਟ ਲੈ ਜਾਂਦਾ। ਪਹਿਲਾਂ ਮੈਂ ਇਸ ਵਾਰ ਆ ਜਾਂਦਾ ਯੂਥ ਕਾਂਗਰਸ ਦੀ ਟਿਕਟ 'ਤੇ। ਲਗਾਤਾਰ ਮੇਰੇ ਤੋਂ ਬਾਅਦ ਜਿੰਨੇ ਪ੍ਰਧਾਨ ਬਣੇ ਨੇ, ਸਭ ਤੋਂ ਪਹਿਲਾ ਪ੍ਰਧਾਨ ਇਲੈਕਟਡ ਯੂਥ ਕਾਂਗਰਸ 2008 'ਚ ਮੈਂ ਬਣਿਆ ਸੀ, ਮੈਨੂੰ ਟਿਕਟ ਮਿਲੀ ਪਾਰਲੀਮੈਂਟ ਦੀ। ਅੱਜ 3 ਪ੍ਰਧਾਨ ਉਦੋਂ ਬਾਅਦ ਮੇਰੇ ਤੋਂ ਬਾਅਦ ਬਣੇ, ਜਿਹਦੇ ਵਿੱਚ ਵਿਕਰਮ ਚੌਧਰੀ ਜਿਹੜੇ ਲੜ ਰਹੇ ਨੇ, ਉਦੋਂ ਬਾਅਦ ਮੇਰੇ ਤੋਂ ਬਣੇ ਲਾਲੀ ਜੀ, ਅਮਰਪ੍ਰੀਤ ਲਾਲੀ, ਜਿਹੜਿਆਂ ਨੂੰ ਗੜ੍ਹਸ਼ੰਕਰ ਤੋਂ ਟਿਕਟ ਮਿਲ ਗਈ। ਉਦੋਂ ਬਾਅਦ ਇਸ ਵੇਲੇ ਮੌਜੂਦਾ ਪ੍ਰਧਾਨ ਨੇ ਸਾਡੇ ਰੋਪੜ ਵਾਲੇ ਵਰਿੰਦਰ ਢਿੱਲੋਂ ਜੀ। ਤਿੰਨਾਂ ਨੂੰ ਇਸ ਵਾਰ ਜਿਹੜੀ ਆ ਯੂਥ ਕਾਂਗਰਸ ਦੇ, ਮਤਲਬ ਲਗਾਤਾਰ ਚੌਥਾ ਮੈਂ ਹੋ ਗਿਆ, ਅੱਜ ਤੱਕ 4 ਹੀ ਪ੍ਰਧਾਨ ਨੇ, 4 ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ। ਉਦੋਂ ਬਾਅਦ ਡੈਨੀ ਮੇਰੇ ਵੇਲੇ ਸੀਗੇ, ਡੈਨੀ ਸਾਹਿਬ ਨੂੰ, ਉਦੋਂ ਬਾਅਦ ਲੱਖਾ ਜੀ ਮੇਰੇ ਪ੍ਰਧਾਨ ਸੀ, ਉਹਨਾਂ ਨੂੰ ਟਿਕਟ ਮਿਲੀ। ਮਤਲਬ ਯੂਥ ਨੂੰ ਤਾਂ ਇੰਨੀਆਂ ਟਿਕਟਾਂ ਪ੍ਰਮਾਤਮਾ ਦੀ ਮਿਹਰ ਨਾਲ ਇਸ ਵਾਰ ਮਿਲੀਆਂ। ਕਈ ਮੇਰੀ ਆਪ ਨਿੱਜੀ ਗੱਲ ਹੋਈ ਆ ਸੀਨੀਅਰ ਲੀਡਰਾਂ ਨਾਲ, ਮੈਂ ਕਿਹਾ ਜੀ ਉੱਥੇ ਬਹੁਤ ਪੁਰਾਣੇ ਬੰਦੇ ਵੀ ਨੇ, ਉਹ ਕਹਿੰਦੇ ਨਹੀਂ, ਯੂਥ ਦਾ ਜਿਹੜਾ ਕੋਟਾ ਹੈ ਉਹ ਘੱਟ ਨਹੀਂ ਕਰਨਾ, ਚਾਹੇ ਦਿਲਪ੍ਰੀਤ ਆਪਣਾ ਗੋਲਡੀ ਹੋਣੀ ਹੋਣ, ਜਿੱਥੋਂ ਭਗਵੰਤ ਮਾਨ ਹੋਣਾ ਦਾ ਮੁਕਾਬਲਾ ਹੋਊਗਾ ਲੱਗਦਾ। ਅਤੇ ਇਸ ਕਰਕੇ ਇਸ ਵਾਰ ਤਾਂ ਮੈਂ ਸਮਝਦਾ ਵੱਧ ਨੌਜਵਾਨਾਂ ਨੂੰ ਟਿਕਟਾਂ ਜਿਹੜੀਆਂ ਅੱਗੇ ਨੂੰ ਮਿਲੀਆਂ। ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ ਚਸ਼ਪਿੰਦਰ ਹੋਣਾ ਦੀ, ਮੇਰਾ ਨਿੱਜੀ ਉਹਨਾਂ ਨਾਲ ਬੜਾ ਗੂੜਾ ਰਿਸ਼ਤਾ ਹੈ, ਕਿਉਂਕਿ ਉਹ ਮਾਨਸੇ ਤੋਂ ਨੇ। ਕਿਸੇ ਵੇਲੇ ਉਹ ਬੜੇ ਮੇਰੇ ਜਿਹੜੇ ਉੱਥੇ ਮੋਫਰ ਸਾਹਿਬ ਨੇ, ਵਿਕਰਮ ਮੋਫਰ ਨੇ, ਤਾਂ ਅਜੀਤ ਸਿੰਘ ਇੰਦਰ ਮੋਫਰ ਸਾਹਿਬ ਨੇ, ਉਹਨਾਂ ਦਾ ਪਰਿਵਾਰ ਦਾ ਮੈਂਬਰ, ਅਤੇ ਹਰ ਵੇਲੇ ਨਾਲ ਰਹਿਣਾ ਸਾਡੇ ਤਾਂ ਘਰੇ, ਮਤਲਬ ਹਰ ਰੋਜ਼ ਹੀ ਤਕਰੀਬਨ ਉਹਨਾਂ ਦਾ ਆਉਣਾ ਜਾਣਾ ਸੀ। ਇਹ ਗੱਲ ਕੋਈ ਸ਼ੱਕ ਨਹੀਂ, ਉਸ ਨੌਜਵਾਨ ਨੇ ਉੱਥੇ ਮਿਹਨਤ ਕੀਤੀ ਆ, ਉਹ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਆ। ਪਰ ਨਾਲ ਦੀ ਨਾਲ, ਕਿਉਂਕਿ ਪ੍ਰਮਾਤਮਾ ਉਮਰ ਦੇਵੇ, ਪ੍ਰਮਾਤਮਾ ਸਿਹਤ ਬਖਸ਼ੇ, ਕੋਈ ਕਿਤੇ ਇੱਕਦਮ ਕਾਹਲੀ ਵਾਲੀ ਗੱਲ ਥੋੜ੍ਹੀ ਹੁੰਦੀ ਆ। ਹੁਣ ਜੇ ਆਪਾਂ ਮੂਸੇਵਾਲਾ ਸਾਹਿਬ ਦੀ ਗੱਲ ਕਰੀਏ, ਉਹਨਾਂ ਦੇ ਸਰਦੂਲਗੜ੍ਹ ਹਲਕਾ ਹੈ ਜਿਹੜਾ, ਮੈਂ ਜਿਵੇਂ ਮੋਫਰ ਸਾਹਿਬ ਦੀ ਗੱਲ ਕੀਤੀ, ਉਹਨਾਂ ਦੀ ਮਾਤਾ ਹੈ ਜਿਹੜੀ, ਉਹ ਮੂਸੇ ਵਾਲੇ ਪਿੰਡ ਦੀ ਜਿਹੜੀ ਸਰਪੰਚ ਆ, ਜਿਹੜੀ ਮਾਤਾ ਉਹਨਾਂ ਦੀ ਸਰਪੰਚ ਬਣੀ, ਸਰਪੰਚ ਤੋਂ ਉਹਨਾਂ ਨੇ ਕੰਮ, ਅਤੇ ਫਿਰ ਉਸ ਨੌਜਵਾਨ ਦਾ ਤਾਂ ਦੁਨੀਆ 'ਚ ਨਾਂ ਆ। ਮੈਂ ਇਹ ਨਹੀਂ ਕਹਿੰਦਾ ਵੀ ਉਹਨੇ ਘੱਟ ਮਿਹਨਤ ਕੀਤੀ ਆ, ਉਹਨਾਂ ਦਾ ਹੱਕ ਵੀ ਪ੍ਰਧਾਨ ਬਣਾਇਆ ਪਾਰਟੀ ਨੇ, ਲੋਕਾਂ ਨੇ ਬਣਾਇਆ, ਅੱਗੇ ਉਹਨਾਂ ਨੂੰ ਹੋਰ ਅਹੁਦੇ ਵੀ ਮਿਲਣਗੇ, ਪਰਮਾਤਮਾ ਕਰੇ। ਪਰ ਮੂਸੇਵਾਲਾ ਸਾਹਿਬ ਦਾ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਉਸ ਨੌਜਵਾਨ ਨੇ, ਉਹ ਕਿਹੜਾ, ਜੇ ਆਪਾਂ ਕਹੀਏ ਵੀ ਕਿਸੇ ਉਹ ਖਾਸ ਪਰਿਵਾਰ 'ਚੋਂ, ਉਹ ਵੀ ਇੱਕ ਆਮ ਜ਼ਿਮੀਂਦਾਰ ਪਰਿਵਾਰ 'ਚ ਉੱਠ ਕੇ 5 ਕਿੱਲੇ ਜ਼ਮੀਨ ਸੀ ਉਹਦੇ ਕੋਲ, ਘਰ ਵੀ ਤਾਂ ਉਹਨੇ ਹੁਣ ਠੀਕ ਆ, ਹੁਣ ਰੇਂਜ ਰੋਵਰਾਂ ਦਿਖਦੀਆਂ ਏ, ਆ ਤਾਂ 5-7 ਸਾਲ ਪਹਿਲਾਂ ਦੀ ਗੱਲ ਆ। ਉਹ ਵੀ ਆਮ ਪਰਿਵਾਰ, ਇੱਕ ਵਰਕਰ ਦਾ ਮੁੰਡਾ ਸੀਗਾ। ਅੱਜ ਉਹਨੇ ਮਿਹਨਤ ਕਰਕੇ ਜੇ ਮੂਸੇਵਾਲਾ ਨਾਂ ਬਣਾ ਲਿਆ ਆਪਣਾ, ਆਪਾਂ ਉਹਨੂੰ ਇਹ ਨਹੀਂ ਗਿਣ ਸਕਦੇ ਵੀ ਅੱਜ ਉਹ ਕਿਤੋਂ ਉੱਤੋਂ ਆ ਕੇ ਡਿੱਗ ਗਿਆ, ਕਿਉਂਕਿ ਉਹ ਵੀ 5 ਸਾਲ ਪਹਿਲਾਂ ਇੱਕ ਆਮ ਘਰ ਦਾ ਮੁੰਡਾ,
ਜਿਹਨੂੰ ਉਰੇ ਰੋਜ਼ਗਾਰ ਦੇ ਪਿੱਛੇ ਉਹ ਬਾਹਰ ਚਲਾ ਗਿਆ, ਉਹਦੇ ਗਾਣੇ ਲੋਕਾਂ ਨੂੰ, ਨੌਜਵਾਨਾਂ ਨੂੰ ਪਸੰਦ ਆ ਗਏ ਤੇ ਅੱਜ ਉਹ ਨੌ ਬਣ ਗਿਆ। ਤੇ ਇਸ ਕਰਕੇ ਮੈਂ ਨਹੀਂ ਸਮਝਦਾ, ਠੀਕ ਆ ਇਹੋ ਜਿਹੇ ਵੀ ਬੰਦੇ ਨੇ। ਧਰਮਿੰਦਰ ਸਾਹਿਬ ਦਾ ਨਾਂ ਇੰਨਾ ਦੁਨੀਆ 'ਚ ਬਣਿਆ, ਸਨੀ ਦਿਓਲ ਨੂੰ ਉਸੇ ਬੰਦੇ ਟਿਕਟ ਮਿਲ ਗਈ, ਉਹਨੇ ਮਿੱਟੀ 'ਚ ਮਿਲਾਤਾ। ਇੱਕ ਵਾਰ ਚਾਂਸ ਮਿਲਿਆ ਏ, ਅਗਲਾ ਕੰਮ ਕਰੂਗਾ, ਪ੍ਰੂਵ ਹੋ ਜਾਣਗੇ। ਤੇ ਨਹੀਂ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਇਸ ਵੇਲੇ, ਉਹ ਵੀ ਨੌਜਵਾਨ ਆ, ਉਹ ਵੀ ਮੈਂ ਸਮਝਦਾ ਛੋਟੀ ਉਮਰ ਆ, 26-27 ਸਾਲ ਦੀ ਉਮਰ ਆ ਹਜੇ ਕੁੱਲ। ਇਸ ਕਰਕੇ ਮੌਕਾ ਦੇਣਾ ਚਾਹੀਦਾ। ਆਪਾਂ ਨਵੀਂ ਸੋਚ ਦੀ ਵੀ ਗੱਲ ਕਰਦੇ ਹਾਂ ਉਸ ਤਰੀਕੇ ਨਾਲ। ਉਹਦਾ ਦੁਨੀਆ ਦੇ ਵਿੱਚ ਉਹਦਾ ਤਜਰਬਾ ਹੈ, ਦੁਨੀਆ ਉਹਨੇ ਦੇਖੀ ਹੋਈ ਆ। ਤੇ ਜਿੱਥੇ ਉਹ ਜਾਂਦਾ, ਜੇ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ੍ਹ ਟਵੀਟ ਤੇ ਜ਼ਿਆਦਾ ਕੰਮ ਚੱਲਦਾ, ਉਹ ਤੇ ਬਾਅਦ ਆਵਾਂਗੇ, ਪਰ ਜਿੰਨਾ ਉਹ ਬੈਕਵਰਡ ਏਰੀਆ ਹੈ, ਉਹਨਾਂ ਦੁਨੀਆ 'ਚ ਉਸ ਬੰਦੇ ਦਾ ਨਾਂ ਆ। ਉਹ ਕਿਸੇ ਵੀ ਬੜੇ, ਦਿੱਲੀ ਤੋਂ ਲੈ ਕੇ ਅਮਰੀਕਾ, ਨਿਊਯਾਰਕ ਤੱਕ ਜਾ ਕੇ ਕਿਸੇ ਨੂੰ ਵੀ ਕਹਿ ਸਕਦਾ ਵੀ ਆ ਕੇ ਭਾਈ ਮੇਰੇ ਕੋਈ ਇੰਡਸਟਰੀ ਲਾਓ ਜਾਂ ਕੋਈ ਨਵਾਂ ਮਾਡਲ ਲੈ ਕੇ ਆਓ ਉੱਥੇ ਮਾਨਸੇ ਜ਼ਿਲ੍ਹੇ 'ਚ, ਤੇ ਉਹਦਾ ਫਾਇਦਾ ਹੋਊਗਾ। ਤੁਸੀਂ ਦੇਖਿਓ। ਹਾਂ, ਜੇ ਕਮੀ ਰਹੇਗੀ, ਹੁਣ ਜਿਵੇਂ ਮੈਂ ਗੱਲ ਕਰਦਾ ਹੁੰਦਾ ਆਪਣੇ ਇਹਨਾਂ ਦੀ, ਮੈਂ ਉੱਥੇ ਚੇਅਰਮੈਨ ਆ, ਜਿਵੇਂ ਜਿਨ੍ਹਾਂ ਦੀ ਸਾਰੇ ਕਿਸੇ ਨੇ ਐਪਲੀਕੇਸ਼ਨ ਦੇਣੀ ਆ, ਮੈਨੂੰ ਛੁੱਟੀ ਦੀ ਲੀਵ ਐਪਲੀਕੇਸ਼ਨ ਜਾਂ ਚੇਅਰਮੈਨ ਐਬਸੈਂਸ ਕਮੇਟੀ ਇੱਕ ਬਣਦੀ ਆ ਪਾਰਲੀਮੈਂਟ, ਜਿਹਦਾ ਚੇਅਰਮੈਨ ਮੈਂ ਆ। ਤੇ ਇੱਕ MP ਆ BSP ਦਾ, ਇੱਕ MP ਜਿਹਨੂੰ ਜੇਲ੍ਹ ਹੋਈ ਆ। ਉਹ ਹਮੇਸ਼ਾ ਜਦੋਂ ਵੀ ਪਾਰਲੀਮੈਂਟ ਦਾ ਪਾਰਲੀਮੈਂਟ ਸ਼ੁਰੂ ਹੁੰਦੀ ਆ, ਉਹਦੀ ਪਹਿਲਾਂ ਹੀ ਜਿਹੜੀ ਐਪਲੀਕੇਸ਼ਨ ਆ ਉਹ ਛੁੱਟੀ ਦੀ ਲੀਵ ਦੀ ਆ ਜਾਂਦੀ ਹੈ, ਕਿਉਂਕਿ ਉਹਨੂੰ ਸਜ਼ਾ ਹੈ। ਉਹਨੂੰ ਯੋਗੀ ਗਵਰਨਮੈਂਟ ਨੇ ਉਹਨੂੰ ਬਾਹਰ ਹੀ ਨਿਕਲ ਦਿੱਤਾ, ਬੇਲ ਹੀ ਨਹੀਂ ਉਹਦੀ ਹੋਣ ਦਿੱਤੀ, ਉਹ ਅੰਦਰ ਹੀ ਆ, ਅੱਜ 3 ਸਾਲ ਤੱਕ ਹੋਣ ਵਾਲੇ ਆ, ਉਹਦੀ ਆ ਜਾਂਦੀ ਹੈ। ਤੇ ਦੂਜੀ ਕਿਹਦੀ ਆਉਂਦੀ ਹੈ ਲੀਵ ਐਪਲੀਕੇਸ਼ਨ ਸਭ ਤੋਂ ਵੱਧ? ਆਪਣੇ ਸਨੀ ਦਿਓਲ ਦੀ। ਇਹ ਕਿਹੜੀ ਜੇਲ੍ਹ 'ਚ ਨੇ? ਕਿਹੜਾ ਲੋਕਾਂ ਦੀ ਆ ਕੇ ਕਿਉਂ ਆਵਾਜ਼ ਨਹੀਂ ਉਠਾਉਂਦੇ? ਔਨ ਰਿਕਾਰਡ ਆ, ਮੈਂ ਕੋਈ ਰਿਕਾਰਡ ਤੋਂ ਬਗੈਰ ਨਹੀਂ ਗੱਲ ਕਰਦਾ। ਮੇਰੇ ਕੋਲ ਹਰ 26 ਦਿਨਾਂ ਦੀ, ਕਿਉਂਕਿ ਇੱਕ ਰੂਲ ਆ ਵੀ ਕੁਛ ਦਿਨਾਂ ਤੱਕ ਜੇ ਤੁਸੀਂ ਪਾਰਲੀਮੈਂਟ 'ਚ ਗੈਰ ਹਾਜ਼ਰ ਰਹਿੰਦੇ ਹੋ, ਜੇ ਕੁਛ ਦਿਨ ਤੁਸੀਂ ਪਾਰਲੀਮੈਂਟ 'ਚ ਗੈਰ ਹਾਜ਼ਰ ਰਹਿੰਦੇ ਹੋ, ਤਾਂ ਤੁਸੀਂ ਆਟੋਮੈਟਿਕਲੀ ਤੁਹਾਡੀ ਐਮਪੀਸ਼ਿਪ ਜਿਹੜੀ ਉਹ ਚਲੀ ਜਾਏਗੀ। ਇਹ ਰੂਲ ਨੇ। ਤੇ ਐਂ ਇੱਕ MP ਜਿਹੜੇ ਨੇ ਜਿਨ੍ਹਾਂ ਨੇ ਵਿੱਚ ਛੱਡੀ ਸੀ, ਉਹ ਆਪਣੇ ਹਮਦਰਦ ਵਾਲੇ ਜਿਹੜੇ ਨੇ ਸਰਦਾਰ ਬਲਜਿੰਦਰ ਸਿੰਘ ਜੀ ਸੀ, ਜਿਨ੍ਹਾਂ ਨੇ ਐਮਪੀਸ਼ਿਪ ਵਿਚਾਲੇ ਅਸਤੀਫਾ ਦੇਤਾ ਸੀ। ਇਹੋ ਜਿਹੇ ਲੋਕ ਬੜੇ ਘੱਟ ਹੁੰਦੇ ਆ। ਤੇ ਪਰ ਜੇ ਗੱਲ ਕਰੀਏ ਸਨੀ ਦਿਓਲ ਦੀ, ਤੇ ਉਹ ਇੱਕ ਜੇਲ੍ਹ 'ਚ MP, ਇੱਕ ਇਹ ਸਨੀ ਦਿਓਲ। ਜੇ ਇਹੋ ਜਿਹੇ ਕੰਮ ਕੋਈ ਆਰਟਿਸਟ ਆ ਕੇ ਜਾਂ ਜਿਹੜਾ ਫੇਮਸ ਬੰਦਾ ਕਰੂਗਾ, ਤੇ ਲੋਕ ਫਿਰ ਆਪਣੇ ਆਪ ਨੂੰ ਸਜ਼ਾ ਦੇ ਦੇਣਗੇ। ਪਰ ਇੱਕ ਵਾਰ ਮੌਕਾ ਜ਼ਰੂਰ, ਜਿਹੜਾ ਇਹ ਕੋਈ ਉੱਥੇ ਸਿਟਿੰਗ MLA ਦੀ ਟਿਕਟ ਨਹੀਂ ਕੱਟੀ, ਕਿਸੇ ਦਾ ਐਸਾ ਕੋਈ ਗੱਲ ਨਹੀਂ ਕੀਤੀ। ਇਸ ਕਰਕੇ ਇੱਕ ਸੀਟ ਸੀ, ਇੱਕ ਤਜਰਬਾ ਕੀਤਾ, ਤੇ ਉਹਨੂੰ ਦੇਖਦੇ ਹਾਂ ਵੀ ਉਹਨੂੰ ਜੇ ਤਾਂ ਉਹਨੂੰ ਫਲ ਲੱਗਣਗੇ ਤੇ ਲੋਕਾਂ ਦਾ ਮੈਂ ਸਮਝਦਾ ਫਾਇਦਾ ਹੋਊਗਾ। ਜੇ ਆਪਾਂ ਮਾੜੀ ਗੱਲ ਪਹਿਲਾਂ ਕਰੀਏ ਕਿਉਂ? ਕਿਉਂਕਿ ਉਹ ਇੱਕ ਆਮ ਘਰ ਦਾ ਮੁੰਡਾ ਏ। ਮੈਂ ਇਸ ਕਰਕੇ ਗੱਲ ਕੀਤੀ। ਅੱਜ ਉਹ ਬੜਾ ਰੇਂਜ ਰੋਵਰ ਦਿਖਦੀ ਆ, ਅੱਜ ਉਹਦੇ ਨਾਲ ਗਨਮੈਨ ਦਿਖਦੇ ਆ। ਗੱਲ ਕੁਛ ਵੀ ਨਹੀਂ, 5 ਸਾਲ ਪਹਿਲਾਂ ਉਹਦਾ ਇਤਿਹਾਸ ਦੇਖ ਲਓ, ਉਹਦੇ ਕੋਲ ਉਹੀ ਘਰ ਸੀ। ਅੱਜ ਉਹਨੇ ਪਿਓ ਨੂੰ ਕਿਹਾ ਵੀ ਲੈ ਵੀ ਭਾਈ ਮੈਂ ਪੈਸੇ ਕਮਾ ਲਏ, 50 ਕਿੱਲੇ ਜ਼ਮੀਨ ਲੈ ਲਾ, ਕੋਠੀ ਪਾ ਲਾ, 59-11 ਲੈ ਲਾ, ਹੋਰ ਲੈ ਲਾ। ਇਹੋ ਜਿਹੀਆਂ ਗੱਲਾਂ ਤਾਂ ਹੁਣ ਚੱਲਦੀਆਂ। ਅੱਛਾ, ਟਿਕਟਾਂ ਵਾਲੇ ਮੁੱਦੇ ਦੇ ਉੱਤੇ 2 ਸਵਾਲ ਹੋਰ ਨੇ। ਪਹਿਲਾ ਸਵਾਲ ਇਹ ਹੈਗਾ ਕਿ ਜਿੰਨੀਆਂ ਟਿਕਟਾਂ ਵੰਡੀਆਂ ਗਈਆਂ, ਉਹਦੇ 'ਚੋਂ ਸਿਰਫ 10% ਔਰਤਾਂ ਨੂੰ, ਮਹਿਲਾਵਾਂ ਨੂੰ ਟਿਕਟਾਂ ਮਿਲੀਆਂ। ਦੇਖੋ, ਇਹ ਗੱਲ ਹਮੇਸ਼ਾ ਹੀ ਆਉਂਦੀ ਆ। ਹੁਣ ਆਪਾਂ ਇੱਕ ਫੈਸਲਾ ਆਪਾਂ ਸਰਪੰਚੀ 'ਤੇ ਕਰਤਾ, 33%। ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ ਆ ਕੇ ਕਮਾਲ ਹੀ ਕਰਤੀ। ਉਹਨਾਂ ਦੀ ਇਸ ਗੱਲ 'ਚ ਤਾਕਤ, ਕਿਉਂਕਿ ਸਟੇਟ ਦੀ ਉਹਨਾਂ ਨੇ ਜਿਹੜਾ 50% ਜਿਹੜਾ ਹੈ ਉਹ ਕਾਰਪੋਰੇਸ਼ਨ 'ਚ ਜਾਂ ਸਰਪੰਚੀ 'ਚ ਇਹ ਫੈਸਲਾ ਉਹਨਾਂ ਨੇ ਲੈ ਆਂਦਾ। ਹੁਣ ਇਹ ਫੈਸਲਾ ਤਾਂ ਜਾਂ ਤਾਂ ਪਾਰਲੀਮੈਂਟ ਦੇ ਵਿੱਚ ਹੋਵੇ, ਵੂਮੈਨ ਰਿਜ਼ਰਵੇਸ਼ਨ ਬਿੱਲ ਆ, ਤੁਹਾਨੂੰ ਪਤਾ ਹਮੇਸ਼ਾ ਪਾਰਲੀਮੈਂਟ 'ਚ ਰੌਲਾ ਪੈਂਦਾ, ਗੱਲ ਹੁੰਦੀ ਆ ਵੀ ਉਹ ਬਿੱਲ ਕਿਉਂ ਨਹੀਂ ਲੈ ਕੇ ਆਉਂਦੇ। ਚਾਹੇ ਕਾਂਗਰਸ ਸਰਕਾਰ ਸੀ, ਉਹ ਤਾਂ UPA ਦੀ ਗੱਲ ਸੀ। ਉਦੋਂ ਬਾਅਦ ਹੁਣ ਤੁਹਾਨੂੰ ਪਤਾ ਦੂਜੀ ਵਾਰ NDA ਆ ਗਈ, ਸੈਕਿੰਡ ਆ, ਜਿਹੜਾ ਕਿ ਉਸ ਬਿੱਲ ਨੂੰ ਕੋਈ ਛੇੜਦਾ ਨਹੀਂ, ਉੱਥੇ ਦਾ ਉੱਥੇ ਪਿਆ ਉਹ। ਦੂਜੀ ਗੱਲ ਇਹ ਆ ਵੀ ਜਿਹੜੀਆਂ ਮੈਂ ਸਮਝਦਾ ਕੰਮ ਕਰਨ ਵਾਲੀਆਂ ਲੇਡੀਜ਼ ਨੇ, ਉਹਨਾਂ ਨੂੰ ਟਿਕਟ ਤਾਂ ਜਿਹੜੇ ਪਾਰਟੀ ਇਗਨੋਰ ਕਰ ਹੀ ਨਹੀਂ ਸਕਦੀ, ਜਿੱਥੇ ਉਹ ਤਕੜੇ ਆ ਦੇਣੀ ਆ। ਪਰ ਜਿਹੜਾ ਇੱਕ ਗੱਲ ਹੋਰ ਆਉਂਦਾ ਹੈ ਵੀ ਜਦੋਂ ਲੇਡੀਜ਼ ਦੀ ਵੀ ਗੱਲ ਹੋ ਜਾਂਦੀ ਆ, ਪਾਰਟੀਆਂ ਕਈ ਵਾਰ ਕਿਸੇ ਦੇ ਹਸਬੈਂਡ ਨੂੰ, ਕਿਸੇ ਦੀ ਲੜਕੀ ਨੂੰ, ਕਿਸੇ ਦੀ ਭੈਣ ਨੂੰ, ਉੱਥੇ ਆਹ ਕੰਮ ਵੀ ਹੋ ਜਾਂਦਾ। ਇਸ ਕਰਕੇ ਇਹਦੇ ਵਿੱਚ ਹਜੇ ਬਹੁਤ ਕੰਮ ਕਰਨ ਵਾਲਾ ਹੈ। ਜੇ ਮੈਂ ਇਹ ਗੱਲ ਕਹਾਂ ਵੀ ਇਹ ਕਮੀ ਨਹੀਂ ਗੀ, ਤਾਂ ਉਹ ਗੱਲ ਮੇਰੀ ਕਹਿਣਾ ਝੂਠ ਹੋਊਗੀ। ਇਹ ਤਾਂ ਕੁਛ ਵੀ ਨਹੀਂ ਗਿਆ। ਜਿਹੜੀਆਂ 9 ਟਿਕਟਾਂ ਨੇ, ਜਿਹੜੇ ਸਿਆਸੀ 'ਚੋਂ ਪਰਸੈਂਟੇਜ ਘੱਟੋ ਘੱਟ 20 ਟਿਕਟਾਂ ਦੀ ਹੋਣੀ ਚਾਹੀਦੀ ਆ। ਪਰ ਮੈਂ ਇਸ ਗੱਲ 'ਤੇ ਜ਼ਿਆਦਾ ਬੋਲ ਨਹੀਂ ਸਕਦਾ, ਕਿਉਂਕਿ ਜੇ ਮਾੜੀ ਮੋਟੀ ਵੀ ਕੋਈ ਗੱਲ ਐਸੀ ਹੋ ਜੇ
ਇਹਦੇ ਰਿਐਕਸ਼ਨ ਐਕਸ਼ਨ ਬੜੇ ਹੋ ਸਕਦੇ ਆ। ਤੇ ਇਸ ਕਰਕੇ ਸਾਨੂੰ ਪਾਰਟੀ ਨੂੰ ਹੀ ਅੱਜ ਅਸੀਂ ਇਹ ਕਹਿ ਦਿੰਦੇ ਆ ਵੀ ਇੱਥੇ ਤਾਂ ਜੀ ਫਲਾਨਾ ਸਿੰਘ ਜਿੱਤੂਗਾ, ਫਲਾਨੀ ਕੌਰ ਨਹੀਂ ਜਿੱਤ ਸਕਦੀ। ਬਿਲਡ ਕਿਹਨੇ ਕਰਨਾ ਹੈ? ਉਹ ਅਸੀਂ ਕਰਨਾ ਹੈ, ਅਸੀਂ ਮਤਲਬ ਪਾਰਟੀਆਂ ਨੇ ਕਰਨਾ ਹੈ। ਉਹ ਅਸੀਂ ਕਰਦੇ ਨਹੀਂਗੇ। ਜਦੋਂ 5 ਸਾਲ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਤੇ ਫਿਰ ਉਸ ਤੋਂ ਬਾਅਦ ਆਪਣੇ ਆਪ ਹੀ ਹੋਣਾ ਹੈ ਵੀ ਉਹ ਆਪ ਕਿੱਥੋਂ ਤਕੜੀਆਂ ਹੋ ਜਾਣਗੀਆਂ। ਚੰਨੀ ਸਾਹਿਬ ਦੇ ਬ੍ਰਦਰ ਵੀ ਬੜੀ ਮੁਖਾਲਫਤ ਦੇ ਵਿੱਚ ਉਤਰੇ ਹੋਏ, ਉਹ ਕਹਿੰਦੇ ਮੈਂ ਆਜ਼ਾਦ ਲੜਾਂਗਾ। ਹੁਣ ਉਹਨਾਂ ਨੂੰ ਉਮੀਦ ਸੀਗੀ ਕਿ ਟਿਕਟ ਮਿਲੇਗੀ, ਚੋਣਾਂ 'ਚ ਉਤਰਾਂਗਾ, ਮੈਦਾਨ ਫਤਿਹ ਕਰਾਂਗਾ, ਲੇਕਿਨ ਹੁਣ ਮੁਖਾਲਫਤ ਦੇ ਵਿੱਚ ਹੈ। ਹਾਂ, ਤੁਸੀਂ ਕਹੋਗੇ ਵੀ ਤੂੰ ਕਹਿ ਦੇਣਾ ਹਰੇਕ ਨਾਲ ਰਿੱਜੀ ਰਿਸ਼ਤਾ, ਕਿਉਂਕਿ ਮੈਂ ਵੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਿਹਾ ਤੇ ਚੰਨੀ ਸਾਹਿਬ ਮੇਰੇ MLA ਰਹੇ ਨੇ ਚਮਕੌਰ ਸਾਹਿਬ ਤੋਂ, ਤੇ ਮੇਰੇ ਡਾਕਟਰ ਸਾਹਿਬ ਨਾਲ ਵੀ ਕਿਉਂਕਿ ਛੋਟੇ ਭਰਾ ਨੇ, ਉਹਨਾਂ ਨਾਲ ਵੀ ਬੜੇ ਨਿੱਜੀ ਸੰਬੰਧ ਨੇ। ਇਸ ਵਾਰ ਉਹ ਪਹਿਲਾਂ ਵੀ ਇਹ ਗੱਲ ਕਹਿ ਰਹੇ ਸੀ ਵੀ ਮੈਂ ਬਿੱਟੂ ਸੇਵਾ ਕਰ ਰਿਹਾ। ਜਦੋਂ ਚਰਨਜੀਤ ਚੰਨੀ ਜੀ ਜੇ ਮੁੱਖ ਮੰਤਰੀ ਬਣ ਗਏ ਤਾਂ ਮੇਰਾ ਇਸ ਗੱਲ 'ਚ ਕਿਉਂ ਨੁਕਸਾਨ ਹੋਵੇ? ਵੀ ਮੇਰੇ ਇਸ ਕਰਕੇ ਵੀ ਚੰਨੀ ਸਾਹਿਬ ਮੁੱਖ ਮੰਤਰੀ ਨੇ ਤੇ ਮੈਂ ਉਹਨਾਂ ਦਾ ਭਰਾ ਏ ਤੇ ਮੇਰਾ ਨੁਕਸਾਨ ਹੋ ਜੇ, ਮੈਨੂੰ ਨਾ ਇਸ ਕਰਕੇ ਵੀ 2 ਟਿਕਟਾਂ ਫੈਮਿਲੀ 'ਚ ਨਹੀਂ ਦੇਣੀਆਂ ਜਾਂ ਨਹੀਂ ਇਹ ਹੋ ਸਕਦਾ। ਉਹ ਗੱਲ ਇਹ ਗੱਲ ਉਹ ਪਹਿਲਾਂ ਦੇ ਕਰ ਰਹੇ ਸੀ, ਉਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਵੀ ਪਤਾ ਨਹੀਂ ਸੀ, ਪਰ ਉਹਨਾਂ ਦੇ ਸਰਵੇ ਵੀ ਹੋਏ, ਸਭ ਕੁਝ ਹੋਏ। ਪਰ ਜਦੋਂ ਹੁਣ ਇਹ ਫੈਸਲਾ ਪਾਰਟੀਆਂ 'ਚ ਵੱਡੇ ਲੈਵਲ ਤੇ ਹੋ ਜਾਂਦਾ ਏ ਫਿਰ ਉਸ ਚੀਜ਼ਾਂ 'ਚ ਤੁਹਾਡੇ ਮੂਹਰੇ ਹੀ ਰਿਜ਼ਲਟ ਮੈਨੂੰ ਲੱਗਦਾ ਅੱਜ ਉਹਨੇ ਫੈਸਲਾ। ਪਰ ਮੇਰੀ ਇੱਕ ਉਹਨਾਂ ਨੂੰ ਭਰਾ ਹੋਣ ਨਾਤੇ ਇਹ ਆ ਵੀ ਘਰ 'ਚ ਚੀਫ ਮਿਨਿਸਟਰੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਬੜਾ ਵੱਡਾ ਇੱਕ ਆਮ ਪਰਿਵਾਰ, ਜਿਹੜੇ ਸਾਡੇ ਵਰਗੇ ਸਾਰੇ ਆਮ ਪਰਿਵਾਰ ਹੀ ਨੇ ਜਿਹੜੇ ਵੀ ਚੀਫ ਮਿਨਿਸਟਰ ਬਣੇ ਆ। ਮੈਂ ਆਪਣੇ ਘਰ ਦੀ ਗੱਲ ਕਰਾਂ, ਬੜਾ ਵੱਡਾ ਮੌਕਾ ਮਿਲਿਆ ਹੈ ਤੇ ਥੋੜ੍ਹਾ ਬਹੁਤਾ ਹਜੇ ਵੀ ਮੈਂ ਸਮਝਦਾ ਉਹਨਾਂ ਨੂੰ ਦੁਬਾਰਾ ਵਿਚਾਰ ਕਰ ਲੈਣਾ ਚਾਹੀਦਾ। ਬਾਕੀ ਨਹੀਂ, ਆਪਣੀ ਆਪਣੀ ਨਿੱਜੀ ਜ਼ਿੰਦਗੀ ਹੈ ਹਰੇਕ ਦੀ, ਪਰ ਮੈਂ ਇਹ ਸਮਝਦਾ ਵੀ ਉਹਨਾਂ ਦਾ ਨੁਕਸਾਨ ਨਹੀਂ ਮੈਂ ਕਹੂੰਗਾ, ਪਰ ਪਾਰਟੀ ਨੇ ਜਦੋਂ ਫੈਸਲਾ ਇਹ ਕਰ ਲਿਆ ਵੀ ਸਕੇ ਭਰਾਵਾਂ ਨੂੰ ਜਾਂ ਪਰਿਵਾਰ 'ਚ ਇੱਕ ਟਿਕਟ ਦੇਣੀ ਆ, ਮੈਨੂੰ ਲੱਗਦਾ ਉਹਦੇ ਕਰਕੇ ਕਿਤੇ ਪਾਰਟੀ ਨੇ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ। ਨਹੀਂ, ਐਸੀ ਕੋਈ ਗੱਲ ਨਹੀਂ ਸੀ। ਉੱਥੇ GP ਵੀ ਸਾਡਾ ਮੇਰੇ ਨਾਲ, ਅਸੀਂ ਇਕੱਠੇ ਪੜ੍ਹੇ ਤੇ ਹੁਣ ਤੱਕ, ਕਿਉਂਕਿ ਕਾਂਗਰਸ ਹੀ ਦੁਬਾਰਾ 1992 ਤੇ ਬਣੀ ਆ। ਉਹਨਾਂ ਨੂੰ ਇਹ ਗੱਲ ਸਮਝਣ 'ਚ ਪਰੇਸ਼ਾਨੀ ਕਿਉਂ ਹੋ ਰਹੀ ਹੈ? ਜੇ ਪਾਰਟੀ ਦਾ ਇਹ ਫੈਸਲਾ ਸੀਗਾ ਕਿ ਇੱਕ ਪਰਿਵਾਰ 'ਚ 2 ਸੀਟਾਂ ਨਹੀਂ ਦੇਣੀਆਂ ਤੇ ਉਹ ਇਸ ਚੀਜ਼ ਨੂੰ ਆਸਾਨੀ ਦੇ ਨਾਲ ਸਮਝ ਵੀ ਸਕਦੇ। ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਨਾ ਕਿ ਜੇ GP ਨੂੰ ਮਿਲ ਗਈ ਤਾਂ ਸ਼ਾਇਦ ਚੰਗੀ ਗੱਲ ਹੈਗੀ ਹੈ। GP ਕਿਹੜਾ ਕੋਈ ਟਾਟਾ ਬਿਰਲਾ ਏ? ਅਸੀਂ 1990 89 ਕਹਿ ਲਓ, ਅਸੀਂ ਇਕੱਠੇ ਮੋਹਾਲੀ ਤੋਂ ਸਕੂਲ ਪੜ੍ਹਨ ਗੁਰਕੀਰਤ, ਉਹ ਅਸੀਂ ਇਕੱਠੇ ਸਾਈਕਲਾਂ ਤੇ ਆਉਂਦੇ ਸੀ। ਪੁੱਛ ਲਿਓ ਕਦੇ, ਅਸੀਂ ਸਾਡੇ ਨਾਲ ਰਹਿ ਕੇ ਫਿਰ ਚਲੋ CM ਬਣ ਗਏ ਸਰਦਾਰ ਬੇਅੰਤ ਸਿੰਘ ਜੀ, ਪੋਲੀਟਿਕਸ ਨਾਲ ਸਾਡੇ ਉਹਨਾਂ ਨੇ ਸਿੱਖੀ ਕੀਤੀ, ਫਿਰ ਕਾਉਂਸਲਰ ਬਣ ਗਏ। ਇੱਕ ਆਮ ਬੰਦਾ GP ਆ ਜਿਹੜਾ, ਉਹਨੂੰ ਵੀ ਟਿਕਟ ਮਿਲੀ ਹੈ। ਵੈਸੇ ਚੰਨੀ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਬ੍ਰਦਰ ਨੂੰ ਮਿਲੇ ਟਿਕਟ? ਦੇਖੋ, ਅੰਦਰਲੀ ਗੱਲ ਤਾਂ ਮੈਂ ਕਹਿ ਨਹੀਂ ਸਕਦਾ, ਪਰ ਚੰਨੀ ਸਾਹਿਬ ਕੋਸ਼ਿਸ਼ ਹੀ ਕਿਵੇਂ ਕਰ ਸਕਦੇ ਸੀ ਜਦੋਂ ਇਹ ਗੱਲ ਆ ਗਈ ਵੀ ਟਿਕਟ ਹੀ ਨਹੀਂ ਦੇਣੀ ਦੋਵਾਂ ਨੂੰ? ਤੇ ਫਿਰ ਉਹ ਜੇ ਚੀਫ ਮਿਨਿਸਟਰ ਉਸ ਗੱਲ ਦਾ ਕ੍ਰਾਈਟੇਰੀਆ ਦਾ ਉਲੰਘਣਾ ਕਰੇ ਗਿਆ ਤੇ ਬਾਕੀ ਕੀ ਕਰਨਗੇ? ਇਸ ਕਰਕੇ ਉਹ ਇਸ ਗੱਲ ਤੇ ਮਤਲਬ ਅੰਦਰਲੀ ਗੱਲ ਕੋਈ ਹੈਗੀ ਵੀ ਹੈ ਜਿਹੜੀ ਤੁਹਾਨੂੰ ਨਹੀਂ ਪਤਾ? ਨਹੀਂ, ਅੰਦਰਲੀ ਗੱਲ ਕੋਈ ਹੈ ਹੀ ਨਹੀਂ ਗੀ। ਅੱਛਾ, ਤੁਸੀਂ ਮੈਨੂੰ ਦੱਸੋ ਨਾ, ਇੱਕ GP ਸਿਟਿੰਗ MLA, ਦੂਜੀ ਗੱਲ ਪਾਰਟੀ ਟਿਕ ਦੇਣੀ ਆ, ਤੇ ਇੱਕ ਚੀਫ ਮਿਨਿਸਟਰ ਲਈ ਕ੍ਰਾਈਟੇਰੀਆ ਕਿਵੇਂ ਬਦਲ ਸਕਦਾ ਸੀ? ਤੇ ਚੰਨੀ ਜੀ ਜੇ ਉਹ ਆਪਣੇ ਆਪ ਨੂੰ ਇੱਕ ਕੀ ਕਹਿੰਦੇ ਆ ਉਹ ਨਹੀਂ ਰੱਖਣਗੇ, ਜਿਹੜਾ ਪੈਮਾਨਾ ਬਣਿਆ ਉਹਦੇ ਉੱਤੇ ਤਾਂ ਮੁੱਖ ਮੰਤਰੀ ਹੈ ਨਾ ਸਭ ਤੋਂ, ਜੇ ਉਹ ਗੱਲ ਨੂੰ ਤੋੜਨਗੇ ਤੇ ਇਸ ਕਰਕੇ ਉਹ ਗੱਲ ਮਤਲਬ ਉਸ ਆਪਣੀ ਪਾਰਟੀ ਦੇ ਲਈ ਉਹ ਬੰਨੇ ਹੋਏ ਸੀ ਉਸ ਗੱਲ 'ਚ। ਪਰ ਇਸ ਗੱਲ 'ਚ ਪਰਿਵਾਰ 'ਚ ਫਰਕ ਨਹੀਂ ਪੈਣਾ ਚਾਹੀਦਾ। ਵੱਡੀ ਗੱਲ ਇਹ ਆ, ਇਸ ਗੱਲ ਨੂੰ ਜਿਹੜਾ ਹੈ ਉਹ ਦੇਖਦੇ ਆ ਕਿਵੇਂ ਠੀਕ ਕੀਤਾ ਜਾ ਸਕਦਾ। ਟਿਕਟਾਂ ਵਾਲੇ ਮੁੱਦੇ ਤੇ ਆਖਰੀ ਸਵਾਲ ਆ ਮੇਰਾ, ਸਾਨੇਵਾਲ ਨੂੰ ਬੜਾ ਹੌਟ ਸੀਟ ਮੰਨਿਆ ਜਾ ਰਿਹਾ, ਉੱਥੇ ਵੀ ਤਰ੍ਹਾਂ ਦੀਆਂ ਦਾਅਵੇਦਾਰੀਆਂ ਹੈਗੀਆਂ। ਲੱਕੀ ਸੰਧੂ ਹੈਗੇ ਆ, ਮਨਵੀਰ ਸੱਭਰਵਾਲ ਹੈਗੇ ਆ, ਫਿਰ ਬਿੱਟੀ ਜੀ ਹੈਗੇ ਆ। ਲੱਕੀ ਸੰਧੂ ਨੇ ਤਾਂ ਇੱਥੋਂ ਤੱਕ ਇਹ ਕਹਿ ਦਿੱਤਾ ਕਿ ਰਵਨੀਤ ਬਿੱਟੂ ਜੀ ਪਿੱਛੇ ਅਸੀਂ ਦਿੱਲੀ ਵੀ ਗਏ ਜਦੋਂ ਕਿਸਾਨੀ ਅੰਦੋਲਨ ਚੱਲਦਾ ਪਿਆ ਸੀਗਾ, ਟਰੈਕਟਰ ਵੀ ਸਾੜਿਆ ਸੀ, ਤੇ ਉਹਨੂੰ ਉਮੀਦ ਕਰਦੇ ਪਏ ਆ ਕਿ ਹਾਂ ਮੈਂ ਬਹੁਤ ਪੈਸਾ ਵੀ ਖਰਚਿਆ ਹੈਗਾ, ਆਪਣੀ ਜ਼ਮੀਨ ਜਾਇਦਾਦ ਵੀ ਵੇਚੀ, ਗੱਡੀਆਂ ਆਪਣੀਆਂ ਪਰਸਨਲ ਵੇਚੀਆਂ, ਤੇ ਉਮੀਦ ਕਰਦੇ ਕਿ ਹੁਣ ਟਿਕਟ ਉਹਨਾਂ ਨੂੰ ਮਿਲੇ। ਦੇਖੇ, ਇਹੋ ਜਿਹੀਆਂ ਦਾਅਵੇਦਾਰੀਆਂ ਬਹੁਤ ਹੈਗੀਆਂ। ਇਹ ਸਾਰੇ ਹੀ ਕਿਉਂਕਿ ਮੈਂ ਜਿਹੜੀ ਯੂਥ ਕਾਂਗਰਸ ਪਹਿਲਾਂ ਵੀ ਸੀ, ਪਰ ਯੂਥ ਕਾਂਗਰਸ 2008 ਤੋਂ ਡਿਫਰੈਂਟ ਯੂਥ ਕਾਂਗਰਸ ਆਈ, ਕਿਉਂਕਿ ਰਾਹੁਲ ਗਾਂਧੀ ਨੇ ਇੱਕ ਇਲੈਕਸ਼ਨ ਵਾਲਾ ਕੰਮ, ਟੈਲੀਫੋਨ ਵਾਲਾ ਤਾਂ ਬਾਅਦ ਚ ਆਵਾਂਗੇ, ਭਗਵੰਤ ਮਾਨ ਵਾਲਾ ਤਾਂ ਜਾਲੀ ਕੰਮ ਆ ਨਾ ਕੇਜਰੀਵਾਲ ਵਾਲਾ। ਸਾਡੇ 2008 'ਚ ਰਾਹੁਲ ਗਾਂਧੀ ਜਦੋਂ ਆਏ ਸੀ
ਉਹਨਾਂ ਨੇ ਕਿਹਾ ਵੀ ਜਿਹੜਾ ਵੀ ਯੂਥ ਕਾਂਗਰਸ ਦਾ ਪ੍ਰਧਾਨ ਬਣੇਗਾ, ਚਾਹੇ ਉਹ ਉਦੋਂ ਬਲਾਕ ਸੀ, ਜ਼ਿਲ੍ਹਾ ਸੀ ਤੇ ਸਟੇਟ ਸੀ, ਹੁਣ ਕੀ ਕਰਤਾ ਸੀ, ਵਿਧਾਨ ਸਭਾ ਕਰਤਾ ਸੀ ਤੇ ਪਾਰਲੀਮੈਂਟ ਹਲਕਾ ਕਰਤਾ ਸੀ ਤੇ ਫਿਰ ਸਟੇਟ ਕਰਤੀ ਸੀ, ਫਿਰ ਦੁਬਾਰਾ ਬਦਲਿਆ। ਉਹ 'ਚ ਸਾਰੇ ਪਹਿਲਾਂ ਘਰ ਘਰ ਜਾ ਕੇ ਨੌਜਵਾਨ ਵੋਟ ਬਣਾਉਂਦੇ ਆ। ਇਹ ਲੱਕੀ ਸੰਧੂ ਵੀ ਉਸ ਦਾ ਹਿੱਸਾ ਹੈ। ਇਹ ਚੌਥੀ ਜਗ੍ਹਾ ਨੇ, ਉਦੋਂ ਬਾਅਦ ਚੌਥੇ ਪ੍ਰਧਾਨ ਨੇ ਜਿਹੜੇ ਹੁਣ ਆਪਣੇ ਆਹ ਢਿੱਲੋਂ ਸਾਹਿਬ। ਇਹ ਡੈਲੀਗੇਟ ਬਣਦੇ ਆ, ਫਿਰ ਡੈਲੀਗੇਟ ਬਣ ਕੇ ਫਿਰ ਉਹ ਵੋਟ ਪਾਉਂਦੇ ਆ ਵਿਧਾਨ ਸਭਾ ਪ੍ਰਧਾਨ ਵੀ ਕੌਣ ਖੜਾ ਹੋਵੇ, ਫਿਰ ਉਹ ਬਣਾਉਂਦੇ ਜ਼ਿਲ੍ਹਾ ਪ੍ਰਧਾਨ 'ਚ ਕੌਣ ਖੜਾ ਹੋਵੇ ਤੇ ਸਟੇਟ ਪ੍ਰੈਜ਼ੀਡੈਂਟ। ਐ ਵੋਟਾਂ ਪੈਂਦੀਆਂ। ਉਹਦੇ ਵਿੱਚੋਂ ਇਹ ਨੌਜਵਾਨ ਨਿਕਲੇ ਹੋਏ ਆ, ਕੋਈ ਸਿਫਾਰਸ਼ੀ ਕਿਸੇ ਚਿੱਠੀ 'ਚੋਂ ਨਹੀਂ ਨਿਕਲੇ ਹੋਏ। ਪਹਿਲੀ ਗੱਲ ਤਾਂ ਇਹਨਾਂ 'ਚ ਫਰਕ ਆ। ਤੇ ਪਹਿਲੀ ਵਾਰ ਪਹਿਲਾਂ ਕੋਈ ਟਿਕਟਾਂ ਨਹੀਂ ਮਿਲਦੀਆਂ ਸੀ, ਕੋਈ ਕੁਛ ਨਹੀਂ ਹੁੰਦਾ ਸੀ। ਠੀਕ ਆ, ਕਿਸੇ ਵੇਲੇ ਯੂਥ ਕਾਂਗਰਸ ਦੇ ਪ੍ਰਧਾਨ ਬਿੱਟਾ ਜੀ ਵੀ ਰਹੇ, ਕਿਸੇ ਵੇਲੇ ਡਿੰਪਾ ਜੀ ਵੀ ਰਹੇ। ਇਹ ਬੜੇ ਵੱਡੇ ਨਾਂ ਨੇ ਹੋਰ ਵੀ ਜਿਹੜੇ ਪ੍ਰਧਾਨ ਰਹੇ ਨੇ, ਵਿਜੇਂਦਰ ਸਿੰਗਲਾ ਪ੍ਰਧਾਨ ਰਹੇ। ਇਹ ਇਹੋ ਜਿਹੇ ਲੋਕ ਪ੍ਰਧਾਨ ਬਣੇ ਆ ਯੂਥ ਕਾਂਗਰਸ 'ਚ ਨਿਕਲ ਕੇ ਸਾਰੇ ਇਹ ਬਣੇ ਹੋਏ ਨੇ। ਚਾਹੇ ਪਵਨ ਬੰਸਲ ਜੀ ਲਾ ਲਓ, ਇਹ ਵੀ ਕਿਸੇ ਵੇਲੇ ਯੂਥ ਕਾਂਗਰਸ ਦੇ ਪ੍ਰਧਾਨ ਸੀ। ਮਨੀਸ਼ ਤਿਵਾੜੀ ਜੀ ਚਲੋ IYC ਦੇ ਪ੍ਰਧਾਨ ਸੀ, ਨਿਕਲੇ ਸਭ ਇੱਥੋਂ ਹੀ ਨੇ। ਚਾਹੇ ਪ੍ਰਤਾਪ ਬਾਜਵਾ ਜੀ ਸੀ, ਉਹ ਪ੍ਰਧਾਨ ਰਹੇ। ਤੇ ਇਸ ਕਰਕੇ ਮੈਂ ਇਹ ਗੱਲ ਕਰ ਰਿਹਾ ਸੀ ਵੀ ਜਿਹੜੀ ਤੁਸੀਂ ਸਪੈਸੀਫਿਕ ਸਾਹਨੇਵਾਲ ਦੀ ਗੱਲ ਕੀਤੀ ਹੈ, ਸਾਹਨੇਵਾਲ ਇੱਕ ਬੜੀ ਜਿਹੜਾ ਅਕਾਲੀ ਦਲ ਦੇ ਜਿਹੜੇ ਉੱਥੋਂ ਮੰਤਰੀ ਵੀ ਰਹੇ ਆ 2 ਵਾਰ, ਸ਼ਰਨਜੀਤ ਢਿੱਲੋਂ, ਬੜੇ ਮਜ਼ਬੂਤ ਦਾਅਵੇਦਾਰ ਨੇ। ਪਿਛਲੀ ਵਾਰ ਕੀ ਹੋਇਆ, ਪਿਛਲੀ ਵਾਰ ਬਿੱਟੀ ਜੀ ਤਾਂ ਉਸ ਵੇਲੇ ਉਰੇ ਨਹੀਂ ਸੀ ਤੇ NRIਆਂ ਦੇ ਬਹੁਤ ਵੱਡਾ ਇੱਕ ਹਿੱਸਾ ਸੀ। ਤੁਹਾਨੂੰ ਯਾਦ ਆ ਪਿਛਲੀ ਵਾਰ ਇੱਕ NRIਆਂ ਦਾ ਬਹੁਤ ਵੱਡਾ ਰੋਲ ਸੀ ਪੰਜਾਬ 'ਚ। ਇਸ ਵਾਰ ਤਾਂ ਕਿਤੇ NRI, ਕਰੋਨਾ ਵੀ ਆ ਗਿਆ, ਪਰ ਉਹ ਆਮ ਆਦਮੀ ਦੀ ਜ਼ਿਆਦਾ ਮਦਦ ਕਰਕੇ ਉਹ ਇਸ ਵੇਲੇ ਬੈਕਫੁੱਟ ਤੇ ਹੋਏ ਆ ਵੀ ਯਾਰ ਅਸੀਂ ਜਦੋਂ ਵੀ ਕਰਦੇ ਆ ਕੋਈ ਨਾ ਕੋਈ ਉਹਦਾ ਫੈਸਲਾ, ਮਤਲਬ ਉਹ ਮਹਿਸੂਸ ਠੱਗੇ ਹੋਏ ਆਪਣੇ ਆਪ ਨੂੰ ਕਰਦੇ ਆ, ਜਿਹੜਾ ਇਸ ਵਾਰ ਉਹ ਪਿੱਛੇ ਰਹੇ ਆ। ਤੇ ਉਹਨਾਂ ਨੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੁਣੀ ਬਾਹਰ ਗਏ ਹੋਏ ਸੀ ਆਪਣੇ ਟੂਰ ਤੇ ਉੱਥੇ ਬਿੱਟੀ ਜੀ ਦਾ ਬਹੁਤ ਵੱਡੀ ਭਾਰੀ ਸਪੋਰਟ 'ਚ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਕਿਉਂ ਨਾ ਟਿਕਟ, ਚਲੋ ਉੱਥੇ ਟਿਕਟ ਮਿਲ ਗਈ, ਆ ਕੇ ਟਿਕਟ ਲੜੇ। ਹਜੇ ਵੀ ਫੈਸਲਾ ਟਿਕਟ ਦਾ ਹੋਣਾ ਹੈ, ਪਰ ਉੱਥੇ ਇਸ ਵੇਲੇ ਸਾਨੂੰ ਬਹੁਤ ਮਜ਼ਬੂਤ ਕੈਂਡੀਡੇਟ, ਪਰ ਇਹ 'ਚ ਕੋਈ ਸ਼ੱਕ ਨਹੀਂ। ਪਰ ਮੈਂ ਲੱਕੀ ਵੀ ਸਾਡੇ ਮੇਰੇ ਗ੍ਰੈਂਡਫਾਦਰ ਨਾਲ ਇਹਨਾਂ ਦੇ ਪਿਤਾ ਜੀ ਹੋਣੀ ਇੱਕ ਮਿਹਨਤ ਕਰਕੇ ਇੱਕ ਢਾਬੇ ਤੋਂ ਇੱਕ ਹੋਟਲ ਬਣਾਇਆ, ਹੋਟਲ ਤੋਂ ਵਧੀਆ ਅੱਜ ਵੱਡਾ ਹੋਟਲ ਬਣਿਆ ਹੋਇਆ। ਮਿਹਨਤ ਕਰਦੇ ਆ ਸਾਰੇ ਪਿਓ ਪੁੱਤ, 2 ਬੇਟੇ ਨੇ ਤੇ ਮਿਹਨਤ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਬਣਾਇਆ। ਪਰ ਇੱਕ ਗੱਲ ਮੈਂ ਜ਼ਰੂਰ ਨਾਲ ਦੀ ਨਾਲ ਕਹੂੰਗਾ, ਠੀਕ ਆ, ਪਰ ਜਿਹੜੀ ਸਿਆਸਤ ਆ ਨਾ, ਸਿਆਸਤ ਥੋੜੇ ਠਰਮੇ ਦੀ ਆ। ਸਿਆਸਤ ਥੋੜੇ ਜਿਹਾ ਮਤਲਬ ਆਪਣੇ ਜਿਹੜੇ ਇਰਾਦੇ ਮਜ਼ਬੂਤ ਰੱਖੋ। ਇਹ ਸਾਰੇ ਨਵਜੋਤ ਸਿੰਘ ਸਿੱਧੂ ਤੋਂ ਤਾਂ ਨਹੀਂ ਗਿਆਨ ਲੈ ਰਹੇ ਜਿਸ ਤਰੀਕੇ ਨਾਲ ਉਹਨਾਂ ਦੀ ਸਿਆਸਤ ਹੈਗੀ? ਅਗਰੈਸਿਵ ਹੋਣ ਵਾਲਾ ਕੰਮ ਇਹ ਤੇ ਆਪਾਂ ਆਉਨੇ ਆ। ਪਰ ਮੈਂ ਸਾਹਨੇਵਾਲ ਵਾਲੀ ਗੱਲ ਕਰਾਂ ਵੀ ਜਿਹੜੇ ਵੀ ਨੌਜਵਾਨਾਂ ਨੂੰ ਟਿਕਟ ਮਿਲਦੀ ਆ ਬਹੁਤ ਚੰਗੀ ਗੱਲ ਆ। ਅੱਗੇ ਤਾਂ ਯਾਰ ਮੈਂ ਆਪਣੇ ਦੇਖੀ ਆ ਦਾਦਾ ਜੀ ਹੁਣਾਂ ਵੇਲੇ, ਜਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, MLA ਬਣਨਾ ਤਾਂ ਮੈਂ ਸਮਝਦਾ ਮਤਲਬ ਇੰਨਾ ਮਿਹਨਤੀ ਹੋਣਾ ਚਾਹੀਦਾ ਸੀ ਬੰਦਾ। ਤੇ ਉਦੋਂ ਬਾਅਦ ਜਿਹੜਾ ਮੰਤਰੀ ਬਣਦਾ ਸੀ ਉਹ ਘੱਟੋ ਘੱਟ 4 ਤੋਂ 5 ਵਾਰ MLA ਜਿਹੜਾ ਬਣਿਆ ਸੀ ਉਹਦਾ ਕੰਸੀਡਰ ਕੀਤਾ ਜਾਂਦਾ ਸੀ ਨੌ ਮਿਨਿਸਟਰੀ 'ਚ। ਚੀਫ ਮਿਨਿਸਟਰੀ ਤਾਂ ਗੱਲ ਹੀ ਛੱਡੋ, ਮੰਤਰੀ ਬਣ। ਅੱਜ ਤਾਂ ਤੁਸੀਂ ਇੱਕਦਮ 2 ਸਾਲ ਕੰਮ ਕਰਦੇ ਹੋ, ਤੁਸੀਂ ਕਹਿੰਦੇ MLA ਦੀ ਟਿਕਟ। ਉਦੋਂ ਬਾਅਦ MLA ਬਣਦੇ ਹੋ, ਤੁਸੀਂ ਕਹਿੰਦੇ ਮੰਤਰੀ ਤੋਂ ਬਾਅਦ ਤੁਸੀਂ ਮੁੱਖ ਮੰਤਰੀ। ਪਰ ਜ਼ਮਾਨਾ ਹੀ ਫਾਸਟ ਹੋ ਗਿਆ, ਕੰਪਿਊਟਰ ਦਾ ਯੁੱਗ ਆ ਗਿਆ, ਗੂਗਲ ਤੇ ਸਾਰਾ ਕੰਪਿਊਟਰ ਤੇ ਸਭ ਕੁਝ ਸਿੱਖ ਜਾਂਦਾ ਬੰਦਾ। ਪਰ ਥੋੜ੍ਹਾ ਜਿਹਾ ਯੂਥ ਕਾਂਗਰਸ ਤੋਂ ਬਗੈਰ ਪਾਰਟੀ ਨਹੀਂ ਗਈ, ਜਿਵੇਂ ਮੈਂ ਤੁਹਾਨੂੰ ਨਾਂ ਗਿਣਾਇਆ ਵੀ ਅੱਗੇ ਇਹਨਾਂ ਨੇ ਹੀ ਆਉਣਾ ਅੱਗੇ। ਪਰ ਥੋੜ੍ਹਾ ਕਈ ਵਾਰ ਠਰਮੇ ਨਾਲ ਟਿਕਟ ਮਿਲਦੀ ਆ ਤਾਂ ਬਹੁਤ ਚੰਗੀ ਗੱਲ ਆ, ਪਰ ਇਹ ਜੇ ਅਗਲੀ ਵਾਰ ਮਿਲ ਜੂਗੀ, ਇਹ ਕੀ 5 ਸਾਲ ਹੀ ਆ ਨਾ, ਕਿਹੜਾ ਕੁੰਭ ਦਾ ਮੇਲਾ 12 ਸਾਲ ਬਾਅਦ ਆਉਣਾ ਹੈ। ਪਰ ਥੋੜ੍ਹਾ ਇਹ ਨਹੀਂ ਵੀ ਉਸੇ ਵੇਲੇ ਤੁਸੀਂ ਇਹ ਕਹੋ ਵੀ ਅਸੀਂ ਤਾਂ ਸਾਰਾ ਕੁਝ ਲਾ ਕੇ ਬਰਬਾਦ ਹੀ ਹੋ ਗਏ ਜੀ। ਅਸੀਂ ਤਾਂ ਕਿਉਂਕਿ ਜ਼ਮਾਨਾ ਮਹਿੰਗਾ ਹੈ, ਅੱਗੇ ਪੈਸੇ ਨਹੀਂ ਖਰਚੋ। ਅੱਗੇ ਤਾਂ ਪੋਲੀਟੀਕਲ ਲੋਕ ਆ ਜਿਹੜੇ ਬੱਸਾਂ 'ਚ, ਸਾਈਕਲਾਂ 'ਤੇ, ਜਾਂ ਇੱਕ ਗੱਡੀ ਜਿਹੜੀ ਹੁੰਦੀ ਸੀ ਉਹ 'ਚ ਬਹਿ ਕੇ। ਹੁਣ ਇੱਕ ਤਾਂ ਗੱਡੀਆਂ ਵੀ ਨੌਜਵਾਨਾਂ ਅੱਜ ਕੱਲ੍ਹ ਜ਼ਮਾਨਾ ਹੀ ਐਸਾ ਆ ਗਿਆ ਵੀ ਆਹ ਜਿਹੜੀਆਂ ਕਿਹੜੀਆਂ ਆਹ ਗੱਡੀਆਂ ਇਹ 2-3 ਤਾਂ ਆ ਜਿਹੜੇ SUV ਕਹਿ ਲਓ, ਜਿਨ੍ਹਾਂ ਦਾ ਨਾਮ ਫੋਰਚੂਨਰ ਆ, ਇੱਕ ਕਿਹੜੀ ਆ ਹੋਰ, ਇੱਦੋਂ ਘੱਟ ਗੱਲ ਨਹੀਂ ਬਣਦੀ। ਫਿਰ ਉਦੋਂ ਬਾਅਦ ਜਿਹੜੇ ਖਰਚੇ ਨੇ ਉਹ ਗੱਡੀਆਂ 'ਚ ਨੌਜਵਾਨਾਂ ਦੇ 50-50 ਲੱਖ ਰੁਪਏ ਦੇ ਤਾਂ ਜਿਹੜੇ ਉਹ
ਸਿਸਟਮ ਹੀ ਲੱਗੇ ਹੋਏ ਨੇ। ਇਹ ਤੁਹਾਡੇ ਬਿਆਨ ਦਾ ਆਮ ਆਦਮੀ ਪਾਰਟੀ ਨੂੰ ਬੜਾ ਫਾਇਦਾ ਹੋਇਆ ਨਾ, ਉਹਨਾਂ ਨੇ ਕਹਿਣਾ ਯੂਥ ਕਾਂਗਰਸ ਦੇ ਜਿੰਨੇ ਮੈਂ ਯੂਥ ਦੀ ਗੱਲ ਨਹੀਂ ਕਰਦਾ, ਮੈਂ ਕਰ ਰਿਹਾ ਯੂਥ ਦੀ ਗੱਲ ਮੈਂ ਕਰ ਰਿਹਾ। ਮੈਂ ਕਿਹਾ ਵੀ ਅੱਜ ਕੱਲ ਹਰ ਨੌਜਵਾਨ ਆ ਜਿਹੜਾ ਉਹ ਇੰਨਾ ਉਹਨੂੰ ਐਂ ਲੱਗਦਾ ਵੀ ਆ ਕੇ ਉਹ ਤਾਂ ਯਾਰ ਤੁਸੀਂ ਕਿੱਥੇ ਗੱਲ ਕਰਤੀ ਆਮ ਆਦਮੀ ਦੀ, ਉਹ ਤਾਂ ਜਿਹੜਾ ਸਾਡਾ ਫੇਲ ਮਾਲ ਆ, ਜਿਹੜਾ ਕੰਡਮ ਮਾਲ ਆ, ਉਹਨੂੰ ਉਹ ਤਾਂ ਹੁਣ ਮੈਂ ਕਹਿਣਾ ਇਹ ਜੇ ਸ਼ਬਦ ਤੁਸੀਂ ਗੱਲ ਛੇੜਤੀ, ਜਿਹੜਾ ਕਵਾੜ ਦੇ ਸਿੱਟਿਆ ਹੋਇਆ ਮਾਲ ਆ ਉਹ ਚੱਕਣ ਲੱਗੇ ਹੋਏ ਆ। ਉਦਾਹਰਨ ਦੇ ਤੌਰ ਕਿਹੜਾ ਤੇ ਮੈਨੂੰ ਇੱਕ ਨਾਂ ਗੁਣਾਓ ਲੈ ਵੀ ਜਿਹੜਾ ਉਹਨਾਂ ਪਹਿਲਾਂ ਮੈਂ ਯੂਥ ਵਾਲੀ ਗੱਲ ਖਤਮ ਕਰ ਲਾਂ ਵੀ ਯੂਥ ਵਾਲਿਆਂ ਨੂੰ ਇਹ ਗੱਲ ਕਈ ਮੇਰੀ ਬੁਰੀ ਲੱਗੂਗੀ, ਪਰ ਬਹੁਤ ਹਿੰਮਤ ਨਾਲ ਹੌਸਲੇ ਨਾਲ ਇਸ ਵਾਰ ਟਿਕਟ ਮਿਲਦੀ ਆ ਬਹੁਤ ਅੱਛੇ, ਬਿਲਕੁਲ ਨਹੀਂ ਇਹ ਸੋਚਣਾ ਡਿਮੋਰਲਾਈਜ਼ ਬਿਲਕੁਲ ਨਹੀਂ ਹੋਣਾ। ਪਾਰਟੀ ਆਪਣੇ ਆਪ ਖਿਆਲ ਰੱਖੇਗੀ, ਜਿਹਨੂੰ ਮਿਲਦੀ ਆ ਟਿਕਟ ਬਹੁਤ ਅੱਛੇ, ਨਹੀਂ ਪਾਰਟੀ ਤੁਹਾਨੂੰ ਬਿਲਡ ਕਰੇਗੀ। ਇਹ ਰਾਹੁਲ ਗਾਂਧੀ ਦੀ ਸੋਚ ਆ, ਉਹਦੀ ਟੀਮ ਦੀ ਸੋਚ ਆ। ਮੈਂ ਤੁਹਾਨੂੰ ਜਿਵੇਂ ਕਿਹਾ ਵੀ ਪਹਿਲਾਂ ਟਿਕਟਾਂ ਮਿਲਦੀਆਂ ਹੀ ਨਹੀਂ ਸੀ, ਹੁਣ ਤਾਂ ਤੁਹਾਨੂੰ ਮੈਂ ਕਿੰਨੇ ਸਾਰੇ ਜੇ ਮੈਂ ਹੋਰ ਨਾਂ ਗਿਣਨ ਲੱਗਾ ਤੇ ਬਹੁਤ ਵੱਡੀ ਲਿਸਟ ਆ ਜਿਹੜੀ ਟਿਕਟਾਂ ਦੀ ਹੋਰ ਗਿਣੀ ਜਾਏਗੀ। ਅੱਗੇ ਵੀ ਹੋਰ ਜਿਹੜੇ ਲਿਸਟ ਆ ਉਹ 'ਚ ਵੀ ਯੂਥ ਵਾਲੇ ਮਿਲਣਗੇ, ਪਰ ਹੌਸਲਾ ਨਹੀਂ ਹਾਰਨਾ। ਅਸੀਂ ਜਦੋਂ ਬੈਠੇ ਆ ਸਾਰੇ ਇਸ ਤਰੀਕੇ 'ਚੋਂ ਇਸ ਸਿਸਟਮ 'ਚੋਂ ਨਿਕਲ ਕੇ ਆਏ ਹੋਏ ਆ, ਤੁਹਾਡੀ ਵੀ ਗਰੰਟੀ ਵਾਰੀ ਆਊਗੀ। ਇਸ ਗੱਲ ਦਾ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਵੀ ਜਿੰਨਾ ਹਾਈ ਕਮਾਂਡ ਪਾਰਟੀ ਤਾਂ ਜਿਹੜੀ ਆ ਆਉਣ ਵਾਲੇ ਦਿਨਾਂ 'ਚ, ਕਿਉਂਕਿ ਚਿਹਰੇ ਚੇਂਜ ਹੁੰਦੇ ਹੀ ਰਹਿੰਦੇ ਆ ਹਮੇਸ਼ਾ, ਇਸ ਵਾਰ ਅੱਧੇ ਨਵੇਂ ਆਏ, ਅੱਧੇ ਅਗਲੀ ਵਾਰ ਨਵੇਂ ਆ ਜਾਣੇ ਆ। ਇਸ ਕਰਕੇ ਬਿਲਕੁਲ ਇਸ ਗੱਲ ਦੀ ਜਿਵੇਂ ਤੁਸੀਂ ਖਾਸ ਤੌਰ ਤੇ ਮੈਂ ਲੱਕੀ ਸੰਧੂ ਵਰਗੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ, ਬੜਾ ਪੋਟੈਂਸ਼ੀਅਲ ਹੈ ਇਹਨਾਂ 'ਚ, ਬੜੀ ਇਹਨਾਂ ਨੇ ਮਿਹਨਤ ਕਰਕੇ ਆਏ ਹੋਏ ਨੇ। ਬਿਲਕੁਲ ਪਰਵਾਹ ਨਾ ਕਰੋ, ਫਿਕਰ ਨਾ ਕਰੋ, ਕੱਲੀ ਟਿਕਟ ਹੀ ਸਭ ਕੁਝ ਨਹੀਂ ਹੁੰਦਾ, ਬੜਾ ਕੁਛ ਆ ਤੁਹਾਡੇ ਲਈ ਪਰਮਾਤਮਾ ਅੱਗੇ ਤੁਹਾਡੀਆਂ ਜ਼ਿੰਦਗੀਆਂ ਏ, ਇੱਕ ਨਹੀਂ ਦੋ ਤਿੰਨ ਟਿਕਟਾਂ ਤੁਹਾਨੂੰ ਮਿਲਣਗੀਆਂ, ਫਿਕਰ ਨਹੀਂ ਕਰਨ ਦੀ ਇਹਨਾਂ ਨੂੰ। ਅੱਛਾ ਇੱਕ ਚੀਜ਼ ਦੱਸੋ, ਰਾਜੇਵਾਲ ਸਾਹਿਬ, ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ, ਇਹਨਾਂ ਦਾ ਜਦੋਂ ਵੀ ਮੈਂ ਜ਼ਿਕਰ ਕੀਤਾ ਤੁਸੀਂ ਟ੍ਰਿਗਰਡ ਹੋ ਗਏ, ਤੁਹਾਡੀ ਤਕਲੀਫ ਨਾਲ ਦੀ ਨਾਲ ਝਲਕ ਗਈ, ਨਾਲ ਦੀ ਨਾਲ ਇੰਸਟੈਂਟ ਸੀਗਾ ਜਵਾਬ। ਯੂਥ ਕਾਂਗਰਸ ਵਾਲਾ ਮੁੱਦਾ ਤੁਸੀਂ ਪਹਿਲਾਂ ਪਰਾਂ ਕਰਤਾ, ਫਿਰ ਤੁਸੀਂ ਆਮ ਆਦਮੀ ਪਾਰਟੀ ਵੱਲ ਆ ਗਏ, ਫਿਰ ਤੁਸੀਂ ਕਹਿੰਦੇ ਨਹੀਂ ਪਹਿਲਾਂ ਯੂਥ ਕਾਂਗਰਸ ਨੂੰ ਨਿਪਟਾ ਲਾਂ, ਉਸ ਤੋਂ ਬਾਅਦ ਇਹਨਾਂ ਵਾਲੇ ਪਾਸੇ ਆਣਾ। ਇਹਨਾਂ ਤੋਂ ਗੁੱਸਾ ਕਿਵੇਂ ਨਾ ਆਵੇ, ਇਹਨਾਂ ਨੇ ਕੀਤਾ ਕੀ ਆ? ਇਹਨਾਂ ਨੂੰ ਕੀ ਪਤਾ ਪੰਜਾਬ ਕਿਸ ਤਕਲੀਫਾਂ 'ਚੋਂ ਪੰਜਾਬ ਲੰਘਦਾ ਏ ਜਾਂ ਕਿਸ ਤਕਲੀਫਾਂ 'ਚੋਂ ਪੰਜਾਬ ਲੰਘ ਕੇ ਆਇਆ। ਮੈਨੀਫੈਸਟੋ ਤਾਂ ਦੇਤਾ, ਤੁਹਾਡਾ ਮੈਨੀਫੈਸਟੋ ਕਿੱਥੇ ਹੈ? ਨਹੀਂ ਮੈਂ ਤਾਂ ਹੁਣੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫਿਰ ਟਵੀਟ ਕਰਤਾ ਐਲਨ ਮਸਕ ਹੋਰਾਂ ਨੂੰ, ਉਹਨਾਂ ਨੇ ਜਯੰਤ ਪਾਟਿਲ ਹੋਰਾਂ ਦੇ ਨਾਲ ਉਹਨਾਂ ਨੇ ਵੀ ਗੁਜ਼ਾਰਿਸ਼ ਕੀਤੀ ਹੈ ਕਿ ਜੀ ਆਓ ਲੁਧਿਆਣਾ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਕੰਮ ਕਰਦੇ ਹਾਂ। ਦੇਖੋ ਸਿੱਧੂ ਸਾਹਿਬ ਬੜੇ ਆਦਮੀ ਨੇ, ਇੰਟਰਨੈਸ਼ਨਲ ਫੇਮ ਦੇ ਖਿਡਾਰੀ ਰਹੇ ਆ, ਕਮੈਂਟੇਟਰ ਰਹੇ ਆ, ਲਾਫਟਰ ਸ਼ੋਅ 'ਚ ਉਹਨਾਂ ਦਾ ਮੇਰੇ ਸਤਿਕਾਰਯੋਗ ਨੇ। ਪਰ ਜਿਹੜੀ ਪਾਰਟੀ ਆ ਮੈਂ ਕਿਵੇਂ ਸਮਝਾਉਣ ਨੂੰ ਹੁਣ ਮੈਂ ਤਾਂ ਬਹੁਤ ਉਹਨਾਂ ਨਾਲੋਂ ਛੋਟਾ ਹੈ, ਕੀ ਕਰੀਏ। ਯੂਥ ਵਾਲਿਆਂ ਨੂੰ ਤਾਂ ਮੈਂ ਕਹਿ ਵੀ ਲਿਆ ਤੁਹਾਡੇ ਮੂਹਰੇ, ਹੈਲਪਲੈਸ ਨਹੀਂ ਲੱਗ ਰਹੇ। ਨਹੀਂ ਮੈਂ ਸੁਣੋ, ਯੂਥ ਵਾਲਿਆਂ ਨੂੰ ਤਾਂ ਮੈਂ ਤੁਹਾਡੇ ਮੂਹਰੇ ਸਮਝਾ ਵੀ ਦਿੱਤਾ, ਉਹਨਾਂ ਨੂੰ ਤਾਂ ਮੈਂ ਗੁੱਸੇ ਹੋ ਕੇ ਵੀ ਸਮਝਾ ਦੂੰਗਾ, ਟੈਲੀਫੋਨ ਕਰਕੇ ਜਾਂ ਬੁਲਾ ਕੇ ਸਮਝਾ ਦੂੰਗਾ, ਕਿਉਂਕਿ ਉਹ ਕਾਂਗਰਸੀ ਨੇ, ਪਰਿਵਾਰ ਕਾਂਗਰਸੀ ਨੇ, ਉਹ ਸਮਝ ਲੈਂਦੇ। ਸਿੱਧੂ ਸਾਹਿਬ ਟੈਲੀਫੋਨ ਨਹੀਂ ਚੁੱਕਦੇ, ਪੁਸ਼ਪਿੰਦਰ ਨੇ ਨਹੀਂ, ਮੈਂ ਕਿਹਾ ਉਹ ਤਾਂ ਪੁਰਾਣੇ ਪਰਿਵਾਰ ਨੇ, ਉਹ ਸਮਝ ਲੈਂਦੇ ਆ ਗੱਲ ਨੂੰ, ਮੰਨ ਲੈਂਦੇ ਆ। ਜੇ ਕਿਸੇ ਹੋਰ ਨੂੰ ਵੀ ਮਿਲ ਜੂ ਤਾਂ ਵੀ ਵਿਚਾਰੇ ਬਸਤਾ ਚੁੱਕ ਕੇ ਚੱਲ ਪੈਣਗੇ। ਇੱਕ ਗੱਲ ਮੇਰੀ ਅੱਜ ਮੈਂ ਤੁਹਾਡੇ ਚੈਨਲ ਤੇ ਦੇਖੋ, ਇੱਕ ਗੱਲ ਸਿੱਧੂ ਸਾਹਿਬ, ਸਰਦਾਰ ਨਵਜੋਤ ਸਿੰਘ ਸਿੱਧੂ ਸਨ ਆਫ ਸਰਦਾਰ ਸਤਿਕਾਰਯੋਗ ਭਗਵੰਤ ਸਿੰਘ, ਉਹਨਾਂ ਨੂੰ ਕਹਿ ਦੇਣਾ ਚਾਹੀਦਾ ਪਾਰਟੀ ਨੂੰ ਖੁੱਲ੍ਹ ਕੇ, ਵਿੱਚ ਵਿਚਾਲੇ ਨਾ ਰੱਖਣ ਗੱਲ, ਜੋ ਉਹਨਾਂ ਦੇ ਮਨ 'ਚ ਆਉਂਦੀ ਆ। ਵੀ ਮੈਂ ਜੇ ਕੋਈ ਇੰਟਰਵਿਊ ਉਹਨਾਂ ਨੇ ਪਿਛਲੀਆਂ ਦਿੱਤੀਆਂ, ਉਹਨਾਂ 'ਚ ਉਹਨਾਂ ਨੇ ਕਿਹਾ ਵੀ ਭਾਈ ਕੋਈ ਕੁਛ ਨਹੀਂ ਹੁੰਦਾ, ਜੋ ਕੁਛ ਹੁੰਦਾ ਮੁੱਖ ਮੰਤਰੀ ਹੁੰਦਾ। ਕਿਹਾ ਨਾ ਵੀ ਹੋਰ ਕੋਈ ਪਾਵਰ ਨਹੀਂ ਹੁੰਦੀ। ਮੈਂ ਪਹਿਲਾਂ ਬੀਜੇਪੀ 'ਚ, ਅਕਾਲੀ ਦਲ 'ਚ ਰਹਿ ਕੇ ਦੇਖ ਲਿਆ ਤੇ ਕਾਂਗਰਸ 'ਚ ਰਹਿ ਕੇ ਮੁੱਖ ਮੰਤਰੀ, ਉਹ ਕਹਿ ਦੇਣ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਫੈਸਲਾ ਕਰਾਇਆ ਸੀ ਨਾ ਵੀ ਭਾਈ ਮੈਂ ਤੁਹਾਡੇ ਨਾਲ ਤਾਂ ਰਹੂੰਗਾ ਜਾਂ ਤਾਂ ਮੈਂ ਮੁੱਖ ਮੰਤਰੀ ਦਾ ਮੈਨੂੰ ਡਿਕਲੇਅਰ ਕਰੋ, ਜਾਂ ਤਾਂ ਇਹ ਗੱਲ ਸਿੱਧੀ ਕਰ ਲੈਣ ਬਈ ਭਾਈ ਮੈਨੂੰ ਜੇ ਮੁੱਖ ਮੰਤਰੀ ਬਣਾਉਣਾ ਤਾਂ ਬਣਾ ਲਓ, ਜਾਂ ਕੋਈ ਗੱਲ ਜਿਹੜੀ ਆ ਮਕਾਉਣੀ ਆ ਮਕਾ ਲੈਣ ਸਿੱਧੀ, ਵਿੱਚ ਵਿਚਾਲੇ ਨਾ ਰੱਖਣ ਗੱਲ ਨੂੰ ਵੀ ਮੈਂ ਜੇ ਮੈਨੂੰ ਮੁੱਖ ਮੰਤਰੀ ਤੁਸੀਂ ਚਿਹਰਾ ਰੱਖਦੇ ਹੋ, ਵਿੱਚ ਵਿਚਾਲੇ ਅੜੀ ਕਿੱਥੇ ਹੋਈ ਹੈ ਗੱਲ? ਨਹੀਂ ਤੁਸੀਂ ਵੀ ਰੁਕੀ ਜਾਂਦੇ ਆ ਨਾ ਇੱਕ ਵਾਰ ਤਾਂ। ਹੁਣ ਦੇਖੋ ਮੈਨੀਫੈਸਟੋ ਆ, ਮੈਨੀਫੈਸਟੋ ਦਾ ਕਮੇਟੀ ਮੇਰੀ ਹੁਣ ਗੱਲ ਹੋ ਰਹੀ ਸੀ, ਮੈਂ ਰਿਕਾਰਡ ਕਹਿ ਦਿੰਦਾ, ਪ੍ਰਤਾਪ ਸਿੰਘ ਬਾਜਵਾ ਜੀ ਨਾਲ ਜਿਹੜੇ ਚੇਅਰਮੈਨ ਨੇ। ਓਕੇ, ਮੈਂ ਕਿਹਾ ਜੀ ਕਦ ਮੈਨੀਫੈਸਟੋ ਬਣਾਉਣਾ? ਮੈਨੀਫੈਸਟੋ ਤਾਂ ਸਭ ਕੁਝ ਤਿਆਰ ਹੀ ਆ, ਵੱਡੀਆਂ ਕੀਤਾ ਹੋਇਆ, ਵੀ ਤੁਸੀਂ ਇਕੱਠੇ ਕਦ ਹੋਣਾ। ਇਹ ਸਿੱਧੂ ਸਾਹਿਬ ਨੇ ਜਿਸ ਤਰੀਕੇ ਦੇ ਏਜੰਡੇ ਸਾਹਮਣੇ ਰੱਖੇ ਆ, ਉਹਨਾਂ ਦੇ ਏਜੰਡੇ ਮੈਨੀਫੈਸਟੋ ਦੇ ਵਿੱਚ ਹੈਗੇ, ਸ਼ਾਮਲ ਕੀਤੇ ਆ। ਫਿਰ ਉਹ ਪ੍ਰਤਾਪ ਬਾਜਵਾ ਜੀ ਨਾਲ ਬਹਿ ਕੇ ਗੱਲ ਕਰਨ ਨਾ,
ਚਰਨਜੀਤ ਚੰਨੀ ਜੀ, ਪ੍ਰਤਾਪ ਬਾਜਵਾ ਜੀ, ਮਤਲਬ ਹਾਲੇ ਤੱਕ chairman- ਉਹਨਾਂ ਦੀ ਗੱਲ ਹੋਈ ਨਹੀਂ ਇਹਨਾਂ ਏਜੰਡਾਸ ਦੇ ਉੱਤੇ ਜੋ ਉਹਨਾਂ ਨੇ ਸਟੇਜ ਦੇ ਉੱਤੇ ਬੋਲੇ ਆ। ਨਹੀਂ, ਮੈਂ ਤਾਂ ਚਲੋ ਕੀ ਕਹੂੰਗਾ, ਮੀਡੀਆ ਵਾਲਿਆਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਨਹੀਂ ਜੇ ਇਹੋ ਜਿਹੀ ਕੋਈ ਮੈਨੀਫੈਸਟੋ ਦੀ ਮੀਟਿੰਗ ਹੋਈ ਹੁੰਦੀ। ਇੱਕ ਗੱਲ ਤਾਂ ਹੁਣੇ ਤੁਸੀਂ ਦੱਸੀ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਤੁਹਾਡੀ ਗੱਲ ਹੋਈ। ਮੈਂ ਤਾਂ ਇਹੀ ਕਹਿ ਹੀ ਰਿਹਾ ਹਾਂ ਵੀ ਮੇਰੇ ਨਾਲ ਬੈਠਣਗੇ ਤਦੀ ਮੈਨੀਫੈਸਟੋ ਤਿਆਰ ਹੋਊ। ਤੁਹਾਨੂੰ ਏਜੰਡਾਸ ਜੋ ਹੈਗੇ ਆ ਸਿੱਧੂ ਸਾਹਿਬ ਦੇ, ਉਹਨਾਂ 'ਚ ਦਮ ਨਜ਼ਰ ਆਉਂਦਾ? ਜਿਸ ਤਰੀਕੇ ਨਾਲ ਉਹ ਸਟੇਜ ਤੋਂ ਵੀ ਐਲਾਨ ਕਰਦੇ ਆ, ਜਿਸ ਤਰੀਕੇ ਨਾਲ ਉਹ ਟਵੀਟ ਵੀ ਕਰਦੇ ਆ, ਲੁਧਿਆਣਾ ਦੇ ਲਈ ਉਹਨਾਂ ਦੀ ਫਿਕਰਮੰਦੀ ਵੀ ਨਜ਼ਰ ਆਉਂਦੀ ਹੈ। ਜੇ ਦਮ ਹੋਊਗਾ ਤੇ ਫਿਰ ਪਾਰਟੀ ਮੈਨੀਫੈਸਟੋ 'ਚ ਕਿਉਂ ਨਹੀਂ ਲਊਗੀ? ਆਪਾਂ ਨੂੰ ਕੀ ਲੋੜ ਪਈ ਆ ਟਵੀਟ ਕਰਨ ਦੀ? ਟਵੀਟ ਹੀ ਸਭ ਕੁਝ ਥੋੜੀ ਹੁੰਦਾ ਯਾਰ, ਮੈਂ ਸਾਰੇ ਦੁਨੀਆ ਦਾ ਜਹਾਨ ਨੂੰ ਟਵੀਟ ਕਰਕੇ ਸੱਦ ਲਵਾਂ। ਪਹਿਲਾਂ ਕੋਈ এনवायरमेंट ਬਣਾਉਣਾ ਪੈਂਦਾ। ਲੁਧਿਆਣੇ ਦੇ ਵਿੱਚ ਕੋਈ, ਚਲੋ ਉਸ ਇਸ਼ੂ ਤੇ ਮੈਂ ਹਜੇ ਲੰਬਾ ਨਹੀਂ ਜਾਣਾ ਚਾਹੁੰਦਾ, ਹਜੇ ਬਾਅਦ 'ਚ। ਪਰ ਸਿੱਧੂ ਸਾਹਿਬ ਬਹੁਤ ਹੀ ਸ਼ਗਿਰਦ, ਬਹੁਤ ਹੀ ਸਿਆਣੇ, ਬਹੁਤ ਹੀ ਦੁਨੀਆ ਉਹਨਾਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹਨਾਂ ਨੇ ਵੀ ਦੇਖੀ ਆ, ਉਹਨਾਂ ਨੇ ਸਮਝੀ ਆ। ਪਰ ਉਹ ਇਸ ਗੱਲ 'ਚ ਉਹਨਾਂ ਨੂੰ ਕਲੈਰਿਟੀ ਮਾਈਂਡ 'ਚ ਜਿਹੜੀ ਲਿਆਉਣੀ ਚਾਹੀਦੀ ਆ ਵੀ ਮੈਂ ਮੁੱਖ ਮੰਤਰੀ ਰਹਿ ਕੇ ਕੰਮ ਕਰਨਾ ਜਾਂ ਨਹੀਂ ਕਰਨਾ, ਉਹ ਤੋਂ ਬਗੈਰ ਸਿੱਧੀ ਗੱਲ। ਲੁਧਿਆਣੇ ਨੂੰ ਲੈ ਕੇ ਜੋ ਉਹਨਾਂ ਨੇ ਟਵੀਟ ਕੀਤਾ, ਉਸ ਤੋਂ ਪਹਿਲਾਂ ਤੁਹਾਡੀ ਗੱਲ ਵੀ ਨਹੀਂ ਹੋਈ ਉਹਨਾਂ ਦੇ ਨਾਲ ਕਿ ਹਾਂਜੀ ਬਿੱਟੂ ਸਾਹਿਬ ਅਸੀਂ ਇਸ ਤਰੀਕੇ ਦੇ ਨਾਲ ਵੀ ਸੋਚ ਸਕਦੇ ਹਾਂ, ਜਾਂ ਉੱਥੋਂ ਦੇ ਜਿਹੜੇ ਐਮਐਲਏਜ਼ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ? ਐਮਪੀ ਦੇ ਨਾਲ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ, ਸਾਡਾ ਤਾਂ ਐਮਪੀਆਂ ਦਾ ਜਿਹੜਾ ਦਖਲ ਆ ਉਹ ਐਮਐਲਏਆਂ ਦਾ ਹੁੰਦਾ ਹੈ, ਪਰ ਹੈਗੇ ਤਾਂ ਪਾਰਟੀ ਦੇ ਪ੍ਰਧਾਨ ਹੀ ਹੈ। ਮੈਂ ਉਹੀ ਕਹਿਣਾ ਨਾ, ਐਮਐਲਏਆਂ ਦੇ ਨਾਲ ਦਖਲ ਹੋਣਾ। ਇਹ ਐਮਐਲਏਆਂ ਨੂੰ ਮੈਂ ਪੁੱਛਿਆ ਹੈ ਸਾਰਿਆਂ ਨੂੰ, ਉਹਨਾਂ ਨਾਲ ਇਸ ਲੈਵਲ ਤੇ ਕੋਈ ਗੱਲ ਜਿਹੜੀ ਆ ਉਹ ਨਹੀਂ ਹੋਈ। ਉਹ ਮੈਂ ਤਾਂ ਤੁਹਾਨੂੰ ਬਾਰ-ਬਾਰ ਇਹੀ ਕਹਿ ਰਿਹਾ ਨਾ ਬਈ ਹੁਣ ਟਾਈਮ ਤਾਂ ਕੋਈ ਰਹਿ ਨਹੀਂ ਗਿਆ। ਇਲੈਕਸ਼ਨਾਂ 'ਚ ਚਲੇ ਜਾਣਗੇ ਸਾਰੇ ਦਿਨ, ਕਿੰਨੇ ਰਹਿ ਗਏ? ਤੁਸੀਂ ਆ ਕੇ ਇਕੱਠੇ ਹੋ ਕੇ ਬੈਠੋ। ਮੈਂ ਤਾਂ ਤੁਹਾਡੇ ਰਾਹੀਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਂ ਹੁਣੀ ਟੈਲੀਫੋਨ ਕਰ ਰਿਹਾ ਸੀ ਤੁਹਾਡੇ ਮੂਹਰੇ ਵੀ ਸਿੱਧੂ ਸਾਹਿਬ, ਚੰਨੀ ਸਾਹਿਬ ਨੂੰ ਬਿਠਾ ਕੇ ਮੈਨੀਫੈਸਟੋ ਜਾਰੀ ਕਰੋ। ਇਹ ਟਵੀਟ ਨਾਲ ਮੈਨੀਫੈਸਟੋ ਨਹੀਂ ਬਣਨਾ। ਨਹੀਂ, ਫਿਰ ਗੱਲ ਕਿੱਥੇ ਮੁੱਕੀ? ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਤੁਹਾਡੀ ਗੱਲ ਹੋਈ, ਔਨ ਰਿਕਾਰਡ ਤੁਸੀਂ ਕਹਿ ਰਹੇ ਹੋ, ਇਹ ਮੈਨੀਫੈਸਟੋ ਕਦੋਂ ਤੱਕ ਆਏਗਾ? ਚਲੋ ਹੁਣ ਕਈ ਗੱਲਾਂ ਨਹੀਂ ਮੀਡੀਆ ਮੂਹਰੇ ਕਹੀਆਂ ਜਾ ਸਕਦੀਆਂ, ਉਹ ਥੋੜਾ। ਜਿਹੜਾ ਨਵਜੋਤ ਸਿੰਘ ਸਿੱਧੂ ਹੈਗੇ, ਤੁਹਾਨੂੰ ਲੱਗਦਾ ਵਨ ਮੈਨ ਸ਼ੋਅ ਹੀ ਚੱਲਣਾ ਚਾਹੁੰਦੇ? ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ, ਜਿੰਨੀ ਵਾਰ ਵੀ ਤੁਸੀਂ ਜ਼ੁਬਾਨ 'ਚੋਂ ਤੁਹਾਡੇ ਅਲਫਾਜ਼ ਨਿਕਲੇ ਪਾਰਟੀ, ਯੂਥ ਕਾਂਗਰਸ ਦੇ ਲਈ ਵੀ ਤੁਸੀਂ ਜਿਹੜੇ ਮੁੰਡਿਆਂ ਲਈ ਗੱਲ ਕੀਤੀ, ਉਹਦੇ 'ਚ ਵੀ ਤੁਸੀਂ ਪਾਰਟੀ ਦਾ ਪਹਿਲੇ ਜ਼ਿਕਰ ਕੀਤਾ। ਮੇਰੀ ਇੰਨੀ ਗੱਲ ਸੁਣ ਲਓ, ਅਸੀਂ ਸਾਰੇ ਮੈਂਬਰ ਪਾਰਲੀਮੈਂਟਾਂ ਨੇ ਇਕੱਠੇ ਹੋ ਕੇ ਕਈ ਵਾਰ ਬੇਨਤੀਆਂ ਕਰ ਲਈਆਂ ਵੀ ਭਾਈ ਚਾਹੇ 1 ਮਿੰਟ 'ਚ ਟੈਲੀਫੋਨ ਕਰੀਏ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ, ਉਹ ਅਗਲੇ ਦਿਨ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਟਾਈਮ ਦੇ ਕੇ ਸੱਦ ਲੈਂਦੇ ਆ ਵੀ ਆਓ ਦੱਸੋ ਕੀ ਆ। ਹਜੇ ਤੱਕ ਨਾ ਪੀਸੀਸੀ ਪ੍ਰਧਾਨ ਨੇ, ਨਾ ਚੀਫ ਮਿਨਿਸਟਰ ਨੇ, ਹਜੇ ਤੱਕ ਮੈਂਬਰ ਪਾਰਲੀਮੈਂਟ ਸਾਰੇ ਇਕੱਠੇ ਕਰਕੇ, ਕਿਉਂਕਿ ਅਸੀਂ ਤਾਂ ਵਿਹਲੇ ਆ, ਅਸੀਂ 9 ਕੌਂਸਟੀਟਿਊਂਸੀਆਂ 'ਚ ਕੰਮ ਕਰਨਾ, ਡਿਊਟੀਆਂ ਲਾਓ ਤੋਰੋ। ਇਸ ਕਰਕੇ ਬੜੀਆਂ ਗੱਲਾਂ ਸੋਚਣ ਵਾਲੀਆਂ ਏ। ਮੈਂ ਤੁਹਾਨੂੰ ਪਹਿਲੀ ਗੱਲ ਇਹ ਉਦੋਂ ਹੀ ਜਿੰਨਾ ਚਿਰ ਸਪਸ਼ਟ ਨਹੀਂ ਹੋਣੀ, ਜਿੰਨਾ ਚਿਰ ਨਵਜੋਤ ਸਿੱਧੂ ਇਹ ਕਲੀਅਰ ਨਹੀਂ ਕਰਦੇ ਵੀ ਮੈਂ ਭਾਈ ਜਿੰਨਾ ਚਿਰ ਮੁੱਖ ਮੰਤਰੀ ਮੈਨੂੰ ਤੁਸੀਂ ਨਹੀਂ ਡਿਕਲੇਅਰ ਕਰਦੇ ਜਾਂ ਮੈਂ ਮੁੱਖ ਮੰਤਰੀ ਨਹੀਂ ਬਣਦਾ, ਮੈਂ ਉਹਨਾਂ ਚਿਰ ਕੋਈ ਕੰਮ ਨਹੀਂ ਕਰੂੰਗਾ। ਮੈਨੂੰ ਤਾਂ ਇਹ ਗੱਲ ਇੱਥੇ ਸਪਸ਼ਟ, ਜੇ ਐਵੇਂ ਝੂਠੀ ਬੋਲੀ ਜਾਈਏ, ਮੇਰੀ ਉਹ ਆਦਤ ਨਹੀਂ, ਤੁਸੀਂ ਵੀ ਆਪਣਾ ਟਾਈਮ ਵੇਸਟ ਕਰੋਗੇ ਤੇ ਮੈਂ ਵੀ ਫਿਰ ਐਵੇਂ ਗੱਲਾਂ ਮਾਰ ਕੇ ਟਾਈਮ ਵੇਸਟ ਤੁਹਾਡੀ ਇੰਟਰਵਿਊ। ਤੁਸੀਂ ਰਾਜ਼ੀ ਹੋ ਜੇ ਉਹ ਮੁੱਖ ਮੰਤਰੀ ਬਣਦੇ ਆ? ਹੈ ਜੀ, ਤੁਸੀਂ ਰਾਜ਼ੀ ਹੋ ਜੇ ਉਹ ਮੁੱਖ ਮੰਤਰੀ ਬਣਦੇ ਆ? ਨਹੀਂ, ਮੇਰੇ ਰਾਜੀ ਦਾ ਮਤਲਬ ਹੀ ਨਹੀਂ, ਪਾਰਟੀ ਹਾਈ ਕਮਾਂਡ ਨਾਲ ਤਾਂ ਗੱਲ ਕਰਨ, ਜਿਹੜੇ ਉਰੇ ਸਾਰੇ ਬੈਠੇ ਆ ਲੋਕ, ਉਹਨਾਂ ਨਾਲ ਤਾਂ ਗੱਲ ਕਰਨ, ਫਿਰ ਗੱਲ ਸਪਸ਼ਟ ਹੋ ਜੂ, ਕਿਉਂਕਿ ਉਹ ਕਹਿੰਦੇ ਮੁੱਖ ਮੰਤਰੀ ਤੋਂ ਬਗੈਰ ਕੁਝ ਹੋ ਨਹੀਂ ਸਕਦਾ। ਤੁਹਾਡੀ ਗੱਲਾਂ 'ਚੋਂ ਸਾਰਾ ਜਿਹੜਾ ਮੈਂ ਸਾਰ ਕੱਢਣ ਦੀ ਕੋਸ਼ਿਸ਼ ਕਰਾਂ, ਜਿਹੜਾ ਨਿਚੋੜ ਨਿਕਲਦਾ ਪਿਆ ਹੈ ਸਿੱਧੂ ਸਾਹਿਬ ਦੇ ਉੱਤੇ, ਉਹ ਇਹੀ ਹੈ ਕਿ ਉਹਨਾਂ ਦੀ ਇੱਕੋ ਇੱਕ ਮਹੱਤਵਾਕਾਂक्षा, ਐਂਬੀਸ਼ਨ ਇਹੀ ਹੈ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਮੇਰੀ ਸਮਝ ਨਾਲ ਤਾਂ ਇੰਨੀ ਕੀ ਗੱਲ ਆ, ਹੋਰ ਤਾਂ ਕੋਈ ਗੱਲ। ਕਿਉਂਕਿ ਉਹ ਕਹਿੰਦੇ ਵੀ ਜੇ ਮੈਂ ਨਹੀਂ ਬਣਦਾ ਫਿਰ ਜਿਹੜੀ ਮੇਰੀ ਵਿਜ਼ਨ ਆ ਉਹ ਕੋਈ ਲਾਗੂ ਨਹੀਂ ਕਰਦਾ। ਵੀ ਮੈਂ ਤਾਂ ਅੱਜ ਤੱਕ ਭਾਈ ਸੈਂਡ ਮਾਈਨਿੰਗ, ਲਿਕਰ ਮਾਈਨਿੰਗ, ਮਾਫੀਆ, ਕਿੰਨਾ ਕੁਛ ਮੈਂ ਕੰਮ ਕੀਤਾ। ਉਹ ਚੀਫ ਮਿਨਿਸਟਰ ਆਪਣੇ ਚਹੇਤਿਆਂ ਨੂੰ ਕਹਿ ਦਿੰਦਾ ਏ ਵੀ ਭਾਈ ਇਸ ਤਰੀਕੇ ਨਾਲ ਕੰਮ ਕਰਨਾ ਏ, ਮੇਰੀ ਨਹੀਂ ਮੰਨੀ ਜਾਂਦੀ। ਹੁਣ ਇਸ ਗੱਲ ਨੂੰ ਕੀ ਸਮਝੀਏ? ਤੇ ਦੂਜੀ ਗੱਲ ਉਹ ਕਹਿ ਦਿੰਦੇ ਆ ਵੀ ਸਾਫ਼ ਜਿਹੜਾ ਪਾਰਟੀ ਨੂੰ ਕਰਨਾ ਪਊਗਾ ਇਸ ਵਾਰ, ਮੈਂ ਵਰਤਿਆ ਨਹੀਂ ਜਾਣਾ। ਉਹ ਕਹਿੰਦੇ ਆ ਕਿ ਨਹੀਂ ਕਹਿੰਦੇ? ਜਾਂ ਤਾਂ ਦੱਸ ਦਿਓ, ਮੈਂ ਆਪਣੇ ਵੱਲੋਂ ਕਹਿ ਰਿਹਾ। ਨਹੀਂ, ਤੁਹਾਡੇ ਮੁਤਾਬਕ ਇਹ ਫਾਰਮੂਲਾ ਠੀਕ ਹੈਗਾ ਕਿ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣਾਂ ਦੇ ਵਿੱਚ ਉਤਰਨਾ? ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਇਸ ਤਰੀਕੇ ਦੀ ਗਲਤੀ ਕਰ ਚੁੱਕੀ ਹੈਗੀ। ਇਸ ਵਾਰ ਉਹ ਕਹਿੰਦੇ ਪਏ ਕਿ ਅਸੀਂ ਭਗਵੰਤ ਮਾਨ ਨੂੰ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਡਿਕਲੇਅਰ ਕਰ ਦਾਂਗੇ। ਤੁਸੀਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਜਾਓਗੇ, ਕਿਤੇ ਤੁਸੀਂ ਤਾਂ ਨਹੀਂ ਉਹ ਗਲਤੀ ਦੁਹਰਾਉਣ ਲੱਗੇ ਜੋ ਆਮ ਆਦਮੀ ਪਾਰਟੀ ਨੇ ਕੀਤੀ? ਕੇਜਰੀਵਾਲ ਨੂੰ ਪੁੱਛੋ,
ਕਦੇ ਇੰਟਰਵਿਊ ਕਰਿਓ, ਉਹ ਕਿ ਜਿਹੜਾ ਉਰੇ ਨਮੂਨਾ ਗੋਆ 'ਚ ਕਿਉਂ ਨਾ ਪੁੱਛਿਆ ਟੈਲੀਫੋਨ ਕਰਕੇ, ਮਨੀਪੁਰ 'ਚ ਕਿਉਂ ਨਾ, ਯੂਪੀ 'ਚ ਕਿਉਂ ਨਾ ਪੁੱਛਿਆ। ਅੱਜ ਹੀ ਇੱਕ ਟੈਲੀਫੋਨ ਰੱਖ ਦਿਓ ਨੰਬਰ ਦਿੱਲੀ 'ਚ ਜਾ ਕੇ, ਇੱਕ ਟੈਲੀਫੋਨ ਨੰਬਰ ਐਂ ਹੀ ਦਿੱਲੀ 'ਚ ਦੱਸ ਦਿਓ ਵੀ ਲੋਕਾਂ ਦੀ ਕਿਹੜੀ ਪਸੰਦ ਆ ਚੀਫ ਮਿਨਿਸਟਰ। ਸਿਸੋਦੀਆ ਜਿਹੜਾ ਉੱਥੇ ਡਿਪਟੀ ਸੀਐਮ ਨਾਲ ਦਿਨ ਰਾਤ ਕੰਮ ਕਰਦਾ, ਲੋਕ ਉਹਦਾ ਨਾਮ ਲੈ ਦੇਣਗੇ। ਉੱਥੇ ਕਿਉਂ ਨਹੀਂ ਰੱਖਿਆ? ਇੱਥੇ ਭਗਵੰਤ ਮਾਨ ਦੀ ਉਹ ਗੋਡਾ ਕਸਾਈ, ਉਹ ਉਹਦੀ ਕਸਾਈ, ਉਹ ਵੀ ਮਗਰ ਫਿਰ ਕੇ ਮੈਂ ਕਹਿਣਾ ਧੰਨ ਆ ਉਹ ਬੰਦਾ ਵੀ ਲੱਗਿਆ ਹੀ ਰਿਹਾ। ਹੁਣ ਜਾਂ ਤਾਂ ਕੋਈ ਪੰਜਾਬੀ ਉਹਦੇ ਮੂਹਰੇ ਚਿਹਰਾ ਰੱਖ ਦੇ। ਕੀ ਕਿਹਾ ਪਹਿਲਾਂ? ਤੇ ਮੈਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਚਾਹੁੰਦਾ ਚਿਹਰਾ ਬਣਾਉਣਾ, ਪਰ ਇਹ ਮਾਨ ਕਹਿੰਦਾ ਲੈ ਭਗਵੰਤ ਜੇ ਕੇਜਰੀਵਾਲ, ਮੈਂ ਕਹਿੰਦਾ ਨਹੀਂ ਜੇ ਕੇਜਰੀਵਾਲ, ਕਿਉਂਕਿ ਝੂਠਾ ਆਦਮੀ ਆ, ਕਿਸੇ ਮੰਦਿਰ ਗੁਰਦੁਆਰਾ ਚੱਲੇ ਨਾਲ ਮੇਰੇ ਵੀ ਇਹ ਗੱਲ ਭਗਵੰਤ ਮਾਨ ਨੇ ਕਹੀ ਆ, ਇਹ 100% ਗੱਲ ਕੇਜਰੀਵਾਲ ਨੇ ਦੇਖਿਆ ਵੀ ਹੁਣ ਹੋਰ ਤਾਂ ਹਥਿਆਰ ਸਾਰੇ ਹੋ ਗਏ ਫੇਲ, ਕੋਈ ਬੰਦਾ ਹੀ ਨਹੀਂ ਛੱਡਿਆ ਆਪਾਂ। ਤੁਸੀਂ ਮੈਨੂੰ ਦੱਸੋ ਤਾਂ ਜਿਹੜਾ ਪੰਜਾਬੀ ਜਿਹਦਾ ਨਾਂ ਆ ਫੂਲਕਾ ਸਾਹਿਬ, ਜਿਹਨੂੰ ਕਹਿ ਸਕਦੇ ਆ ਵੀ ਪੰਜਾਬ ਦੇ ਬਾਰੇ ਜਾਣਦੇ ਸੀ, ਪੰਜਾਬੀਅਤ ਬਾਰੇ ਜਾਣਦੇ ਸੀ, ਉਹ ਮਾਰੇ। ਸੁਖਪਾਲ ਖਹਿਰਾ ਅੱਜ ਕਾਂਗਰਸ ਨੇ ਟਿਕਟ ਦਿੱਤੀ ਨਾ, ਅੱਜ ਜੇਲ੍ਹ 'ਚ ਵੀ ਬੈਠੇ ਆ, ਇਹਨਾਂ ਦੇ ਕਰਕੇ ਜੇਲ੍ਹ 'ਚ ਨੇ ਉਹ, ਇਹਨਾਂ ਦੇ CLP ਲੀਡਰ ਸੀ, ਉਹ ਮਾਰੇ ਸੁਖਪਾਲ ਖਹਿਰਾ ਵੱਢ ਕੇ। ਆ ਕੰਵਰ ਸਿੱਧੂ ਤਾਂ ਇੱਥੇ ਹੀ ਨਾਲ ਹੀ ਸੀ ਖਰੜ ਤੋਂ, ਉਹ ਮਾਰੇ ਵੱਢ ਕੇ। ਉਦੋਂ ਪਹਿਲਾਂ ਉਹ ਪ੍ਰਧਾਨ ਸੀ ਛੋਟੇਪੁਰ ਸਾਹਿਬ, ਉਹ ਮਾਰੇ ਚੱਕ ਕੇ। ਅੱਜ ਤੁਸੀਂ ਦੱਸੋ ਅੱਜ ਇੰਚਾਰਜ ਕੌਣ ਆ ਦਿੱਲੀ ਤੋਂ? ਇੰਚਾਰਜ ਕੌਣ ਆ ਆਮ ਆਦਮੀ ਪਾਰਟੀ ਦਾ? ਜਰਨੈਲ ਸਿੰਘ। ਤੇ ਉਰੇ ਗੱਲ ਕੌਣ ਕਰਦਾ ਟੁੱਟੀ ਫੁੱਟੀ ਪੰਜਾਬੀ 'ਚ? ਉਰੇ ਇੰਟਰਵਿਊ ਕੌਣ ਕਰਦਾ? ਉਰੇ ਆਰਡਰ ਕੌਣ ਕਰਦਾ? ਉਹ ਰਾਘਵ ਚੱਡਾ ਕਰਦਾ। ਜੇ ਪੰਜਾਬੀ ਪੱਗ ਵਾਲੇ ਨੂੰ ਜਾਂ ਕਹਿੰਦੇ ਆ ਉਹ ਦਿਖਦਾ ਵੀ ਨਹੀਂ ਜਰਨੈਲ ਸਿੰਘ ਕਦੇ। ਤੁਹਾਡੀ ਗੁਰਪ੍ਰੀਤ ਘੁੱਗੀ ਹੋਰਾਂ ਨਾਲ ਗੱਲਬਾਤ ਹੁੰਦੀ ਹੈ? ਕਿਉਂਕਿ ਗੱਲ ਉਹਨਾਂ ਨੇ ਵੀ ਇੰਟਰਵਿਊ ਦੌਰਾਨ ਮੈਂ ਤੁਹਾਡੀ ਇੰਟਰਵਿਊ ਸੁਣੀ, ਬੜੇ ਧਿਆਨ ਨਾਲ ਸੁਣੀ। ਘੁੱਗੀ ਤਾਂ ਆਪ ਦੇਖੋ, ਘੁੱਗੀ ਵਿਚਾਰੇ ਵਰਗੇ ਬੰਦੇ ਕਿੱਥੇ ਇਹਨਾਂ ਦੇ ਟਰੈਪ 'ਚ ਫਸ ਗਏ, NRIਆਂ ਦੇ ਕਹਿ ਕੇ ਸਾਰਿਆਂ ਨੇ ਵੀ ਮਜਬੂਰ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਇਲੈਕਸ਼ਨਾਂ ਲੜਾਤਾ। ਨਹੀਂ, ਉਹ ਇਹ ਕੇਜਰੀਵਾਲ ਵਰਗੇ ਉਹ ਬੰਦੇ ਯਾਰ ਦੇਖੋ ਦਿਲਾਂ 'ਚ ਵਸਦੇ ਆ ਲੋਕ, ਘੁੱਗੀ ਵਰਗੇ ਪੰਜਾਬ ਦੇ ਦਿਲਾਂ 'ਚ ਵਸਦੇ ਆ ਲੋਕ। ਇਹਨਾਂ ਨੇ ਵਰਤ ਕੇ ਉਹ ਮਾਰੇ ਕੱਢ ਕੇ ਛਾਂਟ ਕੇ। ਇਸ ਕਰਕੇ ਇਹ ਬੰਦਾ ਜਿਹੜੀ ਗੱਲ ਆ ਪੰਜਾਬੀਅਤ ਦੀ ਕਰੂਗਾ। ਤੇ ਤੁਸੀਂ ਹੋਰ ਦੇਖੋ ਆ ਲਿਸਟਾਂ ਇਹਨਾਂ ਦੇ ਜਿਹੜੇ ਇਹਨਾਂ ਦੇ ਦੁਖੀ ਹਿਰਦੇ ਆ, ਉਹ ਲਿਸਟਾਂ ਜਾਰੀ ਕਰਦੇ ਆ ਵੀ 60 ਦੇ ਵਿੱਚੋਂ ਜਿਹੜੇ ਆ ਉਹ 40 ਨੇ ਜਿਹੜੇ ਕਾਂਗਰਸ ਦੇ ਕੱਢੇ ਹੋਏ, 20 ਅਕਾਲੀ ਦਲ ਦੇ ਵੱਢੇ ਹੋਏ ਕੈਂਡੀਡੇਟ। ਜੇ ਕਹਿੰਦੇ ਆ ਵੀ ਬਹੁਤ ਅਸੀਂ ਨਵੇਂ ਇਹਨਾਂ ਨੂੰ 100 ਬੰਦਾ ਜਾਂ 50-100 ਬੰਦਾ ਹੀ ਨਹੀਂ ਲੱਭਿਆ ਪੰਜਾਬ 'ਚੋਂ, ਜਿਹੜੀਆਂ ਕਿਸੇ ਪਾਰਟੀ ਤੋਂ ਬਗੈਰ ਵਾਲਾ ਕੋਈ ਇਹਨਾਂ ਨੂੰ। ਫਿਰ ਇਹ ਕਿਹੜੇ ਮੂੰਹ ਨਾਲ ਕਹਿੰਦੇ ਨੇ, ਕਿਹੜੇ ਮੂੰਹ ਨਾਲ ਕੇਜਰੀਵਾਲ ਸਾਹਿਬ ਗੱਲਾਂ ਕਰਦੇ ਨੇ? ਭਗਵੰਤ ਮਾਨ ਵੀ ਚਲੋ ਉਰੇ ਹੀ ਸੀ ਪਹਿਲਾਂ, ਟ੍ਰਿਪਲ ਪੀਚ ਸੀਗੇ। ਚਲੋ ਮੈਂ ਕਹਿੰਦਾ ਸੁਖਪਾਲ ਖਹਿਰਾ ਜੋ ਜੇਲ੍ਹ ਦੇ ਵਿੱਚ ਹੈਗੇ ਉਹ ਵੀ ਆਮ ਆਦਮੀ ਪਾਰਟੀ 'ਚ ਚਲੇ ਗਏ ਸੀਗੇ, ਹੁਣ ਜੇਲ੍ਹ 'ਚ ਨੇ, ਤੁਸੀਂ ਟਿਕਟ ਉਹਨਾਂ ਨੂੰ ਵੀ ਦਿੱਤੀ। ਮੈਂ ਇਹੀ ਕਹਿਣਾ ਨਾ, ਜਿਹੜਾ ਅਸੀਂ ਤਾਂ ਮੰਨਦੇ ਹਾਂ ਉਹ ਆਪਣੀ ਮਰਜ਼ੀ ਨਾਲ ਗਏ, ਉਹ ਆਪਣੀ ਮਰਜ਼ੀ ਨਾਲ ਗਏ। ਜਦੋਂ ਉਹ ਵਾਪਸ ਆਏ ਆਪਣੀ ਮਰਜ਼ੀ ਨਾਲ, ਕਾਂਗਰਸ ਤਾਂ ਉਹਨਾਂ ਦੀ ਪਾਰਟੀ ਆ। ਕਾਂਗਰਸ ਤਾਂ ਹਮੇਸ਼ਾ ਹੀ ਸਾਹਮਣੇ ਰਹਿੰਦੇ ਆ ਆਪਣੇ, ਸਾਡਾ ਤਾਂ ਪਰਿਵਾਰ ਆ, ਇੱਕ ਸੜਕ ਛੱਡ ਕੇ ਜਿਹੜੇ ਖਹਿਰਾ ਸਾਹਿਬ ਰਹਿੰਦੇ ਆ ਸਾਹਮਣੇ ਘਰ 'ਚ 5 ਸੈਕਟਰ 'ਚ। ਤੇ ਇਸ ਕਰਕੇ ਚੰਗਾ ਬੰਦਾ ਤਾਂ ਕੋਈ ਛੱਡਿਆ ਹੀ ਹੈ ਨਹੀਂਗਾ। ਮੈਂ ਤੁਹਾਨੂੰ ਦੱਸਿਆ ਜਿਵੇਂ ਰਾਘਵ ਚੱਡਾ ਜੋ ਡਿਕਟੇਟ ਕਰਦਾ, ਬਾਕੀ ਉਹਨੂੰ ਕਾ ਟੈਲੀਫੋਨ ਆਪਣੇ ਭਾਈ ਜੇ ਆਹੀ ਟੈਲੀਫੋਨ ਨੰਬਰ ਇਹਨੂੰ ਦਿੱਲੀ ਜਾ ਕੇ ਰੱਖ ਲਓ। ਇਹ ਵੈਸੇ ਫਾਰਮੂਲਾ ਚੰਗਾ ਨਹੀਂ ਹੈ, ਸਿਸੋਦੀਆ ਦਾ ਨਾਮ ਆਉਂਦਾ ਕਿ ਨਹੀਂ? ਇਹ ਫਾਰਮੂਲਾ ਚੰਗਾ ਨਹੀਂ ਹੈਗਾ, ਕਾਂਗਰਸ ਇਸ ਨੂੰ ਅਪਲਾਈ ਕਰਕੇ ਦੇਖ ਸਕਦੀ ਹੈਗੀ, ਕਿਉਂਕਿ ਤੁਹਾਡੀ ਮੁੱਖ ਮੰਤਰੀ ਦੀ ਦਾਅਵੇਦਾਰੀ ਨੂੰ ਲੈ ਕੇ ਬਹੁਤ ਸਾਰਾ ਕਲੇਸ਼ ਵੀ ਚੱਲਦਾ ਪਿਆ ਪਾਰਟੀ ਦੇ ਵਿੱਚ। ਤੁਸੀਂ ਵੀ 4-5 ਨਾਮ ਲੈ ਦਿਓ, ਜਿਵੇਂ ਤੁਸੀਂ ਕਿਹਾ ਕਿ ਸਿਸੋਦੀਆ ਦਾ ਨਾਮ ਲੈ ਸਕਦੇ ਸੀਗੇ ਨਾਲ, ਤੁਸੀਂ ਵੀ 4-5 ਨਾਮ ਲੈ ਕੇ ਤੁਸੀਂ ਵੀ ਫੋਨ ਕਾਲਸ ਕਰਵਾ ਸਕਦੇ ਹੋ, ਮੈਸੇजेस ਕਰਵਾ ਸਕਦੇ ਹੋ, ਪਤਾ ਲੱਗ ਜਾਏਗਾ ਕਿ ਸਿੱਧੂ ਪਸੰਦ ਹੈ, ਚੰਨੀ ਸਾਹਿਬ ਪਸੰਦ ਹੈ ਜਾਂ ਹੋਰ ਚਿਹਰੇ ਪਸੰਦ ਹੈ। ਇਹ ਫੈਸਲਾ ਫਿਰ ਹਾਈ ਕਮਾਂਡ ਤੇ ਨਹੀਂ ਜਦੋਂ ਅਸੀਂ ਕਹਿੰਦੇ ਆ ਵੀ ਲੋਕ MLA ਚੁਣਨ, ਇਹ ਉਰੇ ਅਮਰੀਕਾ ਨੂੰ ਡਾਇਰੈਕਟ ਇਲੈਕਸ਼ਨ ਤਾਂ ਹੈ ਨਹੀਂਗੀ। ਉਰੇ ਤਾਂ ਲੋਕ ਪਹਿਲਾਂ MLA ਚੁਣਦੇ ਆ, 2 ਲੱਖ ਲੋਕ ਜਾਂ 2.5 ਲੱਖ ਲੋਕ ਜਿੰਨੇ ਵੀ ਨੇ ਉਹ MLA ਆਪਣਾ ਚੁਣਦੇ ਆ। 117 ਉਹ ਪਾਰਟੀ ਵਾਲੇ ਚੁਣਦੇ ਆ ਲੋਕ, ਜਿਹੜੇ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਉਂਦੇ ਆ। ਉਹ ਕਾਂਗਰਸ ਦਾ MLA ਜਿੱਤ ਜਾਂਦਾ ਹੈ ਜਾਂ ਜਿੱਤੇ ਅਕਾਲੀ ਦਲ ਦਾ ਜਾਂ ਜਿਹਦੀ ਜਗ੍ਹਾ ਮਰਜ਼ੀ। ਤੇ ਜਦੋਂ ਇਹਦੇ ਵਿੱਚ ਤਾਂ ਕੀ ਪਤਾ ਏ, ਅਸੀਂ ਉਹ ਵੱਧ ਤੋਂ ਵੱਧ ਭਗਵੰਤ ਮਾਨ ਨੂੰ ਕਹੀਏ ਵੀ ਪਾ ਦਈਏ, ਸਾਰੇ ਟੈਲੀਫੋਨ ਕਰਨ ਲੱਗ ਜਾਓ ਵੀ ਭਗਵੰਤ ਮਾਨ ਵਧੀਆ ਏ, ਸੌਖਾ ਏ, ਜਿਹਦੀ ਗੱਲਬਾਤ ਪੰਜਾਬ ਵਾਲੇ ਸਮਝਦੇ ਹੀ ਨੇ, ਤੇ ਕਰ ਦੋ ਕਾਲਾਂ।
ਹੂੰ ਤੇ ਦੂਜੀ ਗੱਲ, ਅਕਾਲੀ ਦਲੇ ਲੱਗ ਜਾਣਗੇ ਕਾਲ ਕਰਨ। ਇਹ 'ਚ ਕੀ ਪਤਾ ਲੱਗੂ ਵੀ ਕਿਹੜਾ ਪਾਰਟੀ ਵਾਲਾ ਕੀ ਸ਼ਰਾਰਤ ਕਰ ਰਿਹਾ। ਕਿਤੇ ਲਿਖਿਆ ਹੋਇਆ ਵੀ ਇਹ ਟੈਲੀਫੋਨ ਕਿੱਥੋਂ, ਕਿਹੜੇ ਵੀ ਆਮ ਆਦਮੀ ਤੋਂ ਹੀ ਆ ਰਿਹਾ। ਦੂਜੀ ਗੱਲ, ਟੈਲੀਫੋਨ ਜਾ ਕਿਹਦੇ ਕੋਲ ਰਿਹਾ? 8 ਲੱਖ ਟੈਲੀਫੋਨ ਆ ਗਏ ਜੀ, ਹੁਣ 4 ਲੱਖ ਮੈਸੇਜ ਆ ਗਿਆ ਜੀ। ਜਾ ਕਿਹੜੇ ਪਤੰਦਰ ਕੋਲ ਰਿਹਾ? ਕੋਈ ਥਰਡ ਏਜੰਸੀ ਬਿਠਾਈ ਆ, ਕੋਈ ਇਲੈਕਸ਼ਨ ਕਮਿਸ਼ਨ ਬੈਠਾ? ਕੇਜਰੀਵਾਲ ਦੇ ਘਰੇ ਹੀ ਟੈਲੀਫੋਨ ਜਾ ਰਹੇ ਆ। ਜਿਹਦਾ ਜੀ ਕਰੂਗਾ ਉਹਦੇ ਨੰਬਰ ਕੱਢ ਦੇਣਗੇ ਵੀ ਇੰਨੇ ਟੈਲੀਫੋਨ ਆ ਜਿਹੜੇ, ਇੰਨੇ ਮੈਸੇਜ ਆ ਜਿਹੜੇ ਫਲਾਨੇ ਦੇ ਆਏ ਆ। ਇਹ ਕਿਹੜੀ ਗੱਲਾਂ ਚੋਂ ਗੱਲ ਆ ਦੱਸੋ? ਜਾਂ ਤਾਂ ਕੋਈ ਓਪਨ ਮੀਡੀਆ ਦੇ ਮੂਹਰੇ ਸਾਰਾ ਕੁਝ ਹੋ ਰਿਹਾ ਹੈ ਵੀ ਆ ਟੈਲੀਫੋਨ ਵੱਜ ਰਹੇ ਆ, ਚੱਕ ਰਹੇ ਆ, ਉਹਦੇ ਅੰਦਰ ਚੱਲੀ ਜਾ ਰਿਹਾ ਕੰਮ। ਜਿਹੜਾ ਮਰਜ਼ੀ ਬਣਾ ਦੇਣਗੇ ਵੀ 15 ਲੱਖ ਆ ਗਿਆ ਜੀ। ਸ਼ਾਇਦ ਇਹ ਹੀ ਨਾ ਬਣਾ ਦੇਣ ਵੀ ਜਿੰਨੀ ਵੋਟ ਪਈ ਵੀ ਨਹੀਂ ਹੋਣੀ ਟੋਟਲ ਅਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਇਕੱਠੀ ਮਿਲਾ ਕੇ ਆਮ ਆਦਮੀ ਨੂੰ ਉਦੋਂ ਵੱਧ ਨੰਬਰ ਹੀ ਦੇ ਦੇਣ। ਇਹਨਾਂ ਦਾ ਕੀ ਪਤਾ। ਲਾ ਵੀਰੇ ਦਾ ਗੀਤ ਸੁਣਿਆ ਤੁਸੀਂ, ਵੰਜ ਬਰਾਬਰ ਕੱਢਾਂਗੇ? ਤੁਸੀਂ ਵੀ ਟਵੀਟ ਦੇ ਵਿੱਚ ਰਾਜੇਵਾਲ ਸਾਹਿਬ ਨੂੰ ਬਖਸ਼ਦੇ ਤਾਂ ਹੋਗੇ ਹੈਗੇ ਨਹੀਂ, ਤੁਸੀਂ ਵੀ ਪੂਰਾ ਐਨ ਵਿੰਨ ਕੇ ਨਿਸ਼ਾਨੇ ਚੱਲਦੇ ਤੁਹਾਡੇ। ਦੇਖੋ ਲਕੇਸ਼ ਜੀ, ਜਿਵੇਂ ਮੈਂ ਕਿਹਾ ਨਾ ਵੀ ਫੇਰ ਉਹੀ ਗੱਲ ਵੀ ਜਿਸ ਤਨ ਲੱਗੇ ਨਾ, ਇਸ ਬੰਦੇ ਨੇ ਮੈਨੂੰ ਮਰਾਉਣ ਦੀ ਕੋਸ਼ਿਸ਼ ਕੀਤੀ। ਜੈਲਸ ਕੀ ਸੀ ਵੀ ਅਸੀਂ 3 MP, ਇੱਕ ਜੀਰਾ ਸਾਹਿਬ, ਅਸੀਂ ਜਾ ਕੇ, ਸਾਡਾ ਵੀ ਮਨ ਸੀ ਬਈ ਪੰਜਾਬ ਲਈ। ਅਸੀਂ ਤਾਂ ਇਹ ਕਦੇ ਨਹੀਂ ਕਿਹਾ ਸੀ ਵੀ ਅਸੀਂ ਪੋਲੀਟੀਕਲ ਪਾਰਟੀ ਦੇ ਨਹੀਂ ਗਏ। ਜੀਰਾ ਸਾਹਿਬ ਨੇ ਮੇਰੀ ਇੰਟਰਵਿਊ 'ਚ ਕਿਹਾ, ਕਹਿੰਦੇ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਖੋ ਲਿਆ, ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਜੁਟਿਆ ਰਿਹਾ, ਲੇਕਿਨ ਜਦੋਂ ਮੈਂ ਉੱਥੇ ਗਿਆ ਤੇ ਮੇਰੇ ਨਾਲ ਇਸ ਤਰੀਕੇ ਦਾ ਵਤੀਰਾ ਹੋਇਆ। ਰਹਿ ਰਾਸ ਦਾ ਵੇਲਾ, ਅਸੀਂ ਰਾਤ ਨੂੰ ਜੀਰਾ ਸਾਹਿਬ ਤੇ ਮੈਂ ਸੁੱਤੇ, ਮਤਲਬ ਸੌਣ ਲੱਗੇ 12 ਕੁ ਵੱਜ ਗਏ। ਇਹਨਾਂ ਨੇ ਆਪਣੇ ਟੈਲੀਫੋਨ ਘਰੇ ਆਪਣੇ ਬ੍ਰਦਰ ਨੂੰ ਕੀਤਾ ਤੇ ਹੌਲੀ ਹੌਲੀ ਮੈਂ ਸੁਣ ਲਿਆ। ਮੈਂ ਕਿਹਾ ਕਿਹਨੂੰ ਟੈਲੀਫੋਨ ਕਰ ਰਹੇ ਹੋ ਤੁਸੀਂ? ਇਹ ਕਹਿੰਦੇ ਐਂ ਕਰਕੇ ਮੇਰੇ ਤਾਂ ਫਾਦਰ ਨੇ ਜਿਹੜੇ ਉਹ ਬਿਮਾਰ ਨੇ ਤੇ ਮੈਨੂੰ ਵੀ ਦੱਸਿਆ ਨਹੀਂ ਉਹਨਾਂ ਨੇ ਬਹੁਤ ਦਿਨ, ਅੱਜ ਸਵੇਰੇ ਦੱਸਿਆ ਮੈਨੂੰ, ਬੜੀ ਹਾਲਾਤ ਖਰਾਬ, ਦਿੱਲੀ ਲੈ ਕੇ ਆਉਣਾ ਪੈ ਰਿਹਾ। ਮੈਂ ਕਿਹਾ ਯਾਰ ਤੁਸੀਂ, ਚਲੋ ਬਾਕੀ ਗੱਲਾਂ ਲੋਕ ਮਤਲਬ ਇਹੋ ਜਿਹੇ ਪੋਲੀਟੀਕਲ ਪਾਰਟੀਆਂ ਵਾਲੇ ਇਹ ਕੀ ਸਮਝਣ, ਰਾਜੇਵਾਲ ਵਰਗੇ। ਮੈਂ ਬੜੀਆਂ ਮਿੰਨਤਾਂ ਕੀਤੀਆਂ ਵੀ ਤੁਸੀਂ ਚਲੇ ਜਾਓ। ਉਹ ਕਹਿੰਦੇ ਨਾ, ਕਿਸੇ ਨੇ ਬਿੱਟੂ ਮੰਨਣਾ ਨਹੀਂ। ਹਰੇਕ ਨੇ ਕਹਿਣਾ ਬਹਾਨਾ ਬਣਾ। ਆਪਣੇ ਪੋਲੀਟੀਕਲ ਲੋਕਾਂ ਦੀ ਤਾਂ ਹਾਲਾਤ ਐਸੇ ਆ ਕਿਉਂਕਿ ਬਹੁਤ ਡਰਾਮੇ ਕਰਦੇ ਆ ਲੋਕ, ਵੀ ਵਿਸ਼ਵਾਸ ਉੱਠਿਆ ਹੋਇਆ। ਮੈਂ ਜੇ ਚਲਾ ਗਿਆ ਤੇ ਇਹ ਸਮਝਣਾ ਵੀ ਇਹ ਬਹਾਨਾ ਲਾ ਕੇ ਡਰਾਮਾ ਬਣ ਕੇ ਚਲਾ ਗਿਆ। ਉਹ ਸ਼ਖਸ, ਇਹ ਵੀ ਪਤਾ ਲੱਗ ਗਿਆ ਵੀ ਕੈਂਸਰ ਹੋ ਗਿਆ। ਇੱਕ ਦਿਨ ਸ਼ਾਮ ਨੂੰ ਜਾ ਕੇ 4 ਘੰਟੇ ਦਿੱਲੀ ਹਸਪੀਟਲ ਤੋਂ ਫਿਰ ਰਾਤ ਨੂੰ ਆ ਗਏ। ਚਲੋ, ਪਰ ਉਹ ਕਿਸੇ ਲਈ ਨਹੀਂ, ਅਸੀਂ ਕਦੇ ਨਹੀਂ ਕਿਹਾ ਵੀ ਅਸੀਂ, ਇੱਕ ਸਾਡੇ ਮਨ 'ਚ ਇਹ ਸੀ ਵੀ ਜੇ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਬੈਰੀਅਰ ਨਹੀਂ ਨਾ ਟੱਪਣ ਦਿੱਤੇ, ਦਿੱਲੀ ਦੇ ਹਰਿਆਣੇ 'ਚ ਰੋਕ ਕੇ ਰੱਖਿਆ ਵੀ ਦਿੱਲੀ 'ਚ ਇਹਨਾਂ ਦੀ ਹਿੱਕ ਤੇ ਬੈਠਣਾ। ਜੰਤਰ ਮੰਤਰ ਕਹਿ ਰਹੇ ਸਾਡੇ ਕਿਸਾਨ, ਅਸੀਂ ਉੱਥੇ ਝੁੱਗੀ ਆਪਣਾ ਟੈਂਟ ਲਾ ਕੇ ਇਹੋ ਜਿਹੀ ਠੰਡ 'ਚ, ਪਿਛਲੇ ਸਾਲ ਤਾਂ ਅਸੀਂ ਉੱਥੇ ਬੈਠੇ ਸੀ। ਸਾਰੀ ਮੀਡੀਆ ਜਾ ਦੇਖਦਾ ਰਿਹਾ, ਲੋਕ ਕਹਿੰਦੇ ਨਾ ਇਹ ਤਾਂ ਕਿੱਥੇ, ਇਹਨਾਂ ਨੇ ਫੇਰ ਇਹਨੇ ਰਾਗਬ ਚੱਡੇ ਜੇ ਨੇ, ਇਹਨੇ ਬਿਆਨ ਦਿੱਤਾ ਵੀ ਇਹ ਡਰਾਮਾ ਕਰਦੇ ਆ। ਨਾਲੇ ਇਹਨੂੰ ਪਤਾ ਸੀ ਦਿੱਲੀ ਦਾ, ਅਸੀਂ ਲਾਈਵ 24 ਘੰਟੇ ਮੀਡੀਆ ਵਾਲੇ ਆਉਂਦੇ ਰਹੇ, ਅਸੀਂ ਲਾਈਵ 'ਚ ਕੈਮਰਾ ਦੇਖਿਆ ਵੀ ਆਹ ਹਿੱਲ ਰਹੇ ਆ ਇੱਥੋਂ ਜਾਂ ਪਏ ਆ। ਇਹ ਤਾਂ ਐਸੇ ਬੰਦੇ ਨੇ, ਜਦੋਂ ਕੇਜਰੀਵਾਲ ਫਿਰ ਡਰਾਮਾ ਕਰਦਾ ਸੀ, ਜਦੋਂ ਉਹ ਬੈਗ ਜੇ ਪਾ ਕੇ ਫੁੱਟਪਾਥਾਂ ਤੇ ਪੈਂਦਾ ਸੀ, ਜਾਂ ਜਦੋਂ ਉਹ ਅੰਨਾ ਹਜ਼ਾਰੇ ਨਾਲ ਬੈਠਾ ਸੀ ਉਹ ਡਰਾਮੇ ਕਰਦਾ ਸੀ, ਜਦੋਂ ਡ੍ਰਿਪਾਂ ਲਵਾ ਰਿਹਾ ਸੀ ਗਲੂਕੋਸ ਦੀਆਂ ਵੀ ਹੁਣ ਬਸ ਥੋੜਾ ਚਿਰ ਹੀ ਰਹਿ ਗਿਆ। ਇਸ ਕਰਕੇ ਇਹ ਤਾਂ ਉਹ ਗੰਦੇ ਲੋਕ ਨੇ। ਜਿੱਥੇ ਤੱਕ ਹੁਣ ਤੁਸੀਂ ਗੱਲ ਕਰੋ, ਇੱਕ ਫੈਸਲਾ ਹੋ ਗਿਆ ਵੀ ਉਹ ਵੀ ਚੜੂਨੀ ਸਾਹਿਬ ਸੀ, ਉਹ 'ਚ ਨਿਖਿਲ ਦੇਵ ਸੀ, ਉਹਦੇ ਵਿੱਚ ਆਪਣੇ ਜਿਹੜੇ ਆ ਸਭ ਤੋਂ ਵੱਡੇ ਵਕੀਲ ਪ੍ਰਸ਼ਾਂਤ ਭੂਸ਼ਣ ਸੀ, ਉਹਦੇ ਵਿੱਚ ਉਹ ਜਿਹੜੇ ਮੇਗਾ ਪਾਟੇਕਰ ਉਹ ਸੀ। ਇੱਕ ਹੋਰ ਜਿਹੜੇ ਬੜੇ ਸਿਆਣੇ ਬੰਦਿਆਂ ਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਜੀ ਉੱਥੇ ਆਓ, ਤੁਸੀਂ ਵੀ ਇੱਥੇ ਬੈਠੇ ਹੋ। ਉਹ ਦਿੱਲੀ ਦੇ ਵਿੱਚ ਪ੍ਰੋਗਰਾਮ ਸੀ, ਗੁਰੂ ਤੇਗ ਬਹਾਦਰ ਮੈਮੋਰੀਅਲ। ਤਾਂ ਮੈਨੂੰ ਉਦੋਂ ਹੀ ਤਾਂ ਪਤਾ ਲੱਗਿਆ ਵੀ ਇਹਨਾਂ ਦੀ ਗਾਂਠ ਕਿਵੇਂ ਆਮ ਆਦਮੀ ਤੇ ਇਹਦੀ ਰਾਜੇਵਾਲ ਦੀ। ਉਹ ਹਰਿਆਣੇ 'ਚ ਐਜੀਟੇਸ਼ਨ ਚੱਲ ਰਿਹਾ, ਇਹ ਗੁਰੂ ਤੇਗ ਬਹਾਦਰ ਮੈਮੋਰੀਅਲ ਦਿੱਲੀ 'ਚ। ਅਸੀਂ ਉੱਥੇ ਪਹੁੰਚੇ ਕਿਉਂਕਿ ਉਹ ਕੇਜਰੀਵਾਲ ਦੀ ਸਰਕਾਰ ਸੀ, ਉਹਦੇ ਅੰਡਰ ਸੀ, ਉਹਨਾਂ ਨੂੰ ਸਭ ਪਤਾ ਸੀ ਵੀ ਕੌਣ ਇੱਥੇ ਆ ਰਿਹਾ ਕੌਣ ਨਹੀਂ ਜਾ ਰਿਹਾ। ਇਹਨਾਂ ਦਾ ਤਾਲਮੇਲ ਇਕੱਠਾ ਸੀ, ਆਮ ਆਦਮੀ ਤੇ ਰਾਜੇਵਾਲ, ਇਹਦਾ ਗਰੁੱਪ ਇਕੱਠੇ ਹੋ ਕੇ ਸਾਨੂੰ, ਅਸੀਂ ਸਾਡੇ ਕੋਲ ਕੋਈ ਗਨ, ਮੈਂ ਹਜੇ ਕਿ ਮੇਰੇ ਕੋਲ Z+ ਸਿਕਿਉਰਿਟੀ ਹੈ,
ਜੇ ਉੱਥੇ ਨਾਲ ਹੁੰਦੀ ਤਾਂ ਪਤਾ ਨਹੀਂ ਕੀ ਕੁਛ ਹੁੰਦਾ। ਅਸੀਂ ਕਿਹਾ ਨਾ ਇਹ ਨਾ ਪ੍ਰੋਗਰਾਮ ਕਿਸਾਨਾਂ ਇੱਥੇ ਸਾਨੂੰ ਕਾਹਦੇ ਲਈ, ਅਸੀਂ ਇੱਕ ਬੰਦਾ ਵੀ ਲੈ ਕੇ ਜਾਣਾ ਨਾਲ। ਤਿੰਨੋਂ ਬੰਦੇ ਗੱਡੀ ਜੀਰਾ ਸਾਹਿਬ ਚਲਾਉਣ ਲੱਗੇ, ਉਹਨਾਂ ਦੀ ਗੱਡੀ ਸੀ, ਔਜਲਾ ਸਾਹਿਬ ਮੂਹਰੇ ਬਹਿ ਗਏ, ਮੈਂ ਪਿੱਛੇ ਬਹਿ ਗਿਆ। ਤਿੰਨੋਂ ਬੰਦੇ ਅਸੀਂ ਉੱਤਰ ਕੇ ਉਸ ਪ੍ਰੋਗਰਾਮ ਚਲੇ ਗਏ। ਹੁਣ ਜਿੱਦਣ ਇਹ ਕੈਂਡੀਡੇਟ ਜਾਰੀ ਕਰਨਗੇ ਉਹਨਾਂ ਦੀਆਂ ਫੋਟੋਆਂ ਵੀ ਜਾਰੀ ਕਰਾਂਗੇ। ਕਹਿੰਦੇ ਕਾਂਗਰਸ ਦੀ ਅਸੀਂ ਸਰਕਾਰ ਬਣਨ ਨਹੀਂ ਦੇਣੀ, ਰਾਜੇਵਾਲ ਸਾਹਿਬ ਕਹਿੰਦੇ ਇਹਨਾਂ ਨੇ ਲੁੱਟਿਆ। ਰਾਜੇਵਾਲ ਸਾਹਿਬ ਨੂੰ ਇਹ ਪੁੱਛੋ ਵੀ ਅਕਾਲੀਆਂ ਦੇ ਆਪਾਂ ਕਿੰਨੇ ਨੇੜੇ ਰਹੇ ਹਾਂ, ਹਲਕਾ ਇੰਚਾਰਜ ਵੀ ਲਾ ਕੇ ਰੱਖਿਆ, ਤੇ ਦੂਜੇ ਕਿਸੇ ਕਿਸਾਨ ਜਿਹੜੇ ਨਾਲ ਐਜੀਟੇਸ਼ਨ ਕਰ ਰਹੇ ਸੀ, ਕਿਸੇ ਦੇ ਸ਼ੈਲਰ ਨਹੀਂ ਬਣੇ, ਕਿਸੇ ਦੀਆਂ ਆੜਤਾਂ ਨਹੀਂ ਚੱਲੀਆਂ, ਤੇ ਰਾਜੇਵਾਲ ਸਾਹਿਬ ਦੀਆਂ ਆੜਤਾਂ ਵੀ ਨੇ, ਸਭ ਤੋਂ ਵੱਡੇ ਜਿਹੜੀਆਂ ਉਹ ਸ਼ੈਲਰ ਵੀ ਨੇ। ਇਹ ਚੀਜ਼ਾਂ ਪਿੰਡ 'ਚ ਤਾਂ ਤੁਸੀਂ ਰਹਿੰਦੇ ਹੀ ਸਮਰਾਲੇ ਹੋ, ਤੁਸੀਂ ਕੋਠੀ 'ਚ ਮਹਿਲ 'ਚ, ਤੁਸੀਂ ਕਿਹੜੀਆਂ ਕਿਸਾਨਾਂ ਦੀਆਂ ਗੱਲਾਂ ਕਰਦੇ ਹੋ? ਤੇ ਯਾਰ ਇੱਕ ਮਤਲਬ ਵਾਰੇ ਜਾਈਏ, ਤੁਸੀਂ ਉਹ ਬੰਦੇ ਦੇਖੋ ਕਿੰਨੀ ਇਹਨਾਂ ਨੂੰ ਇਹ ਭਜਾਇਆ ਵੀ ਇਹਨਾਂ ਨੇ। ਹੁਣ ਅੱਜ MSP ਦੀ ਲੜਾਈ ਕਿੱਥੇ ਗਈ? ਤੁਸੀਂ ਜਿਹੜੇ ਟੌਪ ਦੇ ਬੰਦੇ ਸਰਕਾਰ ਨਾਲ ਗੱਲ ਕਰਦੇ ਸੀ, ਅੱਜ ਤੁਹਾਨੂੰ SKM ਨੇ ਬਾਹਰ ਕੱਢਤਾ। ਜਿਹੜੀ ਸਭ ਤੋਂ ਵੱਡੀ ਕਮੇਟੀ 9 ਮੈਂਬਰ ਕਮੇਟੀ, ਉਹ 'ਚੋਂ ਵੀ ਸਰਦਾਰ ਜੀ ਨੂੰ ਬਾਹਰ, ਫਰਾਡ ਨੰਬਰ 1 ਰਾਜੇਵਾਲ ਸਾਹਿਬ ਨੂੰ। ਇਹ ਤਾਂ ਬੰਟੀ ਬਬਲੀ ਨਾਲ ਵੀ ਉੱਤੇ ਆ। ਇਹ ਰਾਜੇਵਾਲ ਦਾੜੀ ਚਿੱਟੀ ਲੱਗਦੀ ਆ, ਪਰ ਅੰਦਰੋਂ ਇਹ ਚੁਲਬਲੇ ਬੰਟੀ ਬਬਲੀ ਨਾਲੋਂ ਵੀ ਨੇ। ਇਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਕਮੇਟੀ ਬਣੀ ਸੀ ਉਦੋਂ ਬਾਅਦ MSP ਲਈ ਸਰਕਾਰ ਨਾਲ, ਉਹ 'ਚੋਂ ਵੀ ਕੱਢਿਆ। ਤੇ ਜਿਹੜੀ ਬਾਕੀ ਜਿਹੜੀ ਦੇਸ਼ ਦੀ ਜਿਹੜੀ 300-400 ਸੰਗਠਨ ਸੀ, ਉਹਨਾਂ 'ਚੋਂ ਵੀ ਆਊਟ ਕਰਤੇ। ਹੁਣ ਇਹ ਮੈਨੂੰ ਦੱਸਣ ਵੀ ਅੱਜ ਬਿੱਟੂ ਤਾਂ ਕਹਿ ਨਹੀਂ ਰਿਹਾ, ਅੱਜ ਇੱਕ ਸ਼ਾਦੀਪੁਰ ਸਾਹਿਬ ਜਿਹੜੇ ਸਤਿਕਾਰਯੋਗ ਇਹਨਾਂ ਦੇ ਰਹੇ, ਉਹ ਅੱਜ ਕਿਸੇ ਚੈਨਲ ਤੇ ਕਹਿ ਰਹੇ ਸੀ ਵੀ ਬਿੱਟੂ ਤਾਂ ਇੱਕ ਪੋਲੀਟੀਕਲ ਪਾਰਟੀ ਦਾ MP ਸੀ, ਉਹ ਵੀ ਧਰਨੇ ਤੇ ਬੈਠਾ ਸੀ, ਅਸੀਂ ਤਾਂ ਪੋਲੀਟੀਕਲ ਹੋ ਕੇ ਬੈਠੇ ਸੀ, ਅਸੀਂ ਕੋਈ ਲਾਹਾ ਲੈਣ ਨਹੀਂ ਬੈਠੇ। ਤੁਸੀਂ ਤਾਂ ਪੋਲੀਟੀਕਲ ਲਾਹਾ ਲਿਆ ਉੱਥੋਂ, ਤੁਸੀਂ ਤਾਂ ਪੋਲੀਟੀਕਲ ਹੈ ਨਹੀਂ ਸੀ। ਤੁਸੀਂ ਉਸ ਧਰਨੇ 'ਚੋਂ ਅੱਜ 750 ਕਿਸਾਨ ਸ਼ਹੀਦ ਹੋ ਗਿਆ। ਜਿੰਨਾ NRIਆਂ ਦਾ ਪੈਸਾ ਤੁਹਾਨੂੰ ਆਇਆ, ਅੱਜ ਕਿੱਥੋਂ ਪੈਸਾ ਲਾ ਰਹੇ ਹੋ ਇਲੈਕਸ਼ਨਾਂ 'ਚ? ਅੱਜ ਕਿੱਥੋਂ ਮੀਡੀਆ 'ਚ? ਤੁਸੀਂ ਮੀਡੀਆ ਵੀ ਖਰੀਦਿਆ, ਕੁਛ ਚੈਨਲ ਇਹਨਾਂ ਨੇ ਆਪਦੇ ਬਣਾਏ, ਉਹ ਵੀ ਆਉਣ ਵਾਲੇ ਗੱਲਾਂ 'ਚ ਸਾਹਮਣੇ ਆਉਣਗੀਆਂ, ਜਿਹ 'ਚ ਇਹਨਾਂ ਨੇ ਸਾਰਾ ਆਪਣਾ ਪੈਸਾ ਇਨਵੈਸਟ ਕੀਤਾ ਹੈ। ਤੁਹਾਡੇ ਲਈ ਮੁੱਖ ਚੁਣੌਤੀ ਕੌਣ ਹੈ? ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ, ਜਾਂ ਫਿਰ ਤੁਹਾਡੇ ਆਪਣੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ? ਕੌਣ ਹੈ ਤੁਹਾਡੇ ਲਈ ਮੁੱਖ ਚੁਣੌਤੀ? ਕੌਣ ਹੈ? ਦੇਖੋ, ਇੱਕ ਗੱਲ ਤਾਂ ਆਪ ਹੀ ਕੇਜਰੀਵਾਲ ਸਾਹਿਬ ਤੇ ਰਾਘਵ ਚੱਡਾ ਦੀ ਜਾਨ ਨਿਕਲ ਗਈ ਉਦਣ, ਜਿੱਦਣ BJP ਨੇ ਇਹ ਪੱਟ ਲਏ। ਜਿੱਦਣ ਪਹਿਲਾਂ ਤਾਂ ਇਕੱਠੇ ਲੜਨ ਦੀਆਂ ਗੱਲਾਂ ਕਰਦੇ ਸੀ ਨਾ, ਉਹਨਾਂ ਚਿਰ ਤਾਂ ਸਾਨੂੰ ਸੀ। ਜਦੋਂ ਹੁਣ ਇਹ ਅਲੱਗ-ਅਲੱਗ BJP ਨੇ ਚੋਗਾ ਸਿੱਟਤਾ ਰਾਜੇਵਾਲ ਸਾਹਿਬ ਤੇ ਕੰਪਨੀ ਨੂੰ, ਤੇ ਉਦੋਂ ਤੁਸੀਂ ਦੇਖਿਆ ਰਾਘਵ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਕੇਜਰੀਵਾਲ ਵੀ ਉਰੇ ਬੋਲਿਆ ਵੀ ਸਾਨੂੰ ਨੁਕਸਾਨ ਆ। ਇਹ ਕਿਸਾਨਾਂ ਨੂੰ ਹੀ ਵਿਚਾਰੇ, ਜਿਹੜੇ ਕਿਸਾਨ ਸਾਡੇ ਮਜ਼ਦੂਰ ਜਿਹੜੇ ਆਗੂ ਮੰਨਦੇ ਰਹੇ ਰਾਜੇਵਾਲ ਹੋਣਾ ਨੂੰ, ਇਹ ਨਹੀਂ ਪਤਾ ਲੱਗਿਆ ਵੀ ਇਹ ਤਾਂ ਠੱਗ ਨੇ, ਇਹ ਅੰਦਰੋਂ ਕਾਲੇ ਦਿਲ ਵਾਲੇ ਤਾਂ ਇਹ ਆ। ਜਿਵੇਂ ਕਹਿੰਦੇ ਨਾ ਦਾਲ 'ਚ ਕਾਲਾ, ਦਾਲ ਸਾਰੀ ਇਹ ਕਾਲੇ ਜਿਹੜੇ ਵਿੱਚ ਸੀਗੇ, ਇਹ BJP ਨੇ ਕੱਢ ਕੇ ਬਿਠਾਤੇ। ਹੁਣ ਸਾਰੇ 117 ਤੇ ਖੜੇ ਕਰਤੇ, ਕੋਈ ਫਲਾਨਾ ਜੀ, ਕੋਈ ਫਲਾਨਾ ਜੀ, ਕੋਈ ਲਿਸਟ ਆ ਗਈ ਜੀ, ਕੋਈ। ਮੇਰਾ ਕਹਿਣ ਦਾ ਮਤਲਬ ਇਸ ਵੇਲੇ ਉਹੀ ਵੋਟ ਆ ਜਿਹੜੀ ਕਿਤੇ ਨਾ ਕਿਤੇ ਆਪਸ ਵਿੱਚ ਜਿਹੜੀ ਇਹਨਾਂ ਨੂੰ ਪੈਣੀ ਆ। ਹੁਣ ਉਹ ਕੋਈ ਵੋਟ ਜਿਹੜੀ ਆ ਉਹ ਕਿਸਾਨ ਜਿਹੜੇ ਫਰਾਡ ਨੇ ਇਹਨਾਂ ਨੂੰ ਚਲੀ ਜਾਊਗੀ, ਜਿਹੜੇ ਨਕਲੀ ਕਿਸਾਨ। ਹੁਣ ਅਸਲੀ ਕਿਸਾਨ ਤਾਂ ਸਮਝ ਗਏ ਇਹਨਾਂ ਨੂੰ ਹਰ ਨੂੰ ਲੀਡਰਾਂ ਨੂੰ ਇਹ ਗੱਡੀਆਂ ਭਨਾਉਂਦੇ ਰਹੇ, ਹਰ ਤੇ ਇਹ ਅਟੈਕ ਕਰਾਉਂਦੇ ਰਹੇ। ਉਹ ਇਹ ਸੀ ਆਮ ਲੋਕਾਂ ਦਾ ਰਿਸ਼ਤਾ ਥੋੜ੍ਹੀ ਖਰਾਬ ਕਰਦਾ ਸੀ ਕੋਈ ਹਿੰਦੂ, ਸਿੱਖ, ਮੁਸਲਿਮ, ਈਸਾਈ, ਉਰੇ ਕੋਈ ਫਰਕ ਆ? ਕਿਸੇ ਪਾਰਟੀ ਦਾ ਕਿਸੇ ਦਾ ਫਰਕ ਆ ਪਿੰਡਾਂ 'ਚ? ਇਹ ਜ਼ਹਿਰਾਂ ਉਗਲਦੇ ਰਹੇ, ਇਹ ਬਹਿ ਟਰਾਲੀਆਂ ਤੇ ਉੱਥੇ ਫਰਕ ਪਾਉਂਦੇ ਰਹੇ ਇੱਕ ਦੂਜੇ ਨਾਲ। ਇਸ ਤਰੀਕੇ ਨਾਲ ਇਹਨਾਂ ਦਾ ਪ੍ਰੋਪਾਗੈਂਡਾ ਸੀ। ਤੇ ਹੁਣ ਜਿੰਨੀਆਂ ਕੁ ਵੋਟਾਂ ਉਹ ਆਮ ਆਦਮੀ ਨੂੰ ਪੈ ਜਾਣਗੀਆਂ, ਅੰਨੀਆਂ ਕੁ ਇਹਨਾਂ ਨੂੰ ਪੈ ਜਾਣਗੀਆਂ। ਇੰਨਾ ਹੀ ਕੰਮ ਆ। ਮੁਕਾਬਲਾ ਜਿਹੜਾ ਤੁਸੀਂ ਦੇਖਿਆ ਮੋਦੀ ਸਾਹਿਬ ਦੇ ਉਦਣ ਖਾਲੀ ਰੈਲੀਆਂ ਰਹਿ ਗਈਆਂ, ਕੁਰਸੀਆਂ ਰਹਿ ਗਈਆਂ, ਉਹ ਵਿਚਾਰੇ ਮੁੜ ਗਏ ਜਿਹੜੇ ਲੱਖਾਂ ਤੋਂ ਘੱਟ ਨਹੀਂ ਬੋਲਦੇ। ਅਕਾਲੀ ਦਲ ਤੁਹਾਨੂੰ ਵੈਸੇ ਹੀ ਪਤਾ ਹੈ ਵੀ ਜੋ ਮਜੀਠੀਆ ਸਾਹਿਬ ਦਾ, ਚੰਨੀ ਸਾਹਿਬ ਨੇ ਪਰਚਾ ਦਰਜ ਕਰਕੇ ਲੋਕਾਂ 'ਚ ਜੋ ਸੀਗਾ ਮਾਝੇ ਦਾ ਜਰਨੈਲ ਦੀ, ਉਹਦੀ ਹਵਾ ਕੱਢਤੀ। ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਆ ਜਿਹਦੇ ਵਿੱਚ ਸ਼ੇਰ ਵੀ ਆ, ਜਿਹਦੇ ਵਿੱਚ ਬੱਬਰ ਸ਼ੇਰ ਵੀ ਆ। ਸ਼ੇਰ ਕੌਣ ਹੈ, ਬੱਬਰ ਸ਼ੇਰ ਕੌਣ ਹੈ? ਨਹੀਂ ਚਲੋ ਹੁਣ ਹਰ ਗੱਲ ਜਾਨਵਰ ਨੇ, ਉਹ ਤਾਂ ਖੈਰ ਮੈਂ ਦੱਸਿਆ। ਮੈਂ ਤਾਂ ਉਹ ਕਿਹਾ ਵੀ ਸਾਰੇ ਉਸ ਤਾਕਤ ਰੱਖਣ ਵਰਗੇ ਲੋਕ ਨੇ ਜਿਹੜੇ ਸਾਡੇ 'ਚ ਹਰ ਤਰ੍ਹਾਂ ਦਾ ਜਿਹੜਾ ਹੈ ਉਹ ਕਾਂਗਰਸ ਪਾਰਟੀ 'ਚ ਨੇ। ਆਹ ਮਾੜੀ ਜੀ ਗੱਲ ਜਿਹੜੀ ਇੱਕ ਆ, ਜਿਹੜੀ ਤੁਸੀਂ ਸਿੱਧੂ ਸਾਹਿਬ ਵਾਲੀ ਗੱਲ ਕਹੀ ਆ, ਉਹ ਇੱਕ ਜ਼ਰੂਰ ਇਸ਼ੂ ਆ ਜਿਹੜਾ ਕਾਂਗਰਸ ਪਾਰਟੀ ਸੋਲਵ ਕਰ ਲੇਗੀ।
ਇੱਕ ਗੱਲ ਦਾ ਮੈਂ ਤੁਹਾਨੂੰ ਜਵਾਬ ਰਹਿ ਗਿਆ, ਕਾਂਗਰਸ ਪਾਰਟੀ ਕਦੇ ਵੀ ਚਿਹਰੇ ਨਾਲ ਗਈ ਨਹੀਂ। ਯੂਪੀ 'ਚ ਜਾ ਰਹੀ ਆ, ਮਨੀਪੁਰ 'ਚ ਜਾ ਰਹੀ ਆ, ਗੋਆ 'ਚ ਜਾ ਰਹੀ ਆ, ਉੱਤਰਾਖੰਡ 'ਚ ਤੁਹਾਨੂੰ ਪਤਾ ਕਿੰਨੇ ਸੀਨੀਅਰ ਲੀਡਰ ਪਹਿਲਾਂ ਸੀਐਮ ਰਹੇ ਵੀ ਹੋਏ ਨੇ। ਆਪਣੇ ਜਿਹੜੇ ਇੰਚਾਰਜ ਸੀ ਪੰਜਾਬ ਦੇ, ਰਾਵਤ ਸਾਹਿਬ, ਡਿਕਲੇਅਰ ਕੀਤਾ ਨਹੀਂ ਕੀਤਾ। ਇਹ ਤਾਂ ਅਸੀਂ ਸੀ ਜਿਹੜੇ ਪਿਛਲੀ ਵਾਰ ਹਰ ਪਾਰਟੀ ਦਾ ਵਰਕਰ ਤੋਂ ਲੈ ਕੇ ਹਰ ਲੀਡਰ ਤੱਕ ਅਸੀਂ ਜਾ ਕੇ ਹੱਥ ਜੋੜੇ ਵੀ 10 ਸਾਲ ਅਸੀਂ ਹੋ ਗਏ ਹਾਰਦਿਆਂ ਨੂੰ, ਕੈਪਟਨ ਅਮਰਿੰਦਰ ਸਿੰਘ ਐਸਾ ਚਿਹਰਾ ਏ ਜਿਹਦੇ ਖਾਤਰ ਇਹਨਾਂ ਨੂੰ ਅਨਾਊਂਸ ਕਰੋ, ਸਾਡੀ ਗਰੰਟੀ ਅਸੀਂ ਇਹਨਾਂ ਨਾਂ ਤੇ ਜਿੱਤ ਕੇ ਆਵਾਂਗੇ। ਉਹ ਉਹਨਾਂ ਨੇ ਅਨਾਊਂਸ ਕਰਤਾ। ਜਾਂ ਤਾਂ ਹੁਣ ਸਾਰੇ ਇੱਕ ਮਤ ਹੋ ਕੇ ਸਿੱਧੂ ਸਾਹਿਬ ਲਈ ਕਹਿੰਦੇ ਹੁਣ ਪਾਰਟੀ ਅੜੰਗਾ ਕੌਣ ਪਾ ਰਿਹਾ? ਇੱਕ ਮਤ ਕੌਣ ਹੈ ਤੇ ਅੜੰਗਾ ਕੌਣ ਪਾ ਰਿਹਾ? ਨਾ ਅੜੰਗਾ ਕੋਈ ਪਾਉਂਦਾ ਹੁੰਦਾ ਕਿਤੇ, ਇਹ ਤਾਂ ਵਰਕਰਾਂ ਦੀ ਆਵਾਜ਼ ਆਉਂਦੀ ਹੈ। ਲੈ ਮੈਨੂੰ ਲੁਧਿਆਣੇ ਵਾਲੇ ਕਹਿਣ ਵੀ ਅਸੀਂ ਨਹੀਂ ਭਾਈ ਬਚਦੇ, ਸਿੱਧੂ ਸਾਹਿਬ ਤੋਂ ਬਗੈਰ ਅਨਾਊਂਸ ਕਰਾਓ, ਮੈਂ ਜਦੀ ਜਾ ਕੇ ਦਿੱਲੀ ਬਹਿ ਜਾਊਂਗਾ। ਅੱਜ ਜਿਹੜਾ ਕੰਮ ਕੀਤਾ ਨਾ ਚੰਨੀ ਸਾਹਿਬ ਨੇ 111 ਦਿਨਾਂ ਦਾ, ਉਹ ਬਹੁਤ ਲੋਕਾਂ ਦੇ ਮਨ 'ਚ ਵਸਿਆ ਹੋਇਆ। ਚੰਨੀ ਜਿਹੜਾ ਸੁੱਤੇ ਨਹੀਂ, ਲੁਧਿਆਣਾ ਦੇ ਲੋਕ ਇਹ ਕਹਿੰਦੇ ਕਿ ਚੰਨੀ ਸਾਹਿਬ ਨੂੰ ਬਣਾ ਦਿਓ ਮੁੱਖ ਮੰਤਰੀ। ਤੁਹਾਨੂੰ ਕਿਹਾ ਕਦੀ ਕਿਸੇ ਪਰਸਨਲੀ ਵਰਕਰ ਨੇ ਕਿ ਤੁਹਾਡੇ ਤੱਕ ਪਹੁੰਚ ਹੋਈ? ਮੈਂ ਕਹਿੰਦਾ ਸਾਡਾ ਵਰਕਰ ਤਾਂ ਛੱਡੋ, ਦੂਜੀ ਪਾਰਟੀ ਵਾਲੇ ਵੀ ਇਹ ਕਹਿੰਦੇ ਆ ਵੀ ਇਹੋ ਜਿਹਾ ਸੀਐਮ ਯਾਰ ਤੇ ਨਾ, ਇਹਨੇ ਤਾਂ ਦਿਖਾਤਾ ਦੁਬਾਰਾ ਵੀ ਚੀਫ ਮਿਨਿਸਟਰ ਹੁੰਦਾ ਕੀ ਆ, ਵੀ ਪਤਾ ਹੀ ਹੋਣ ਲੱਗਿਆ ਚੀਫ ਮਿਨਿਸਟਰ। ਤੁਸੀਂ ਇੱਕ ਗੱਲ ਤੋਂ ਅੰਦਾਜ਼ਾ ਲਾਓ, ਇੱਕ ਪਿੰਡ 'ਚ ਤੁਹਾਨੂੰ ਯਾਦ ਹੋਣਾ ਹੈਲੀਕਾਪਟਰ ਇੱਕ ਉਤਰ ਗਿਆ, ਜਦੋਂ ਧੁੰਦ ਜੀ ਸੀ, ਉਹ ਪਤਾ ਲੱਗਿਆ ਕਹਿੰਦੇ ਕੌਣ ਆ, ਉਹ ਕਾਕਾ ਲੋਹਗੜ੍ਹ ਜਿਹੜੇ ਜਿਹਨਾਂ ਦਾ ਉਹਨਾਂ ਦੇ ਬ੍ਰਦਰ ਜਾਂ ਭਤੀਜੇ ਆ ਰਹੇ ਸੀ। ਉਹ ਹੈਲੀਕਾਪਟਰ ਕਿਤੇ ਧੁੰਦ ਜ਼ਿਆਦਾ ਹੋ ਗਈ, ਉਹ ਸੰਗਰੂਰ ਦੇ ਕਿਸੇ ਪਿੰਡ ਉਤਰ ਗਿਆ ਤੇ ਉੱਥੇ ਦੇ ਸਰਪੰਚ ਲੋਕ ਭੱਜੇ ਇਕੱਠੇ ਆ ਗਏ। ਉਹ ਮੀਡੀਆ ਵਾਲੇ ਨੇ, ਲੋਕਲ ਅੱਜ ਕੱਲ੍ਹ ਹਰੇਕ ਵੀਡੀਓ ਬਣਾਉਣ ਲੱਗ ਜਾਂਦਾ। ਉਹ ਕਹਿੰਦਾ ਜੀ ਤੁਸੀਂ, ਉਹ ਕਹਿੰਦੇ ਜੀ ਅਸੀਂ ਕਿਹਾ ਵੀ ਚੰਨੀਓ ਫਿਰਦਾ ਅੱਜ ਕੱਲ੍ਹ ਹੈਲੀਕਾਪਟਰ ਲਈ, ਕਿਤੇ ਸਾਡੇ ਪਿੰਡ ਵੀ ਆ ਗਿਆ। ਲੋਕਾਂ ਤਾਂ ਐਂ ਲੱਗਣ ਲੱਗਿਆ ਵੀ ਚੰਨੀ ਸਾਡਾ ਏ, ਵੀ ਹੈਲੀਕਾਪਟਰ ਵੀ ਐਂ ਫਿਰਦਾ ਸਾਡੇ ਪਿੰਡ, ਕਿਤੇ ਚੰਨੀ ਅੱਜ ਆ ਗਿਆ। ਲੋਕਾਂ ਦੇ ਐਂ ਮਨਾਂ 'ਚ ਵਸਿਆ ਹੋਇਆ ਚੰਨੀ, ਗਰੀਬ ਦੇ, ਮਜ਼ਦੂਰ ਦੇ, ਚਾਹੇ ਉਹ ਕੋਈ ਹੋਵੇ, ਕਿਸੇ ਜਾਤ ਪਾਤ ਦੀ ਗੱਲ ਨਹੀਂ ਕਰਦਾ ਮੈਂ। ਜੇ ਗਰੀਬ ਐਸਸੀ ਦੀ ਗੱਲ ਕਰਾਂ ਤਾਂ ਲੋਕਾਂ ਨੇ ਪੈਸੇ ਫੜ ਕੇ ਵੀ ਲਿਆਈ 500 ਰੁਪਈਆ, ਜਿਹੜਾ ਦਿਹਾੜੀ ਵਾਲਾ ਨਾ ਉਹਨੇ ਨਾਲ ਦੇ ਲਿਆ 500 ਰੁਪਈਆ ਦੇ ਯਾਰ ਮਠਿਆਈ ਲੱਡੂ ਵੰਡਣੇ, ਅੱਜ ਚੰਨੀ ਬਣ ਗਿਆ ਸੀ। ਇਹ ਇੱਕ ਇਨਕਲਾਬ ਜਿਹੜਾ ਫੈਸਲਾ ਐਮਐਲਏ ਨੇ ਲਿਆ, ਇਹ ਕਿਸੇ ਪਾਰਟੀ ਦੀ ਜੇ ਗੱਲ ਕਰੋ ਉਹ ਗਲਤ ਹੋਏਗੀ। ਇਹ ਸਾਰੇ ਐਮਐਲਏ ਨੇ ਜਦੋਂ ਇਕੱਠੇ ਹੋਏ ਬੈਠੇ ਸੀ, ਇਹ ਫੈਸਲਾ ਹਾਈ ਕਮਾਂਡ ਨੂੰ ਕਿਹਾ ਵੀ ਸਾਡਾ ਸੀਐਮ ਆ ਜਿਹੜਾ ਮੌਕਾ ਮਿਲਿਆ ਜੇ ਕੈਪਟਨ ਸਾਹਿਬ ਤੋਂ ਬਾਅਦ, ਤਾਂ ਚੰਨੀ ਨੂੰ ਬਣਾਓ। ਤੇ ਇਸ ਕਰਕੇ ਇਸ ਵੇਲੇ ਲੋਕ ਕੰਮਾਂ ਨਾਲ ਜੁੜੇ ਹੋਏ ਆ, ਲੋਕ ਦੇਖਦੇ ਆ ਵੀ ਡਿਵੈਲਪਮੈਂਟ ਕੌਣ ਕਰਦਾ, ਲੋਕ ਦੇਖਦੇ ਆ ਵਿਜ਼ਨ ਕਿਹਦੀ ਆ। ਤੇ ਇਸ ਕਰਕੇ ਅੱਜ ਜਿਹੜੀ ਆ ਵੋਟ ਆ ਸਾਨੂੰ ਜਿਹੜੀ ਪੈਣੀ ਆ, ਉਹ ਚਰਨਜੀਤ ਚੰਨੀ ਦੇ 111 ਦਿਨ ਪਲੱਸ ਜਿਹੜੀ 4.5 ਸਾਲ ਤੋਂ ਬਾਅਦ ਜਿਹੜੀ ਡਿਵੈਲਪਮੈਂਟ ਜਿਹੜੀ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ। ਅੱਜ ਪਿੰਡਾਂ 'ਚ ਜਿਹੜੇ ਸਕੂਲ ਬਣੇ ਆ, ਸੜਕਾਂ ਬਣੀਆਂ, ਕਾਲਜ ਬਣੇ ਆ, ਡਿਸਪੈਂਸਰੀਆਂ ਬਣੀਆਂ, ਹਸਪੀਟਲ ਬਣੇ ਆ। ਕਿਸੇ ਵੀ ਤੁਸੀਂ ਕੌਂਸਟੀਟੂਐਂਸੀ ਜਾਓ, ਕਿਸੇ ਐਮਐਲਏ ਨੂੰ ਪੁੱਛੋ ਜਿਹਨੇ ਕੰਮ ਕੀਤਾ, ਉਹ ਤੁਹਾਨੂੰ ਦਿਖਾਊਗਾ। ਉਹ ਤਾਂ ਮੈਂ ਨਹੀਂ ਮੰਨਦਾ ਵੀ 5 ਸਾਲ ਤੋਂ ਘੱਟ ਬਣ ਗਏ, 1 ਸਾਲ 'ਚ ਪਹਿਲੇ 'ਚ ਬਜਟ 'ਚ ਆਏ, ਬਜਟ ਤੋਂ ਬਾਅਦ ਪੈਸੇ 1 ਸਾਲ 'ਚ ਗਏ, ਤਾਂ ਕਿਤੇ ਤੀਜੇ ਚੌਥੇ ਸਾਲ ਜਾ ਕੇ ਕੰਮ ਸ਼ੁਰੂ ਹੁੰਦਾ। ਅੱਜ ਹੁਣ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ, ਅੱਜ ਜੇ ਉੱਥੇ ਗਵਰਨਮੈਂਟ ਕਾਲਜ ਆਜ਼ਾਦੀ ਤੋਂ ਪਹਿਲਾਂ ਦਾ ਗਵਰਨਮੈਂਟ ਕਾਲਜ ਆ, ਦੂਜਾ ਗਵਰਨਮੈਂਟ ਕਾਲਜ ਜੇ ਗਿਆ ਤਾਂ ਉਹ ਇਸ ਸਰਕਾਰ ਨੇ ਪਹਿਲੇ ਸਾਲ ਜਿਹੜਾ ਲੁਧਿਆਣੇ ਵਰਗੇ ਸ਼ਹਿਰ 'ਚ, ਤੁਸੀਂ ਸੋਚੋ। ਤੇ ਇਸ ਕਰਕੇ ਇਹ ਤਾਂ ਮੈਂ ਇੱਕ ਗੱਲ, ਲੁਧਿਆਣੇ ਤੁਸੀਂ ਜਾ ਕੇ ਦੇਖੋ, ਮੈਂ ਤੁਹਾਨੂੰ ਨਾਲ ਲੈ ਕੇ ਚੱਲੂੰਗਾ ਵੀ ਕਿਸ ਤਰੀਕੇ ਨਾਲ ਅੱਜ ਪੈਸਾ ਉੱਥੇ, ਚਾਹੇ ਗ੍ਰੀਨ ਬੈਲਟ ਹੋਣ, ਚਾਹੇ ਪੁਲ ਹੋਣ, ਚਾਹੇ ਸੋਲਰ ਸਿਸਟਮ ਹੋਵੇ, ਚਾਹੇ ਹੋਰ ਚੀਜ਼ਾਂ ਹੋਣ, ਕਿਉਂਕਿ ਬਹੁਤ ਵੱਡਾ ਸ਼ਹਿਰ ਆ। 10 ਸਾਲ ਡਿਵੈਲਪਮੈਂਟ ਦੇ ਨਾਂ ਤੇ ਕੀਤਾ ਹੀ ਕੁਛ ਨਹੀਂ ਸੀ, ਰੁਕਿਆ ਪਿਆ ਸਾਰਾ ਕੁਛ। ਅੱਜ ਚੰਨੀ ਕਿਵੇਂ ਕੋਈ ਕਹਿ ਦੇਵੇ ਬਿੱਲ ਘੱਟ ਨਹੀਂ ਹੋਇਆ, ਯਾਰ ਪਹਿਲੀ ਵਾਰ ਇਹ ਹੋਇਆ ਲਿੰਕੇਸ਼ ਜੀ। ਅੱਗੇ ਮੈਂ ਵੀ ਛੋਟੇ ਹੁੰਦੇ ਤੋਂ ਇਹੀ ਸੋਚਦੇ ਸੀ ਵੀ ਜਿਹੜਾ ਚੰਡੀਗੜ੍ਹ ਜਾ ਕੇ ਸਸਤਾ ਤੇਲ ਮਿਲੂਗਾ ਜਾਂ ਜੀ ਹਰਿਆਣੇ ਜਾ ਕੇ ਮਿਲੂਗਾ। ਅੱਜ ਬੋਰਡ ਲੱਗਿਆ ਹਰਿਆਣੇ ਚੰਡੀਗੜ੍ਹ ਜੀ, ਪੰਜਾਬ 'ਚ ਸਸਤਾ ਡੀਜ਼ਲ ਪੈਟਰੋਲ। ਜਿਵੇਂ ਤੁਸੀਂ ਚੰਨੀ ਸਾਹਿਬ ਦੀ ਗੱਲ ਕਰਦੇ ਪਏ ਹੋ, ਬਾਕੀ ਦੇ ਐਮਪੀਸ ਤੇ ਐਮਐਲਏਸ ਦੀ ਵੀ ਇਹੀ ਆਵਾਜ਼ ਹੈ ਹਾਈ ਕਮਾਂਡ ਨੂੰ। ਹੁਣ ਮੇਰੇ ਚੰਨੀ ਸਾਹਿਬ ਕਿਹੜਾ ਰਿਸ਼ਤੇਦਾਰ ਲੱਗਦੇ ਆ? ਨਹੀਂ, ਆਵਾਜ਼ ਇੱਕੋ ਹੀ ਜਾ ਰਹੀ ਹੈ ਜਿਸ ਤਰੀਕੇ ਦੀ ਆਵਾਜ਼ ਤੁਹਾਡੀ ਹੈ। ਮੈਂ ਕਿਹਾ ਜੀ ਕਿਸੇ ਨੂੰ ਪੁੱਛ ਲਿਓ, ਕਿਸੇ ਨੂੰ ਪੁੱਛ ਲਿਓ। ਐਮਪੀ ਤਾਂ ਅਸੀਂ ਹਰ ਵੇਲੇ ਇਕੱਠੇ ਰਹਿੰਦੇ ਆ। ਫਿਰ ਇਸ ਹਿਸਾਬ ਨਾਲ ਤਾਂ ਸੀਐਮ ਚਿਹਰਾ ਕਲੀਅਰ ਹੈ। ਨਹੀਂ, ਸੀਐਮ ਚਿਹਰਾ ਤਾਂ ਕਲੀਅਰ ਕਿਵੇਂ ਹੋ ਜਾਊਗਾ? ਜਿਵੇਂ ਤੁਸੀਂ ਕਹਿੰਦੇ ਹੋ ਕਿ ਐਮਪੀਸ ਸਾਰਿਆਂ ਦੀ ਆਵਾਜ਼ ਇੱਕੋ ਹੀ ਹੈ। ਨਹੀਂ, ਜਿੱਦਣ ਐਮਐਲਏ ਜਿੱਤ ਕੇ ਆਉਣਗੇ ਉਦਣ ਸੀਐਲਪੀ ਦੀ ਮੀਟਿੰਗ ਬੈਠੂਗੀ, ਅਬਜ਼ਰਵਰ ਆਊਗਾ ਦਿੱਲੀੋਂ ਚੱਲ ਕੇ, ਉਦਣ ਜੋ ਐਮਐਲਏ 80 70 ਜਿੰਨੇ ਵੀ ਜਿੱਤੇ ਹੋਣਗੇ, ਉਹ ਐਮਐਲਏ ਜੋ ਕਹਿਣਗੇ, ਉਦੋਂ ਵੀ ਤੁਹਾਡਾ ਤੇ ਬਾਕੀ ਐਮਐਲਏਸ ਦਾ ਇਹੀ ਨਜ਼ਰੀਆ ਹੋਏਗਾ ਜੋ ਹੋਣਾ ਚੰਨੀ ਸਾਹਿਬ ਨੂੰ ਲੈ ਕੇ। ਦੇਖੋ, ਜਦੋਂ ਐਮਐਲਏ ਕੋਈ ਵੀ ਹੋਵੇ, ਮੈਂ ਵੀ ਹੋਵਾਂ,
ਇੰਨਾ ਕੁ ਤਾਂ ਮੈਂ ਹਰੇਕ ਇਨਸਾਨ ਦੇਖਦਾ ਨਾ ਵੀ ਮੈਨੂੰ ਵੋਟ ਕਿਹਦੇ ਨਾਂ ਤੇ ਪੈ ਰਹੀ ਆ। ਹੁਣ ਮੇਰੇ ਨਾਂ ਤੇ ਤਾਂ ਕੋਈ ਵੋਟ ਨਾ ਪੈ ਰਹੀ, ਉਹ ਮੇਰਾ ਕਿਹਨੇ ਨਾਂ ਲੈਣਾ ਜੀ ਉੱਥੇ। ਮਤਲਬ ਤੁਹਾਡਾ ਕਹਿਣ ਦਾ ਜੇ ਮਤਲਬ ਮੈਂ ਇਹ lecture ਵੋਟਾਂ ਕਰਨਾ ਪੈਣਗੀਆਂ ਜਾ ਚੰਨੀ ਕੇ- ਸਾਹਿਬ ਦੇ ਨਾਮ ਤੇ ਪਾਰਟੀ ਤੇ ਚੰਨੀ। ਤੇ ਸਿੱਧੂ ਸਾਹਿਬ ਕਿੱਥੇ ਆ? ਸਿੱਧੂ ਸਾਹਿਬ ਪ੍ਰਧਾਨ ਨੇ ਪਾਰਟੀ ਦੇ। ਅੱਛਾ, ਤਾਂ ਉਹ ਮਿਹਨਤ ਪ੍ਰਧਾਨ ਹੀ ਕਰਨਗੇ। ਰਹਿਣਗੇ। ਯਾਰ ਤੁਸੀਂ ਇੱਕ ਦੱਸੋ, ਉਹਨਾਂ ਦੀ ਵੀ ਗੱਲ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣਾ ਸਹੀ ਆ ਨਾ। ਅੱਛਾ, ਜਿਹੜੇ ਕੰਮ ਨੇ ਉਹ ਤਾਂ ਚੀਫ ਮਿਨਿਸਟਰ ਬਣ ਕੇ ਹੀ ਹੁੰਦੇ ਆ। ਉਹ ਤਾਂ ਕਹਿਣਗੇ ਬਹੁਤ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ, ਜੇ ਉਹਨਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਤੁਸੀਂ। ਨਹੀਂ, ਇਹ ਤਾਂ ਹੁਣ ਉਹ ਗੱਲ ਆਪਣੀ ਲੋਕਾਂ 'ਚ ਗੱਲ ਤੁਸੀਂ ਤਾਂ ਕਰਨ। ਕਹਿਤਾ ਕਿ ਪਾਰਟੀ ਦਾ ਵੀ ਇਹੀ ਹੈ ਤੇ ਸਾਡਾ ਵੀ ਇਹੀ ਹੈ, ਚੰਨੀ ਸਾਹਿਬ ਹੋਣ। ਨਹੀਂ, ਉਹ ਤਾਂ ਬਾਅਦ ਦੀ ਹਜੇ ਗੱਲ ਆ, ਪਰ ਮੈਂ ਅੱਜ ਜੇ ਕੋਈ ਮੈਨੂੰ ਤੁਸੀਂ ਚਲੋ ਹੁਣ ਆ ਸਰਵੇ ਕਰਨੇ, ਤੁਸੀਂ ਜਾਣਾ ਹੀ ਆ ਹਲਕਿਆਂ 'ਚ, ਤੁਸੀਂ ਦੇਖੋ ਵੀ ਐਮਐਲਏ ਕੀ ਕਹਿਣਗੇ, ਵੋਟ ਕਿਸ ਚੀਜ਼ ਤੇ ਮੰਗਣਗੇ। ਇਹ ਤੁਸੀਂ ਦੇਖਿਓ ਵੀ ਤੁਹਾਨੂੰ ਆਪ ਹੀ ਕਲੀਅਰ ਹੋ ਜਾਊਗਾ ਜਦੋਂ ਇਲੈਕਸ਼ਨਾਂ ਤੋਂ ਬਾਅਦ। ਤੁਹਾਨੂੰ ਸਾਰੇ ਮਨ 'ਚ ਤੁਹਾਡੇ ਗੱਲ ਇੱਕ ਇੱਕ ਕਲੀਅਰ ਹੋਊਗੀ ਵੀ ਲੋਕਾਂ ਨੇ ਵੋਟ ਕਿਹਦੇ ਨਾਂ ਨੂੰ ਪਾਈ ਆ ਤੇ ਕੈਂਡੀਡੇਟਾਂ ਨੇ ਵੋਟ ਕਿਹਦੇ ਨਾਂ ਤੇ ਮੰਗੀ ਆ। ਤਾਂ ਸਾਰੀ ਗੱਲ ਤੁਹਾਡੇ ਮੂਹਰੇ ਸਪਸ਼ਟ ਹੋ ਜਾਣੀ ਆ। ਹੁਣ ਤਾਂ ਹਫ਼ਤੇ ਨੂੰ ਕਾਗਜ਼ ਭਰਨੇ ਸ਼ੁਰੂ ਹੋ ਜਾਣੇ ਆ, ਤੇ ਜਿੱਦਣ ਉਦੋਂ ਬਾਅਦ ਪਤਾ ਤੁਸੀਂ ਲੈਕਚਰ ਸੁਣ ਲਿਓ ਵੀ ਐਮਐਲਏ ਕਾਂਗਰਸ ਪਾਰਟੀ ਦੇ ਕੀ ਕਹਿ ਰਹੇ ਨੇ, ਕੈਂਡੀਡੇਟ ਕੀ ਕਹਿ ਰਹੇ ਨੇ, ਤੇ ਗੱਲ ਸਾਫ਼ ਹੋਊਗੀ। ਸਿੱਧੂ ਸਾਹਿਬ ਬਹੁਤ ਵੱਡੇ ਲੀਡਰ ਨੇ। ਮੈਂ ਤਾਂ ਮੇਰੀ ਤਾਂ ਇੱਕ ਗੱਲ ਸਮਝੋ, ਮੇਰਾ ਸਿੱਧੂ ਸਾਹਿਬ ਨੇ ਕੀ ਮਾੜਾ ਕੀਤਾ? ਮੇਰੇ ਖਿਲਾਫ ਅੱਜ ਤੱਕ ਹਰ ਬੰਦੇ ਦੇ ਬੋਲਦੇ ਆ, ਮੇਰੇ ਖਿਲਾਫ ਉਹਨਾਂ ਨੇ ਅੱਜ ਤੱਕ ਇਹ ਕਿਹਾ ਵੀ ਇਹ ਤਾਂ ਛੋਟਾ ਹੈ ਮੇਰਾ, ਮੈਂ ਇਹਦੇ ਖਿਲਾਫ ਨਹੀਂ ਬੋਲਣਾ। ਹਮੇਸ਼ਾ ਕਿਹਾ, ਮੈਂ ਹੀ ਗੱਲ ਹਮੇਸ਼ਾ ਕਰਦਾ। ਪਰ ਮੈਂ ਗੱਲ ਜੇ ਗਲਤ ਕਰਦਾ ਤਾਂ ਹੁਣ ਉਹਨਾਂ ਦੇ ਮਨ 'ਚ ਇਹ ਗੱਲ ਆ, ਮਨ 'ਚ ਜਾਂ ਤਾਂ ਉਹਨਾਂ ਦੇ ਕੋਈ ਕਲੀਅਰ ਕਰੇ ਵੀ ਤੁਸੀਂ ਭਾਈ ਬੇਫਿਕਰ ਰਹੋ, ਤੁਹਾਡੇ ਨਾਲ ਬਿਲਕੁਲ ਕੋਈ ਇਸ ਗੱਲ ਦੀ ਤੁਸੀਂ ਮਨ 'ਚੋਂ ਕੱਢ ਦਿਓ ਗੱਲ। ਦੂਜੀ ਪਾਸੇ ਉਹ ਕਹਿ ਦਿੰਦੇ ਆ ਵੀ ਮੈਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦੇ ਸਭ ਤੋਂ ਨੇੜੇ ਆ, ਮੇਰੀ ਜ਼ਿੰਦਗੀ ਉਹਨਾਂ ਨਾਂ ਤੇ ਆ। ਫਿਰ ਗੱਲ ਜਿਹੜੀ ਕਹਿ ਦਿੰਦੇ ਆ ਵੀ ਮੁੱਖ ਮੰਤਰੀ ਤੋਂ ਬਗੈਰ ਕੁਝ ਨਹੀਂ ਹੋਣਾ, ਫਿਰ ਉਹ ਹੁਣ ਕਿਵੇਂ ਗੱਲ ਕਲੀਅਰ ਹੋਊਗੀ? ਉਹ ਤਾਂ ਪਾਰਟੀ ਨੂੰ ਕਰਨੀ ਪੈਣੀ ਹੈ ਉਹਨਾਂ ਨਾਲ ਗੱਲ ਕਰਕੇ। ਉਹਨਾਂ ਦੀ ਸੋਚ ਸਿੱਧੀ ਆ, ਮੈਂ ਕੋਈ ਵਿੱਚ ਤਾਂ ਬੜਿਆ ਨਹੀਂ ਹੋਇਆ। ਪਰ ਉਹ ਕਹਿੰਦੇ ਆ ਵੀ ਜੋ ਕੋਈ ਕੁਝ ਕਰ ਸਕਦਾ ਤਾਂ ਮੁੱਖ ਮੰਤਰੀ ਬਣ ਕੇ ਹੀ ਕਰ ਸਕਦਾ ਏ, ਨਹੀਂ ਜਿਹੜਾ ਮੈਂ ਆਪਣੀ ਸੋਚ ਜਾਂ ਵਿਜ਼ਨ ਮੈਂ ਜਿਹੜੀ ਉਹ ਤਾਂ ਹੀ ਲਿਆ ਸਕਦਾ ਹੈ। ਹੁਣ ਇਦੋਂ ਸਪਸ਼ਟ ਗੱਲ ਕੀ ਰਹਿ ਗਈ? ਮੈਂ ਵੀ ਇਸ ਤਾਂ ਹੀ ਤੁਹਾਡੇ ਨਾਲ ਇਹ ਗੱਲ ਕੀਤੀ ਵੀ ਆ, ਇਹ ਪਾਰਟੀ ਵੀ ਸੁਣੇ ਤੇ ਉਹ ਵੀ ਸੁਣ ਰਹੇ ਹੋਣੇ ਇਸ ਗੱਲ ਨੂੰ। ਬਿੱਟੂ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਸ਼ੇਰ ਤੇ ਬੱਬਰ ਸ਼ੇਰ ਦਾ। ਕਿਸੇ ਲਿਖਾਰੀ ਦੀ ਲਿਖਾਵਟ ਪੜ੍ਹ ਰਿਹਾ ਸੀਗਾ ਕਿ ਇਨਸਾਨ ਜਾਂ ਮਨੁੱਖ ਕਿੰਨਾ ਅਜੀਬ ਹੁੰਦਾ ਹੈ। ਇੰਨਾ ਕੁ ਅਜੀਬ ਹੁੰਦਾ ਹੈ ਕਿ ਉਸ ਨੂੰ ਸ਼ੇਰ ਕਹਿ ਦਿਓ, ਬੱਬਰ ਸ਼ੇਰ ਕਹਿ ਦਿਓ, ਉਹਨੂੰ ਚੰਗਾ ਲੱਗਦਾ ਹੈ, ਪਰ ਜੇ ਉਸ ਨੂੰ ਜਾਨਵਰ ਕਹਿ ਦਿਓ ਤਾਂ ਉਸ ਨੂੰ ਬੁਰਾ ਲੱਗਦਾ ਹੈ। ਬਿੱਟੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਦੇ ਲਈ। ਧੰਨਵਾਦ, ਧੰਨਵਾਦ। ਤੁਸੀਂ ਇੰਨੀ ਠੰਡ 'ਚ ਬੈਠੇ ਹੋ, ਤੁਹਾਡਾ ਵੀ ਬਹੁਤ ਧੰਨਵਾਦ। ਅੱਗੇ ਮੈਨੂੰ ਲੱਗਦਾ ਸਾਰੇ ਦਿਨਾਂ 'ਚ ਫੀਲਡ 'ਚ ਹੀ ਰਹਿਣਾ ਪਊਗਾ। ਆਗੇ ਦੇਖੋ ਹੋਤਾ ਹੈ ਕਿਆ। ਨਹੀਂ, ਚੰਗਾ ਹੋਊਗਾ। ਕਾਂਗਰਸ ਪਾਰਟੀ ਹੈ ਜਿਹੜੀ ਉਹ ਜਿੱਤੇਗੀ, ਬਾਹਰਲਿਆਂ ਨੂੰ ਭਜਾਏਗੀ। ਇਹ ਤਾਂ ਬਾਹਰਲੇ ਆ ਸਾਰੇ ਯਾਰ। ਹੁਣ ਮਫਲਰ ਬ੍ਰਾਂਡ ਉਰੇ ਨਹੀਂ ਚੱਲਦਾ, ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦੇ ਆ। ਮਫਲਰ ਜਿਹੜਾ ਪੰਜਾਬ ਦੇ ਵਿੱਚ ਬੜੇ ਹੋਰ ਬ੍ਰਾਂਡ ਉਰੇ ਚੱਲਦੇ ਆ। ਸਕਾਰਫ ਵਾਲਾ ਬ੍ਰਾਂਡ ਚੱਲੇਗਾ ਬਿਲਕੁਲ, ਰੰਗ ਬਰੰਗੀ ਜਿਹੜੀ ਪੰਜਾਬੀ ਜੈਕਟ ਬ੍ਰਾਂਡ ਤਾਂ ਸਭ ਚੱਲੂਗਾ। ਜਿਹੜਾ ਪੰਜਾਬ ਦੇ ਬ੍ਰਾਂਡ ਪਾਇਆ ਹੋਊ, ਪੰਜਾਬੀ ਦੇ ਪਾਇਆ ਹੋਊ, ਉਹ ਚੱਲੂਗਾ। ਸ਼ੁਕਰੀਆ।